नमस्कार, सत श्री अकाल, आदाब दोस्तों। मैं हाँ मनीष पहला तो तुम देख रहे हो प्रोग्राम प्राइम टाइम चर्चा। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਸ ਤਰੀਕੇ ਦੇ ਨਾਲ ਕਈ ਵਾਰੀ ਸਾਡੇ ਕੋ ਇਤਿਹਾਸ ਨੂੰ ਅਸੀਂ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਅਸੀਂ ਆਪਣੇ ਆਲੇ ਦੁਆਲੇ ਵੇਖਣ ਦੀ ਕੋਸ਼ਿਸ਼ ਨਹੀਂ ਕਰਦੇ। ਅੱਜ ਮਹਾਮਾਰੀ ਦੇ ਦੌਰ ਦੇ ਵਿੱਚ ਸਾਡੀ ਹਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਸੇ-ਪਾਸੇ ਵੇਖੀਏ, ਅਸੀਂ ਝਾਤ ਮਾਰੀਏ। ਜਦੋਂ ਅਸੀਂ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਹੈ ਖਾਸ ਤੌਰ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ, ਤਾਂ ਕੁਝ ਆਪਣੇ ਵਰਗੇ ਜਾਣੇ ਪਹਿਚਾਨੇ ਚਿਹਰੇ ਲੱਗੇ ਜਿਨ੍ਹਾਂ ਨੇ ਵੀ ਦਸਤਾਰਾਂ ਵੀ ਆਪਣੇ ਵਰਗੀਆਂ ਬੰਨੀਆਂ ਨੇ, ਜਿਨ੍ਹਾਂ ਦੀਆਂ ਲੋੜਾਂ ਵੀ ਆਪਣੇ ਵਰਗੀਆਂ ਨੇ ਤੇ ਜਿਹੜੇ ਗੱਲਾਂ ਵੀ ਸਾਡੇ ਵਰਗੀਆਂ ਕਰਦੇ ਨੇ। ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਸਾਡੀ ਲੀਡਰਸ਼ਿਪ ਦੀ ਕਿ ਉਹ ਰਾਜ ਕਰਨ ਵਾਸਤੇ ਕਈ ਵਾਰੀ ਇਸ ਤਰੀਕੇ ਦੇ ਫੈਸਲੇ ਕਰ ਜਾਂਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਸਾਹਮਣੇ ਉਹੀ ਲੋਕ ਆਉਣ ਜਾਂ ਸਾਡੇ ਸਾਹਮਣੇ ਸਿਰਫ ਉਹ ਲੋਕ ਹੀ ਬੈਠਣ ਜਿਹੜੇ ਸਾਡੇ ਵੋਟ ਬੈਂਕ ਨੂੰ ਵੱਡਾ ਕਰ ਸਕਣ। ਪਰ ਅੱਜ ਮੇਰੇ ਹੱਥ ਇੱਕ ਕਿਤਾਬ ਲੱਗੀ ਹੈ ਜਿਸ ਕਿਤਾਬ ਦਾ ਟਾਈਟਲ ਹੈਗਾ ਅਣਗੌਲੇ ਸਿੱਖ ਕਬੀਲੇ। ਅਤੇ ਜਦੋਂ ਅਸੀਂ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਖਬਰਾਂ ਪੜ੍ਹ ਰਹੇ ਸਾਂ ਤਾਂ ਬਹੁਤ ਸਾਰੇ ਨਾਮ ਜਿਹੜੇ ਨੇ ਉਹ ਸਾਡੇ ਸਾਹਮਣੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਸਿਗਲੀਕਰ ਸਿੱਖ ਦਾ ਨਾਮ ਆਉਂਦਾ, ਵਣਜਾਰੇ ਸਿੱਖਾਂ ਦਾ ਨਾਮ ਆਉਂਦਾ, ਸਤਨਾਮੀਏ ਸਿੱਖਾਂ ਦਾ ਨਾਮ ਆਉਂਦਾ ਅਤੇ ਬਹੁਤ ਹੋਰ ਸਾਰੇ ਨਾਮ ਜਿਹੜੇ ਨੇ ਉਹ ਸਾਡੇ ਸਾਹਮਣੇ ਆਉਂਦੇ ਨੇ। ਫਿਰ ਅਸੀਂ ਜਾਂਚ ਕਰਨੀ ਸ਼ੁਰੂ ਕੀਤੀ ਕਿ ਇਹ ਕੌਣ ਲੋਕ ਨੇ। ਤਦ ਮੇਰੇ ਹੱਥ ਇਹ ਕਿਤਾਬ ਮੇਰੇ ਇੱਕ ਉਸ ਸਰੋਤੇ ਵੱਲੋਂ ਦਿੱਤੀ ਗਈ ਜਿਹੜੇ ਲਗਾਤਾਰ ਸਾਡੇ ਸ਼ੋਅ ਨੂੰ ਵੇਖਦੇ ਨੇ ਅਤੇ ਉਹਨਾਂ ਨੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਦੇ ਨਾਲ ਸਾਡੀ ਲੀਡਰਸ਼ਿਪ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਕਬੀਲਿਆਂ ਦੇ ਰੂਪ ਦੇ ਵਿੱਚ ਬੈਠੇ ਸਿੱਖਾਂ ਨੂੰ ਅੱਜ ਅਣਗੌਲਿਆਂ ਕਰਕੇ ਬੈਠੀ ਹੋਈ ਹੈ। ਇਹਦੇ ਵਿੱਚ ਜਿਹੜੇ ਤੱਥ ਨੇ, ਜੇ ਅਸੀਂ ਉਹਨਾਂ ਤੱਥਾਂ ਦੀ ਗੱਲ ਕਰੀਏ ਤਾਂ ਇਹ ਤੱਥ ਜਿਹੜੇ ਨੇ ਇਹ ਦੱਸਦੇ ਨੇ ਕਿ ਕਿਸ ਤਰੀਕੇ ਨਾਲ ਵੱਡੀ ਤਾਦਾਦ ਦੇ ਵਿੱਚ ਅਸੀਂ ਸਿੱਖਾਂ ਨੂੰ ਆਪਣੇ ਤੋਂ ਵਾਂਝੇ ਕਰ ਦਿੱਤਾ ਹੈ। ਕਿਉਂਕਿ ਜੇ ਇਹ ਸਾਰੇ ਕਬੀਲੇ ਇਕੱਠੇ ਹੋ ਜਾਂਦੇ ਨੇ ਤਾਂ ਜਿਹੜੇ ਇੱਕ ਕਹਿ ਸਕਦੇ ਕਿ ਭਾਈ ਭਤੀਜਾਵਾਦ ਹੈ, ਸ਼ਾਇਦ ਉਸ ਦੀ ਗੱਲ ਜਿਹੜੀ ਹੋਣੀ ਉਹ ਬੰਦ ਹੋ ਜਾਵੇ। ਪਰ ਇਹਦੇ ਵਿੱਚ ਜਿਹੜੇ ਅੰਕੜੇ ਦਿੱਤੇ ਗਏ ਨੇ, ਜਿਹੜੀ ਗਿਣਤੀ ਦੱਸੀ ਗਈ ਹੈ, ਉਹ ਗਿਣਤੀ ਉਹ ਮੰਨੀ ਨਹੀਂ ਜਾ ਸਕਦੀ ਜਿਸ ਤਰੀਕੇ ਨਾਲ ਗਿਣਤੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਨ੍ਹਾਂ ਲੋਕਾਂ ਨੇ ਇਹ ਕਿਤਾਬ ਲਿਖੀ ਹੈ ਜਾਂ ਜਿਹੜੇ ਅੰਕੜਿਆਂ ਦੀ ਰਿਸਰਚ ਕੀਤੀ ਗਈ ਹੈ, ਉਹਨਾਂ ਦਾ ਦਾਅਵਾ ਹੈ ਕਿ ਇੱਕ ਜਿਹੜੀ ਗਿਣਤੀ ਇਹਦੇ 'ਚ ਦਿੱਤੀ ਗਈ ਹੈ ਉਹ ਗਿਣਤੀ ਬੜੀ ਦਰੁਸਤ ਹੈ। ਸੋ ਅੱਜ ਇਹਦੇ ਉੱਤੇ ਅਸੀਂ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਕਰਾਂਗੇ। ਇਹਦੇ ਵਿੱਚ ਮੈਂ ਪਹਿਲੀਆਂ 5 ਲਾਈਨਾਂ ਜਿਹੜੀਆਂ ਨੇ ਤੁਹਾਨੂੰ ਪੜ੍ਹ ਕੇ ਕਿਤਾਬ ਦੀ ਜਿਹੜੀ ਸ਼ੁਰੂਆਤ ਹੈ ਉਹ ਜ਼ਰੂਰ ਦੱਸਾਂਗਾ। ਅੱਜ ਸਿੱਖ ਜਗਤ ਵਿੱਚ ਇਹ ਗੱਲ ਬੜੀ ਹੈਰਾਨੀ ਦੇ ਨਾਲ ਪੜ੍ਹੀ ਜਾਵੇਗੀ ਕਿ ਹਿੰਦੁਸਤਾਨ ਦੇ ਵਿੱਚ 4 ਕਰੋੜ ਸਿਗਲੀਕਰ, 5 ਕਰੋੜ ਵਣਜਾਰੇ ਸਿੱਖ ਅਤੇ 1 ਕਰੋੜ ਸਤਨਾਮੀਏ ਸਿੱਖ ਹਨ ਜੋ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਹਨ। ਇਹ ਸਿੱਖ ਭਾਰਤ ਵਿੱਚ ਕਰਨਾਟਕ, ਦਿੱਲੀ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੜੀਸਾ, ਬਿਹਾਰ, ਤਾਮਿਲਨਾਡੂ, ਮਹਾਰਾਸ਼ਟਰ, ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਪੱਛਮ ਬੰਗਾਲ ਆਦਿ ਵਿੱਚ ਰਹਿੰਦੇ ਹਨ। ਹੁਣ ਇਸ ਦੇ ਉੱਤੇ ਅਸੀਂ ਕਰਾਂਗੇ ਵਿਚਾਰ ਚਰਚਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਅੰਕੜੇ ਦੱਸੇ ਗਏ ਨੇ ਕਿ ਸੱਚਮੁੱਚ ਹੈ ਨੇ। ਜੇ ਹੈ ਨੇ ਤਾਂ ਫਿਰ ਜਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਸਮੇਂ-ਸਮੇਂ ਦੇ ਉੱਤੇ ਆਪਣੇ ਲੋਕਾਂ ਨੂੰ ਪਿਆਰ ਕਰਦੇ ਨੇ ਤੇ ਜਿਹੜੇ ਹਮੇਸ਼ਾ 2% ਵਾਲੇ ਜਿਹੜੇ ਲੋਕ ਕਹਿੰਦੇ ਨੇ ਕਿ ਤੁਹਾਡੀ ਗਿਣਤੀ ਸਿਰਫ 2% ਹੈ, ਉਹਨਾਂ ਨੂੰ ਚੈਲੰਜ ਕਰਦੇ ਨੇ। ਜੇ ਚੈਲੰਜ ਕਰਦੇ ਨੇ ਤੇ ਇਸ ਗਿਣਤੀ ਨੂੰ ਐਕਸੈਪਟ ਕਿਉਂ ਨਹੀਂ ਕਰਦੇ? ਜੇ ਐਕਸੈਪਟ ਕਰਦੇ ਨੇ ਤਾਂ ਫਿਰ ਇਹ ਲੋਕ ਸਾਡੇ ਨਾਲ ਆ ਕੇ ਮਿਲਦੇ ਕਿਉਂ ਨਹੀਂ? ਜੇ ਮਿਲਦੇ ਨਹੀਂ ਨੇ ਤਾਂ ਇਹਦੇ ਪਿੱਛੇ ਕਾਰਨ ਕੀ ਹੈਗੇ ਨੇ? ਅੱਜ ਸਾਰੇ ਉੱਤੇ ਅਸੀਂ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਅੱਜ ਤੋਂ 10 ਸਾਲ ਪਹਿਲਾਂ ਜਿਹੜੀ ਜਨਗਣਨਾ ਹੋਈ ਸੀ ਭਾਰਤ ਦੇ ਵਿੱਚ, ਜੇ ਉਸ ਅੰਕੜਿਆਂ ਦੀ ਅਸੀਂ ਗੱਲ ਕਰੀਏ, ਕਿਉਂਕਿ ਰਿਸਰਚ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਤੇ ਇਸ ਕਿਤਾਬ ਦੇ ਵਿੱਚ ਜਿਸ ਜ਼ਮੀਨ ਅਸਮਾਨ ਦਾ ਅੰਤਰ ਹੈ। ਅੰਕੜੇ ਜਿਹੜੇ ਨੇ ਇੱਕ ਦੂਜੇ ਦੇ ਨਾਲ ਮੇਲ ਨਹੀਂ ਕਰਦੇ। ਸੋ ਅਸੀਂ ਇਹਦੇ ਉੱਤੇ ਖਾਸ ਤੌਰ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਸ ਵੇਲੇ ਨਿਊਯਾਰਕ ਤੋਂ ਸਮਾਜ ਸੇਵੀ ਸਰਦਾਰ ਦਲੇਰ ਸਿੰਘ ਹੈਗੇ ਨੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸਾਡੇ ਨਾਲ ਸਰਦਾਰ ਸੋਹਣ ਸਿੰਘ ਖਾਲਸਾ ਹੈਗੇ ਨੇ ਜਿਹੜੇ ਕੈਨੇਡਾ ਤੋਂ ਨੇ। ਇਹ ਵੀ ਸਮਾਜ ਸੇਵੀ ਨੇ ਤੇ ਇਤਿਹਾਸਕਾਰ ਨੇ, ਲੰਮੇ ਸਮੇਂ ਤੋਂ ਰਿਸਰਚ ਜਿਹੜੀ ਹੈ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਰਦੇ ਪਏ ਨੇ। ਨਾਲ ਹੀ ਇਹਨਾਂ ਦੇ ਨਾਲ ਸਰਦਾਰ ਦਲੀਪ ਸਿੰਘ ਵਣਜਾਰਾ ਜੀ ਹੈਗੇ ਨੇ ਜਿਹੜੇ ਕਿ ਗੁਰਮਤ ਵਿਦਿਆ ਦਾ ਜਿਹੜਾ ਪ੍ਰਚਾਰ ਕਰਦੇ ਨੇ ਤੇ ਨਾਲ ਹੀ ਨਾਲ ਨੌਜਵਾਨਾਂ ਨੂੰ ਵੀ ਨਾਲ ਜੋੜਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। मैं जरूर इत्थे तुहाडे को बेनती करांगा सरदार दलेर सिंह जी, शुरुआत तुहाडे तो एक किताब भी तुसीं मैनूं मुहैया कराई है। सो पहला सवाल भी तुहाडे कोल, ਜਿਹੜੇ ਇਹਦੇ ਵਿੱਚ ਅੰਕੜਾ ਦਿੱਤਾ ਗਿਆ ਹੈ
5 ਕਰੋੜ 2 ਕਰੋੜ 4 ਕਰੋੜ 1 ਕਰੋੜ ਇਹ ਆਪਣੇ ਆਪ ਚ ਅਸਲੀਅਤ ਦੇ ਵਿੱਚ ਐਗਜ਼ਿਟ ਕਰਦਾ ਹੈ? ਇਹ ਸਹੀ ਮਾਇਨੇ ਚ ਇਹ ਡਾਟਾ ਜਿਹੜਾ ਹੈ ਇਹ ਦਰੁਸਤ ਹੈ? ਪਹਿਲਾ ਸਵਾਲ। ਹਾਂ ਹਾਂਜੀ, ਪਹਿਲਾਂ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਤੋਂ ਕੁਝ ਚਿਰ ਪਹਿਲਾਂ ਜਿਹੜੀ ਇੱਕ ਮਰਦਮਸ਼ੁਮਾਰੀ ਕੀਤੀ ਸੀਗੀ, ਉਦੋਂ ਉਹਦੇ ਆંકੜੇ ਜਿਹੜੇ ਲਿੱਤੇ ਗਏ ਸੀਗੇ ਸ਼ਿਗਲੀ ਘਰ ਵਣਜਾਰਿਆਂ ਦੇ, ਸਤਨਾਮੀਆਂ ਦੇ, ਕਬੀਰ ਪੰਥੀਆਂ ਦੇ, ਤਾਂ ਸਿੰਧੀ ਨੇ, ਕੁਝ ਭੀਲ ਨੇ ਜਿਹੜੇ ਕੋਡੇ ਰਾਖਸ਼ ਚੋਂ ਨੇ, ਵੱਖ-ਵੱਖ ਏਰੀਏ ਤੋਂ ਜਿਹੜੇ ਇਹ ਸਾਰੇ ਜਦੋਂ ਇਹਨਾਂ ਦੀ ਮਰਦਮਸ਼ੁਮਾਰੀ ਕਰਕੇ ਇਹਨਾਂ ਦੇ ਆંકੜੇ ਲਿੱਤੇ ਤਾਂ ਇੱਕ ਹੈਰਾਨਗੀ ਵਾਲੀ ਗੱਲ ਸੀਗੀ ਵੀ ਅਸੀਂ ਇੰਨਾ ਵੱਡਾ ਜਿਹੜਾ ਸਾਡਾ ਇੱਕ ਖਿੱਤਾ ਹੈ ਜਿਹੜਾ ਸਿੱਖ ਕੌਮ ਦਾ, ਜਿਹੜੇ ਅਣਗੌਲੇ ਸਿੱਖ ਕਬੀਲੇ ਜਿਨ੍ਹਾਂ ਨੂੰ ਆਪਾਂ ਕਹਿ ਕੇ ਇੱਕ ਬੁੱਕ ਜਿਹੜੀ ਪ੍ਰਚਲਿਤ ਕੀਤੀ, ਦੇਖੋ ਉਹ ਇੰਨੇ ਅਸੀਂ ਖੁਦ ਆਪ ਜਾ ਕੇ ਪਿੰਡਾਂ ਦੇ ਵਿੱਚ ਮੈਂ ਦੇਖਿਆ। ਤੇ ਸੋਹਣ ਸਿੰਘ ਖਾਲਸਾ ਜੀ ਉੱਥੇ ਵਰਕ ਕਰ ਰਹੇ ਨੇ, ਤੇ ਦਲੀਪ ਸਿੰਘ ਜੀ ਜਿਹੜੇ ਇਹਨਾਂ ਨੂੰ ਲੁਧਿਆਣੇ ਦੇ ਵਿੱਚ ਪੜ੍ਹਾ ਕੇ ਉੱਧਰ ਭੇਜਿਆ। ਦੇਖੋ ਵੀਰ ਜੀ, ਅਸੀਂ ਉਹਨਾਂ ਤੇ ਜਦੋਂ ਰਿਸਰਚ ਕੀਤੀ ਜਾ, ਉਹ ਪਿੰਡਾਂ 'ਚ ਅਸੀਂ ਜਾਂਦੇ ਹਾਂ। ਮੈਂ ਕਰਨਾਟਕਾ ਦੇ ਵਿੱਚ ਲੋਹਗੜ੍ਹ ਉੱਥੇ ਕਿਲ੍ਹਾ ਹੈ ਬੰਦਾ ਸਿੰਘ ਬਹਾਦਰ ਦਾ, ਮੈਂ ਉੱਥੇ ਗਿਆ। ਮੈਂ ਉੱਥੇ ਜਾ ਕੇ ਜੋ ਚਾਰ ਸਵੇਰੇ ਦੇਖਿਆ ਤੇ ਉੱਥੇ 50,000 ਦੇ ਕਰੀਬ ਇਕੱਲੇ ਸ਼ਿਗਲੀ ਘਰ ਬੈਠੇ ਨੇ ਇੱਕ ਜਗ੍ਹਾ ਤੇ। ਫਿਰ ਦੇਖਿਆ ਜਾਂਦਾ ਵੀ ਸਾਰੇ ਸਿੱਖ ਬਾਹਰ, ਇਹ ਕਿਵੇਂ? ਸਾਨੂੰ ਮੰਨਣ 'ਚ ਨਹੀਂ ਗੱਲ ਆਉਂਦੀ। ਜੋ ਜਾ ਕੇ ਤੁਸੀਂ ਦੇਖਦੇ ਹੋ ਫਿਰ ਸਭ ਕੁਝ ਤੁਹਾਡੇ ਸਾਹਮਣੇ ਆਉਂਦਾ। ਅਸੀਂ ਪੜਵਾਹੀ ਗਏ, ਉੱਥੇ ਕਾਫੀ ਪਿੰਡਾਂ ਦੇ ਵਿੱਚ ਗਏ। ਜਿਹੜੇ ਪਿੰਡ 'ਚ ਅਸੀਂ ਜਾਂਦੇ ਸੀ, ਉਹ ਨਾਇਕ ਜਿਹੜਾ ਹੁੰਦਾ ਸੀ, ਅਸੀਂ ਜਦੋਂ ਜਾਂਦੇ ਸੀ ਉਹ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ। ਫਿਰ ਉੱਥੇ ਪਤਾ ਲੱਗਦਾ ਸੀ ਵੀ ਇਹਨਾਂ ਦੀਆਂ ਵੀ ਇਹ ਹੈ ਕੌਣ ਨੇ। ਫਿਰ ਉਸ ਕਹਿੰਦੇ ਸੀ ਸਾਨੂੰ ਸ਼ੂਦਰ ਕਹਿੰਦੇ ਨੇ, ਲੇਕਿਨ ਨਹੀਂ, ਮੈਂ ਕਿਹਾ ਵੀ ਤੁਸੀਂ ਸ਼ੂਦਰ ਨਹੀਂ, ਤੁਸੀਂ ਸਾਡੇ ਭਰਾ ਹੋ। ਉਹਨਾਂ ਦੇ ਘਰ ਗੁਰੂ ਨਾਨਕ ਦੀ ਫੋਟੋ ਹੈ। ਉਸ ਤੋਂ ਅੱਗੇ ਉਹਨਾਂ ਨੂੰ ਦੱਸਿਆ ਨਹੀਂ ਗਿਆ, ਉਹਨਾਂ ਨੂੰ ਆਪਣੇ ਗਲੇ ਨਾਲ ਲਾਇਆ ਨਹੀਂ ਗਿਆ। ਤਾਂ ਜਦੋਂ ਅਸੀਂ ਉਹ ਰਿਸਰਚ ਕੀਤੀ, ਸਾਰੀ ਘੁੰਮ ਕੇ ਗਏ, ਦੇਖਿਆ ਹਰ ਥਾਂ ਤੇ, ਤਾਂ ਬੜਾ ਜਿਹੜਾ ਹਿਰਦਾ ਸੀ ਉਲੂੰਦਰਿਆ ਗਿਆ ਵੀ ਦੇਖੋ ਅਸੀਂ ਸਾਡੇ ਭਰਾ ਜਿਹੜੇ ਸਾਡੇ ਤੋਂ ਅਸੀਂ ਅੱਖੋਂ ਪਰੋਖੇ ਕੀਤਾ ਗਿਆ। ਪਤਾ ਨਹੀਂ ਅਸੀਂ ਆਪਣੀ ਚੌਧਰਾਂ ਪਿੱਛੇ, ਆਪਣੀ ਰਾਜਨੀਤੀ ਪਿੱਛੇ ਉਹਨਾਂ ਨੂੰ ਆਪਣੇ ਗਲੇ ਨਾਲ ਨਹੀਂ ਲਾਇਆ। ਲੇਕਿਨ ਮੈਂ ਫਿਰ ਆਸ ਕਰਦਾ ਹਾਂ ਹੁਣ ਸਮੂਹ ਸੰਗਤ ਅੱਗੇ ਵੀ ਉਹ ਸਾਰੇ ਹੱਲਾ ਮਾਰਨ, ਉਹਨਾਂ ਨੂੰ ਆਪਾਂ ਆਪਣੇ ਗਲੇ ਨਾਲ ਲਾਈਏ, ਆਪਣੇ ਨਾਲ ਮਿਲਾਈਏ, ਉਹ ਸਾਡੇ ਭਰਾ ਹਨ। ਤਾਂ ਮੈਂ ਖਾਸ ਕਰਕੇ ਜਿਹੜੇ ਸੋਹਣ ਸਿੰਘ ਜੀ ਖਾਲਸਾ ਆਏ ਨੇ ਵਿੱਚ, ਵਿਚਰਦੇ ਨੇ ਉੱਥੇ ਉਹਨਾਂ ਦੇ ਵਿੱਚ, ਤੇ ਬੈਠ ਰਹੇ ਸਾਰੀ ਗੱਲ ਦੱਸਣ। ਜਿਹੜੇ ਆંકੜੇ ਨੇ ਬੇਸ਼ੱਕ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਕਿੱਥੇ ਕਿੱਥੇ ਵਣਜਾਰੇ ਬੈਠੇ ਨੇ, ਉੱਥੇ ਜਾ ਕੇ ਖੁਦ ਵੇਖਣ ਤੇ ਉਹਨਾਂ ਨੂੰ ਸਮਝ ਲੱਗ ਜਾਏਗੀ। ਅਸੀਂ ਝੂਠ ਕੁਛ ਨਹੀਂ ਬੋਲਣਾ, ਅਸੀਂ ਜਿਹੜੀ ਚੀਜ਼ ਵੇਖੀ ਹੈ ਉਹੀ ਤੁਹਾਨੂੰ ਦੱਸਣੀ ਹੈ। ਉਹਦੇ ਉੱਤੇ ਸੀ ਜੋ ਸਾਡੇ ਕੋਲ ਪ੍ਰੂਫ ਵੀ ਹੈਗਾ, ਸਾਡੇ ਕੋਲ ਹਰ ਪ੍ਰੂਫ ਲੈ ਸਕਦੇ ਨੇ। ਮੇਰੇ ਕੋਲ ਬੁੱਕਾਂ ਪਈਆਂ ਨੇ ਬਹੁਤ, ਹਰ ਤਰ੍ਹਾਂ ਦੀਆਂ ਬੁੱਕਾਂ ਨੇ, ਜਿੰਨੀਆਂ ਮਰਜ਼ੀ ਬੁੱਕਾਂ ਲਵੋ। ਔਰ ਪਿੰਡਾਂ ਜਿਹੜੇ ਇਹਨਾਂ ਦੇ ਪਿੰਡ ਨੇ, ਉਹ ਸੋਹਣ ਸਿੰਘ ਜੀ ਖਾਲਸਾ ਦੱਸਣਗੇ ਕਿੱਥੇ ਕਿੱਥੇ ਕਿਹੜੇ ਏਰੀਏ 'ਚ ਕਿੰਨੇ ਵਸੇ ਨੇ। ਇਹ ਉਸ 'ਤੇ ਬਹੁਤ ਵਰਕ ਕਰ ਰਹੇ ਨੇ। ਤਾਂ ਅਸੀਂ ਵੀ ਜਾਣਦੇ ਹਾਂ, ਅਸੀਂ ਉੱਥੇ ਜਾ ਕੇ ਇਹਨਾਂ ਦੇ ਉੱਤੇ ਹੀ ਵਰਕ ਕਰ ਰਹੇ। ਸਾਨੂੰ 20 ਸਾਲ ਤੋਂ ਉੱਪਰ ਹੋ ਗਿਆ ਇਸ ਕੰਮ 'ਚ ਲੱਗੇ ਨੂੰ। ਤਾਂ ਮੈਂ ਬੇਨਤੀ ਕਰਦਾ ਹਾਂ ਵੀ ਹੁਣ ਅੱਗੋਂ ਤੁਸੀਂ ਜਿਹੜਾ ਸੋਹਣ ਸਿੰਘ ਜੀ ਖਾਲਸਾ, ਸਾਰੇ ਇਸ ਬਾਰੇ ਚਾਨਣਾ ਪਾਉਣਗੇ। ਸਰਦਾਰ ਸੋਹਣ ਸਿੰਘ ਖਾਲਸਾ ਜੀ, ਮੇਰਾ ਜਿਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਡਾਟਾ ਸਾਂਝਾ ਕੀਤਾ ਸੀ ਕਿ ਆਮ ਲੋਕ ਤੇ ਸਰਕਾਰਾਂ ਉਸ ਡਾਟੇ ਨੂੰ ਮੰਨਦੀਆਂ ਨੇ ਜਿਹੜਾ ਮਰਦਮਸ਼ੁਮਾਰੀ ਦੇ ਵਿੱਚੋਂ ਡਾਟਾ ਹੁੰਦਾ ਹੈ। ਉਹਦੇ ਵਿੱਚ ਅਗਰ ਅਸੀਂ ਡਾਟੇ ਦੇ ਉੱਤੇ ਧਿਆਨ ਦਿੰਦੇ ਹਾਂ ਤੇ ਪਰਸੈਂਟੇਜ ਜਿਹੜੀ ਹੈ 2% ਤੋਂ ਘੱਟ ਬਣਦੀ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਕਲੇਮ ਕਰ ਰਹੇ ਹੋ ਕਿ ਤੁਸੀਂ ਜਾ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਰਿਸਰਚ ਕੀਤੀ ਹੈ, ਪਰ ਤੁਹਾਡੇ ਵੱਲੋਂ ਸਿਰਫ ਇੱਕ ਅੰਕੜਾ ਦਿੱਤਾ ਗਿਆ ਕਰੋੜਾਂ ਦੇ ਵਿੱਚ, 1 ਕਰੋੜ 2 ਕਰੋੜ 5 ਕਰੋੜ 3 ਕਰੋੜ, ਪਰ ਉਹਦੇ ਨਾਲ ਜਿਹੜਾ ਲੋੜੀਂਦਾ ਡਾਟਾ ਹੈਗਾ ਉਹ ਨਹੀਂ ਹੈਗਾ ਕਿ ਕਿੱਥੇ ਕਿੱਥੇ ਕਿਹੜਾ ਪਰਿਵਾਰ ਕਿੰਨੀ ਜਗ੍ਹਾ ਦੇ ਉੱਤੇ ਕਿੰਨਾ ਹਾਲਾਤਾਂ ਦੇ ਵਿੱਚ ਰਹਿੰਦੇ ਨੇ, ਉਹ ਮਿਸਿੰਗ ਹੈ। ਜਿਹਦੇ ਕਰਕੇ ਸਾਨੂੰ ਵੀ ਲੱਗਦਾ ਕਿ ਬਹੁਤ ਵੱਡਾ ਅੰਤਰ ਹੈ। ਇਹਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜਿਹੜਾ ਕਿਤਾਬ ਦਾ ਡਾਟਾ ਹੈ ਤੇ ਜਿਹੜਾ ਸਰਕਾਰੀ ਡਾਟਾ ਹੈ, ਇਹਦੇ ਵਿੱਚ ਏਡਾ ਵੱਡਾ ਫਰਕ ਕਿਉਂ ਹੈ? ਮਨੀਸ਼ੀ, ਜਿਹੜਾ ਡਾਟਾ ਤੁਹਾਡੇ ਕੋਲ ਅਣਗੌਲੇ ਸਿੱਖ ਕਬੀਲਿਆਂ ਬਾਰੇ ਹੈਗਾ, ਇਹ ਰਿਪੋਰਟ ਅਸਲ 'ਚ ਗੋਪੀਨਾਥ ਮੁੰਡੇ ਨੇ, ਜਿਹੜਾ ਡਿਪਟੀ CM ਉਸ ਸਮੇਂ ਮਹਾਰਾਸ਼ਟਰ ਦਾ, ਉਹਨੇ ਅਟਲ ਬਿਹਾਰੀ ਵਾਜਪਾਈ ਨੂੰ ਇਹ ਰਿਪੋਰਟ ਦਿੱਤੀ ਸੀ। ਸਾਡੇ ਕੋਲ ਉਹ ਸਿੱਖ ਮੌਜੂਦ ਨੇ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰਾ ਡਾਟਾ ਪਬਲਿਕਲੀ ਅਨਾਉਂਸ ਕੀਤਾ ਗਿਆ ਸੀ। ਇਹ ਸਰਕਾਰਾਂ ਜਿਹੜੀਆਂ ਨੇ ਉਹ ਦਿਆਨਤਦਾਰ ਨਹੀਂ ਹਨ ਸਿੱਖਾਂ ਦੇ ਪ੍ਰਤੀ। ਅਜੇ ਤੱਕ ਵੀ ਮੈਂ ਇਹ ਦੇਖਿਆ ਜਾ ਕੇ ਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਕਾਸਟ ਦਾ, ਜਿੱਥੇ ਧਰਮ ਦਾ ਕਾਲਮ ਆਉਂਦਾ, ਉੱਥੇ ਸਿੱਖ ਕਬੀਲਿਆਂ ਨੂੰ ਬਤੌਰ ਹਿੰਦੂ ਹੀ ਲਿਖਿਆ ਜਾ ਰਿਹਾ, ਜਦ ਕਿ ਉਹ ਗੁਰੂ ਨਾਨਕ ਨਾਮ ਲੇਵਾ ਨੇ, ਗੁਰੂ ਨਾਨਕ ਨੂੰ ਮੰਨਣ ਵਾਲੇ ਨੇ। ਖਾਸ ਕਰਕੇ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਜਿਹੜੇ ਸਿੰਧੀ ਵੀਰ ਨੇ
ਉਹਨਾਂ ਨੂੰ ਤੇ ਇਹ ਹਰ ਹਾਲਤ ਵਿੱਚ ਜਿਹੜੇ ਨੇ ਕਦੀ ਵੀ ਸਿੱਖ ਲਿਖਦੇ ਹੀ ਨਹੀਂ ਹੈ, ਜਦ ਕਿ ਉਹ ਹਿੰਦੂਆਂ ਵਾਲਾ ਕੋਈ ਰੀਤੀ ਰਿਵਾਜ ਨਹੀਂ ਕਰਦੇ, ਉਹ ਸਿਰਫ ਔਰ ਸਿਰਫ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ। ਇਦਾਂ ਹੀ ਬਣਜਾਰੇ ਪਰਿਵਾਰਾਂ ਦੀ ਮੈਂ ਤੁਹਾਨੂੰ ਗੱਲ ਦੱਸ ਦਵਾਂ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਦਲੀਪ ਸਿੰਘ ਜੀ ਵੀ ਮੱਧ ਪ੍ਰਦੇਸ਼ ਤੋਂ ਨੇ। ਸਾਡੇ ਕੋਲ 60 ਲੱਖ ਤੋਂ ਜ਼ਿਆਦਾ ਬਣਜਾਰੇ ਕੱਲੇ ਮੱਧ ਪ੍ਰਦੇਸ਼ ਦੇ ਅੰਦਰ ਨੇ। ਇਹ ਜਿਹੜਾ ਡਾਟਾ ਤੁਸੀਂ ਕਿਤਾਬ ਵਿੱਚ ਪੜ੍ਹਿਆ, ਅਸਲ ਦੇ ਵਿੱਚ ਇਹ ਵੀ ਘੱਟ ਆ। ਜਿਹੜੀ ਸਿੱਖਾਂ ਦੀ ਗਿਣਤੀ ਅਗਰ 2 ਕਰੋੜ ਪੰਜਾਬ ਦੇ ਅੰਦਰ ਹੈ ਤੇ 12 ਕਰੋੜ ਤੋਂ ਜ਼ਿਆਦਾ ਪੰਜਾਬ ਤੋਂ ਬਾਹਰ ਹੈ। ਕੱਲੇ ਇੰਡੀਆ ਦੇ ਅੰਦਰ ਸਿੱਖਾਂ ਦੀ ਗਿਣਤੀ ਜਿਹੜੀ, ਇਹ ਅੰਕੜੇ ਮੇਰੇ ਨਹੀਂ ਹਨ, ਇਹ ਗੋਪੀਨਾਥ ਮੁੰਡੇ ਨੇ ਜਿਹੜੇ ਬਹੁਤ ਸਾਲ ਪਹਿਲਾਂ ਅਟਲ ਬਿਹਾਰੀ ਵਾਜਪੇਈ ਨੂੰ ਸੌਂਪੇ ਸੀ, ਉਹਦੇ ਮੁਤਾਬਕ ਹੈ। ਅਸੀਂ ਜਦੋਂ ਵਿਚਰੇ ਆ, ਅਸੀਂ ਹੁਣ ਵੀ ਮਾਰਚ ਦੇ ਵਿੱਚ ਵੀ ਸਮਾਗਮ ਕੀਤਾ, ਗਿਆਨੀ ਦਲੀਪ ਸਿੰਘ ਮੇਰੇ ਨਾਲ ਸੀ। ਸ਼ਾਲਪੀ ਦੇ ਵਿੱਚ ਖੰਡਵਾ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਸਮਾਗਮ ਕੀਤਾ, ਸਾਡੇ ਕੋਲ ਜਿਹੜੇ ਸਿੱਖ ਇਕੱਤਰ ਹੋਏ ਆ ਉਹ 48 ਪਿੰਡਾਂ ਦੇ ਆਏ ਸੀ। ਅਜੇ ਬਹੁਤ ਸਾਰੀਆਂ ਜਗ੍ਹਾ ਤੇ ਇਹੋ ਜਿਹੀਆਂ ਵੀ ਹੈਗੀਆਂ ਨੇ ਜਿੱਥੇ ਤੱਕ ਅਸੀਂ ਪਹੁੰਚ ਹੀ ਨਹੀਂ ਪਾਏ। ਇਹ ਤੇ ਦੂਰ ਦੀ ਗੱਲ ਹੈ। ਸਗੋਂ ਜਿਹੜੀ ਮੇਰੀ ਫਿਕਰਮੰਦੀ ਹੈ, ਬਹੁਤ ਸਾਰੇ ਵਣਜਾਰੇ ਵੀਰ ਜਿਹੜੇ ਕਰਨਾਟਕਾ ਦੇ ਅੰਦਰ ਰਹਿੰਦੇ ਨੇ, ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਧਰਮ ਪਰਿਵਰਤਨ ਵੀ ਉਹਨਾਂ ਨੂੰ ਲਾਲਚ ਦੇ ਦੇ ਕੇ ਕਰਵਾਇਆ ਜਾ ਰਿਹਾ। ਮੈਂ ਇੱਥੇ ਤੁਹਾਡੇ ਚਰਨਾਂ 'ਚ ਸਾਰਿਆਂ ਦੇ ਬੇਨਤੀ ਕਰੂੰਗਾ, ਜਿੰਨੇ ਸਰੋਤੇ ਵੀ ਨੇ, ਕਿ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਔਰ ਬਣਜਾਰੇ ਵੀਰਾਂ ਦਾ ਤੇ ਸਿਕਲੀਗਰ ਵੀਰਾਂ ਦਾ ਕੁਰਬਾਨੀਆਂ ਵੀ ਬਹੁਤ ਜ਼ਿਆਦਾ ਨੇ। ਇਹ ਸ਼ਹੀਦ ਵੀ ਬੜੇ ਹੋਏ ਨੇ, ਚਾਹੇ ਉਹਨਾਂ ਨੂੰ ਨਹੀਂ ਪਤਾ, ਲੇਕਿਨ ਇਤਿਹਾਸ ਦੇ ਪੰਨਿਆਂ ਉੱਤੇ ਇਹ ਉਕਰਿਆ ਹੋਇਆ ਕਿ ਅੱਜ ਸਿਕਲੀਗਰ, ਬਣਜਾਰੇ, ਕਬੀਰ ਪੰਥੀ ਤੇ ਸਿੰਧੀ ਸਾਨੂੰ ਆਵਾਜ਼ਾਂ ਮਾਰਦੇ ਨੇ ਕਿ ਅਸੀਂ ਵੀ ਤੁਹਾਡੇ ਨਾਲ ਦੇ ਹੀ ਹਾਂ, ਅਸੀਂ ਵੀ ਤੇ ਗੁਰੂ ਨਾਨਕ ਦਾ ਨਾਮ ਲੈਂਦੇ ਹਾਂ, ਅਸੀਂ ਵੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮੰਨਦੇ ਹਾਂ। ਆਓ ਸਾਨੂੰ ਆਪਣੇ ਗਲ ਨਾਲ ਡਾਓ। ਪੰਜਾਬ ਦੀ ਸਿਆਸਤ ਤੋਂ, ਪੰਜਾਬ ਦੀ ਲੀਡਰਸ਼ਿਪ ਜੇ ਬਾਹਰ ਨਿਕਲੇ ਤਾਂ ਹੀ ਤੇ ਇਹਨਾਂ ਦੀ ਗੱਲ ਕਰੇ। ਮੈਨੂੰ ਤੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ SGPC ਨੂੰ, ਹੋਰ ਸੰਸਥਾਵਾਂ ਨੂੰ ਅਪਰੋਚ ਵੀ ਕਰਦੇ ਹਾਂ, ਉਹਨਾਂ ਦੇ ਸਾਹਮਣੇ ਅੰਕੜੇ ਵੀ ਰੱਖਦੇ ਹਾਂ, ਉਹਨਾਂ ਨੂੰ ਜਿਹੜੇ ਨਾਇਕ ਨੇ ਉਹਨਾਂ ਦੇ ਟੈਲੀਫੋਨ ਨੰਬਰ ਵੀ ਦਿੰਨੇ ਆ। ਜਦੋਂ ਇਹਨਾਂ ਤੇ ਸਮੱਸਿਆ ਆਉਂਦੀ ਹੈ, ਅਸੀਂ, ਮੇਰੇ ਨਾਲ ਗਿਆਨੀ ਦਲੀਪ ਸਿੰਘ ਜੀ ਨੇ, ਮੱਧ ਪ੍ਰਦੇਸ਼ ਦੀ ਪੁਲਿਸ ਦੇ ਨਾਲ ਦਾਸ ਨੇ ਇੰਨੀ ਜ਼ਿਆਦਾ ਲੜਾਈ ਕੀਤੀ ਹੈ, ਇੰਨਾ ਜ਼ਿਆਦਾ ਅਸੀਂ ਸੰਘਰਸ਼ ਲੜਿਆ ਕਿ ਸਿੱਖ ਸਿਕਲੀਗਰ ਪਿੰਡਾਂ ਦੇ ਪਿੰਡਾਂ ਤੇ ਨਜਾਇਜ਼ ਕੇਸ ਬਣਾ ਦਿੱਤੇ ਜਾਂਦੇ ਨੇ, ਬਣਜਾਰਿਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਤੇ ਉੱਥੇ ਅਸੀਂ ਜਦੋਂ ਇਹਨਾਂ ਸਿਰਮੌਰ ਸੰਸਥਾਵਾਂ ਤੋਂ ਮਦਦ ਮੰਗਦੇ ਆ, ਇਹ ਸਾਡਾ ਫੋਨ ਹੀ ਨਹੀਂ ਅਟੈਂਡ ਕਰਦੇ। ਇਸ ਲਈ ਮਨੀਸ਼ ਜੀ, ਜਿਹੜਾ ਅੰਕੜਾ ਤੁਹਾਡੇ ਕੋਲ ਆ, ਇਹਦੇ ਵਿੱਚ ਵੱਧ ਤੇ ਸਕਦਾ ਪਰ ਘਟ ਨਹੀਂ ਸਕਦਾ। ਇਹ ਅੰਕੜਾ ਇਸ ਤੋਂ ਹੋਰ ਜ਼ਿਆਦਾ ਹੋ ਸਕਦਾ, ਪਰ ਇਸ ਅੰਕੜੇ ਨੂੰ ਜਿਹੜੀ ਠੀਕ ਗਿਣਤੀ ਹੈ, ਕਿਸੇ ਵੀ ਸੰਸਥਾ ਨੇ ਸੂਬੇ ਵਾਈਜ਼ ਜਾ ਕੇ ਇਹਦੀ ਗਿਣਤੀ ਨਹੀਂ ਕੀਤੀ। ਇਹ ਤੇ ਸਰਕਾਰੀ ਗਿਣਤੀ ਹੈ ਜਿਹੜੀ ਗੋਪੀਨਾਥ ਮੁੰਡੇ ਨੇ 10-12 ਸਾਲ ਪਹਿਲਾਂ, ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ, ਕੀਤੀ ਸੀ। ਉਸ ਗਿਣਤੀ ਤੇ ਆਧਾਰਿਤ ਇਹਦੇ ਅੰਦਰ ਲਿਖਿਆ ਗਿਆ। ਅਸਲੀ ਗਿਣਤੀ ਇਹ ਤੋਂ ਬਹੁਤ ਜ਼ਿਆਦਾ। ਇਹ ਕਿੱਥੇ ਮੈਂ ਹੋਰ ਜੋੜ ਦੇਣਾ ਚਾਹਾਂ, ਇਹ ਤੇ ਇੰਡੀਆ ਦੀ ਗਿਣਤੀ ਹੈ। ਸੁਡਾਨ ਦੇ ਅੰਦਰ, ਮੈਂ ਸੋਹਣ ਸਿੰਘ ਜੀ, ਇਸ ਦੇ ਉੱਤੇ ਸੋਹਣ ਸਿੰਘ ਜੀ, ਇਹਦੇ ਉੱਤੇ ਆਪਾਂ ਨਾ ਡਿਟੇਲ ਦੇ ਵਿੱਚ ਜਿਹੜੀ ਗੱਲਬਾਤ ਕਰਦੇ ਹਾਂ। ਤੁਸੀਂ ਮੱਧ ਪ੍ਰਦੇਸ਼ ਦਾ ਜਿਹੜਾ ਅੰਕੜਾ ਮੇਰੇ ਨਾਲ ਸਾਂਝਾ ਕੀਤਾ ਹੈ, ਉਹਦੇ ਵਿੱਚ ਜਿਹੜੀ ਗਿਣਤੀ ਸੀ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਗਿਣਤੀ ਆਈ ਹੈ, ਉਹਦੇ ਮੁਤਾਬਿਕ ਉਸ ਵੇਲੇ 2011 ਦੇ ਵਿੱਚ ਗਿਣਤੀ ਜਿਹੜੀ ਸੀ 1,51,412 ਸੀ ਜੀ। ਇਹਦੇ ਵਿੱਚ ਉਹ ਵੀ ਇੱਕ ਡਿਜਿਟ ਬਣੀ ਹੈ, ਇੱਕ ਅੰਕੜਾ ਉਹ ਵੀ ਹੈਗਾ, ਜਿਨ੍ਹਾਂ ਨੇ ਆਪਣਾ ਕੋਈ ਵੀ ਧਰਮ ਜਿਹੜਾ ਉਹ ਨਹੀਂ ਲਿਖਵਾਇਆ। ਉਹਨਾਂ ਦੀ ਗਿਣਤੀ ਹੈਗੀ ਸੀ 97,625। ਆਪਾਂ ਸਾਰੇ ਲਾ ਲੈਂਦੇ ਆ ਕਿ ਠੀਕ ਹੈ, ਉਹਨਾਂ ਨੂੰ ਸਿੱਖ ਨਹੀਂ ਗਿਣਿਆ ਗਿਆ, ਪਰ ਫਿਰ ਵੀ ਜਿਹੜੀ ਜਿਸ ਤਰੀਕੇ ਨਾਲ ਤੁਸੀਂ 60 ਲੱਖ ਦੀ ਗਿਣਤੀ ਦੱਸਦੇ ਪਏ ਹੋ, ਉਹ ਗਿਣਤੀ ਵੀ ਜਿਹੜੀ ਅਜੇ ਤੱਕ ਮੈਚ ਨਹੀਂ ਕਰਦੀ। ਉਹ ਤਕਰੀਬਨ ਕੁੱਲ ਮਿਲਾ ਕੇ 2.5 ਲੱਖ ਨੂੰ ਵੀ ਜਿਹੜੀ ਉਹ ਨਹੀਂ ਅੱਪੜਦੀ। ਮੇਰੇ ਨਾਲ ਇੱਥੇ ਇਸ ਵੇਲੇ ਸਰਦਾਰ ਦਲੀਪ ਸਿੰਘ ਵਣਜਾਰਾ ਜੀ ਹੈਗੇ ਨੇ, ਮੈਂ ਉਹਨਾਂ ਨਾਲ ਗੱਲ ਕਰਦਾ। ਦਲੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲੀਪ ਸਿੰਘ ਜੀ, ਜਿਸ ਤਰ੍ਹਾਂ ਦੱਸਿਆ ਗਿਆ ਕਿ ਤੁਸੀਂ ਮੱਧ ਪ੍ਰਦੇਸ਼ ਤੋਂ ਹੋ, ਤੁਸੀਂ ਵਣਜਾਰਾ ਭਾਈਚਾਰੇ ਦੇ ਨਾਲ ਜਿਹੜਾ ਸੰਬੰਧ ਰੱਖਦੇ ਹੋ, ਅਤੇ ਵਣਜਾਰਾ ਭਾਈਚਾਰਾ ਜਿਹੜਾ ਹੈ ਉਹ ਸਿੱਖਾਂ ਦਾ ਨਿਖੜਵਾਂ ਅੰਗ ਹੈਗਾ। ਪਰ ਮੈਂ ਜ਼ਰੂਰ ਤੁਹਾਡੇ ਕੋਲ ਇੱਥੇ ਪੁੱਛਣਾ ਚਾਹਾਂਗਾ ਕਿ ਜਿਹੜਾ ਹੁਣ ਅੰਕੜਿਆਂ ਨੂੰ ਲੈ ਕੇ ਜਿਹੜਾ ਇੱਕ ਇਹ ਘਪਲਾ ਚੱਲ ਰਿਹਾ ਹੈ, ਕਿਤੇ ਨਾ ਕਿਤੇ ਤਾਂ ਘਪਲਾ ਹੈ, ਜਾਂ ਤੇ ਇਹ ਕਿਤਾਬ ਵਾਲੇ ਪਾਸੇ ਹੈ ਜਾਂ ਸਰਕਾਰੀ ਅੰਕੜਿਆਂ ਦੇ ਵਿੱਚ ਕਿਤੇ ਨਾ ਕਿਤੇ ਘਪਲਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅਸਲ ਦੇ ਵਿੱਚ ਇਸ ਪੁਆੜੇ ਦੀ ਜੜ ਕਿੱਥੇ ਹੈ? ਵੀਰ ਜੀ, ਇਹ ਸਰਵੇ ਦੇ ਦੌਰਾਨ ਤੇ ਜਿਹੜੀ ਜਾਣਕਾਰੀ ਸਹੀ ਨਹੀਂ ਦਿੱਤੀ ਗਈ ਹੈਗੀ। ਜਦੋਂ ਪੁੱਛਦੇ ਨੇ ਉਹਨਾਂ ਨੂੰ ਬਈ ਤੁਸੀਂ ਕਿਸ ਧਰਮ ਦੇ ਨਾਲ ਤਾਲੁਕ ਹੈਗੇ, ਉਹ ਹਿੰਦੂ ਲਿਖਵਾਉਂਦੇ ਨੇ।
ਮੈਂ ਹੁਣ ਸਿਕਲੀਗਰ ਦੇ ਅੰਦਰ ਇਸ ਟਾਈਮ ਸੇਵਾ ਕਰ ਰਿਹਾ ਪ੍ਰਚਾਰਕ ਦੇ। ਅੱਜ ਵੀ ਸਿਕਲੀਗਰ ਜਿਹੜੀ ਆਪਣੀ ਕੌਰ ਦੀ ਥਾਂ ਬਾਈ ਲਿਖਾਉਂਦੇ ਪਏ ਹੈਗੇ ਅੱਜ ਵੀ ਉਹ, ਔਰ ਆਪਣੇ ਜਿਹੜਾ ਸਰਨੇਮ ਹੈਗਾ ਉਹ ਵੀ ਵੱਖਰਾ ਲਿਖਵਾਉਂਦੇ ਨੇ, ਕਿਉਂਕਿ ਅੱਜ ਵੀ ਹਿੰਦੂ ਸਿਕਲੀਗਰ ਲਿਖਾਉਂਦੇ ਅੱਜ ਵੀ ਕਈ ਥਾਵਾਂ ਤੇ ਦੇਖਿਆ, ਕਿਉਂਕਿ ਹੁਣ ਪਹਿਲੇ ਪ੍ਰਚਾਰ ਨਹੀਂ ਹੋਇਆ, ਹੁਣ ਪ੍ਰਚਾਰ ਹੋਇਆ ਤੁਸੀਂ ਸਿੱਖ ਲਿਖਾਣੇ ਹੈਗੇ। ਵਣਜਾਰੇ ਵਿੱਚ ਵੀ ਬਹੁਤ ਸਾਰੇ ऐसे ਵਣਜਾਰੇ ਹੈਗੇ ਜੋ ਬਹੁਤ ਸਾਰੇ ਕਬੀਲੇ ਹੈਗੇ, ਖਾਲੀ ਵਣਜਾਰੇ ਨਹੀਂ, ਵਣਜਾਰੇ ਤੋਂ ਬਹੁਤ ਸਾਰੇ ਕਬੀਲੇ ਹੈ ਜਿਹੜੇ ਆਪਣੇ ਗਰਾਸ਼ੀਆ ਵਣਜਾਰਾ ਹੈਗੇ, लदड़ी बंजारा हैगे, बहुत सारे हैगे जो सही तरीके से जानकारी वो नहीं दे पा रहे हैगे कि ਅਸੀਂ ਕੀ ਲਿਖਾਣਾ ਚਾਹੁੰਦੇ। ਕਈ ਵਣਜਾਰੇ ਲਿਖਾਉਂਦੇ, ਕਈ ਰਾਠੌੜ ਲਿਖਾ ਦਿੰਦੇ ਨੇ, ਕਈ ਚੌਹਾਨ ਲਿਖਾ ਦਿੰਦੇ ਨੇ। ਰੇਲੀ ਬੰਜਾਰਾ ਲਿਖਾ ਜਾਏ ਤੇ ਬੰਜਾਰੇ ਦੀ ਗਿਣਤੀ ਵੱਖਰੀ ਹੁੰਦੀ ਹੈ, ਕਿਉਂਕਿ ਸਰਵੇ ਦੇ ਟਾਈਮ ਤੇ ਸਹੀ ਜਾਣਕਾਰੀ ਨਾ ਦੇਣ ਤੇ ਵਜ੍ਹਾ ਤੇ ਇਹ ਆંકੜੇ ਸਾਹਮਣੇ ਨਹੀਂ ਆਉਂਦੇ ਪਏ ਹੈਗੇ। ਇਸ ਕਰਕੇ ਵੀਰ ਜੀ ਮੈਂ ਜ਼ਰੂਰ ਇੱਥੇ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਨਵਰੀ 2020 ਦੀ ਆਪਾਂ ਅਗਰ ਗੱਲ ਕਰੀਏ ਤਾਂ ਉਦੋਂ ਵੀ ਮੱਧ ਪ੍ਰਦੇਸ਼ ਦੇ ਵਿੱਚ ਸਿਕਲੀਗਰ ਭਾਈਚਾਰੇ ਨੂੰ ਕਾਫੀ ਚੁਣੌਤੀਆਂ ਆਈਆਂ ਸਨ। ਉਦੋਂ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਨ੍ਹਾਂ ਨੇ ਸਾਨੂੰ ਅਣਗੌਲਿਆਂ ਕੀਤਾ ਹੈ, ਉਹ ਲੋਕਾਂ ਨੇ ਟਵੀਟਾਂ ਦੇ ਹੜ ਲਿਆਤਾ ਸੀ, ਉਹਨਾਂ ਨੇ ਮੀਡੀਆ ਦੇ ਵਿੱਚ ਪ੍ਰਚਾਰ ਵੀ ਬੜੇ ਕੀਤੇ ਸਨ ਕਿ ਜਿਹੜੇ ਲੋਕ ਇਸ ਘਟਨਾ ਦੇ ਨਾਲ ਜਿਨ੍ਹਾਂ ਨੂੰ ਘਰਾਂ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਦੇ ਘਰ ਤੋੜੇ ਗਏ ਨੇ, ਅਸੀਂ ਉਹਨਾਂ ਨੂੰ 50,000 ਰੁਪਏ ਦਾ ਮੁਆਵਜ਼ਾ ਵੀ ਦੇਵਾਂਗੇ, ਬਹੁਤ ਕੁਝ ਉਹਨਾਂ ਨੇ ਐਲਾਨ ਕੀਤਾ ਸੀ। ਉਹਨਾਂ ਨੇ ਆ ਕੇ ਤੁਹਾਡੀ ਉਸ ਸਹੀ ਮਾਇਨੇ 'ਚ ਮਦਦ ਵੀ ਕੀਤੀ ਹੈ ਉਹਨਾਂ ਇਲਾਕਿਆਂ ਦੇ ਵਿੱਚ, ਕਿਉਂਕਿ ਤੁਸੀਂ ਗੁਰਮਤਿ ਦਾ ਪ੍ਰਚਾਰ ਕਰਦੇ ਹੋ, ਤੁਹਾਨੂੰ ਜ਼ਰੂਰ ਉਸ ਇਲਾਕੇ ਦਾ ਪਤਾ ਹੋਊਗਾ। ਸੱਚ ਦੇ ਵਿੱਚ ਇਹ ਹਾਲਾਤਾਂ ਦੇ ਆ ਕੇ ਕਦੀ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਨੇ, ਤੁਹਾਨੂੰ ਪੁੱਛਦੇ ਨੇ? ਜੀ ਵੀਰ ਜੀ, ਉਸ ਟਾਈਮ ਤੇ 2016 ਤੇ ਜਿਹੜੇ ਹਾਲਾਤ ਹੈਗੇ ਦੇ ਸਿਕਲੀਗਰ ਦੇ ਕਾਫੀ ਇਸ ਤਰ੍ਹਾਂ ਕਾਫੀ ਬੱਤਰ ਹੈਗੇ ਸੀ, ਕਿਉਂਕਿ ਕੁਝ ਬੰਦੇ ਤਾਂ 70-75 ਬੰਦੇ ਜੇਲਾਂ ਦੇ ਅੰਦਰ ਹੈਗੇ ਸੀ ਉਸ ਟਾਈਮ ਤੇ, ਕੁਝ ਜੰਗਲਾਂ ਵਿੱਚ ਛੱਡ ਦਿੱਤੇ ਸੀ ਕਿਉਂਕਿ ਇਸ ਦੀ ਮੁਹਿੰਮ ਚੱਲੀ ਸੀ ਉਸ ਟਾਈਮ ਤੇ। ਉਸ ਪੀਰੀਅਡ ਤੇ ਕਾਫੀਆਂ ਫੋਨ ਆਏ ਬਾਹਰੋਂ ਵੀ, ਔਰ ਉਸ ਟਾਈਮ ਜਿਹੜੇ ਹਾਲਾਤ ਹੈਗੇ ਵੀਡੀਓ ਦੇ ਰਾਹੀਂ ਮੈंने ਕਾਫੀ ਸ਼ੇਅਰ ਕੀਤੇ ਸੀ ਜੇ ਲੋਕਾਂ ਨੇ ਟੀਵੀ ਚੈਨਲ ਚਲਾਏ ਸੀ ਜਿਹਦੇ ਹਾਲਾਤ ਮੌਜੂਦ, ਕਿਉਂਕਿ ਉਸ ਟਾਈਮ ਮੈਂ ਉਹਨਾਂ ਦੇ ਪਿੰਡਾਂ ਵਿੱਚ ਹੀ ਰਹਿੰਦਾ ਸੀ, ਉਹਨਾਂ ਦੇ ਕੋਲ ਹੀ ਜਾਂਦਾ ਸੀ। ਜਿਸ ਟਾਈਮ ਜਿੱਦਾਂ ਪੁਲਿਸ ਆਉਂਦੀ ਸੀ ਅਸੀਂ ਉੱਥੇ ਪਿੰਡ 'ਚ ਪਹੁੰਚ ਜਾਣਾ। ਤਾਂ ਉਸ ਟਾਈਮ ਤੇ ਗਿਆਨੀ ਸੋਹਣ ਸਿੰਘ ਖਾਲਸਾ ਜੀ ਆਏ। ਸਭ ਤੋਂ ਪਹਿਲਾਂ ਉਹਨਾਂ ਨੇ ਯਾਨੀ ਕਿ ਸਭ ਤੋਂ ਪਹਿਲਾਂ ਦਿੱਲੀ ਦੇ ਅੰਦਰ ਉਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ, ਉੱਥੇ ਜੰਤਰ ਮੰਤਰ ਦੇ ਬੈਠੇ ਉਹਨਾਂ ਨੇ ਜਿਹੜੇ ਸਿਕਲੀਗਰ ਦੇ ਜਿਹੜੇ ਹਾਲਾਤ ਹੈਗੇ ਜੋ ਜੇਲਾਂ ਦੇ ਅੰਦਰ ਹੈਗੇ ਸੀ ਕਾਫੀ। ਤਾਂ ਉਸ ਟਾਈਮ ਇਸ ਤਰ੍ਹਾਂ ਕੋਈ ਦਬਾਅ ਪਿਆ ਐਮਪੀ ਦੀ ਗਵਰਨਮੈਂਟ ਦੇ ਅੰਦਰ, ਫਿਰ ਉਹਦੀ ਮੁਹਿੰਮ ਰੋਕੀ ਗਈ, ਕਿਉਂਕਿ ਉਸ ਟਾਈਮ ਮੁਹਿੰਮ ਚਲਦੀ ਪਏਗੀ ਬਸ ਸਿਕਲੀਗਰ ਨੂੰ ਪੜੋ ਜੇਲਾਂ ਦੇ ਸੁੱਟੋ। ਇਹ ਕਾਫੀ ਚੱਲਦਾ ਪਿਆ ਸੀ ਉਸ ਟਾਈਮ ਤੇ, ਬਹੁਤ ਜ਼ਿਆਦਾ ਭਾਰੀ ਗਿਣਤੀ ਤੇ 70-75 ਬੰਦੇ ਜੇਲਾਂ ਦੇ ਅੰਦਰ ਹੈਗੇ ਸੀ। ਸਾਰੇ ਬੰਦੇ ਆਪਣੇ ਜੰਗਲਾਂ ਵਿੱਚ ਚਲੇ ਗਏ ਸੀ, ਜਿਹੜੇ ਘਰ ਨਹੀਂ ਰਹਿੰਦੇ ਕਿਉਂਕਿ ਪੁਲਿਸ ਫੜੀ ਜਾਂਦੀ ਸੀ। ਤਾਂ ਹੁਣ ਕਾਫੀ ਯਾਨੀ ਕਿ ਗੁਰੂ ਦੀ ਕਿਰਪਾ ਤੋਂ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ, ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹੁਣ ਕਾਫੀ ਸਿਕਲੀਗਰ ਦਾ ਸੁਧਾਰ ਕਾਫੀ ਬਹੁਤ ਵਧੀਆ ਆਇਆ ਇਸ ਟਾਈਮ ਤੇ। ਔਰ ਗਿਆਨੀ ਸੋਹਣ ਸਿੰਘ ਖਾਲਸਾ ਜੀ ਨੇ ਉਸ ਟਾਈਮ ਇਹਨਾਂ ਦੇ ਬੱਚਿਆਂ ਦੀ ਫੀਸ ਵੀ ਦਿੱਤੀ ਹੈਗੀ, ਹੁਣ ਵੀ ਦਿੰਦੇ ਪਏ ਹੈਗੇ, ਔਰ ਇਹਨਾਂ ਨੂੰ ਰੋਜ਼ਗਾਰ ਦਿੱਤੇ ਹੈਗੇ ਕਾਫੀ। ਇਹਨਾਂ ਨੂੰ ਪਾਣੀ ਦੇ ਟਿਊਬਵੈਲ, ਕੁਝ ਸੰਸਥਾएं ਹੈਗੀ ਇੰਗਲੈਂਡ ਦੀ, ਬ੍ਰਿਟਿਸ਼ ਦੀ ਕੌਂਸਲ, ਜਿਨ੍ਹਾਂ ਨੇ ਗੁਰਦੁਆਰੇ ਬਣਾ ਕੇ ਉਹਨਾਂ ਨੂੰ ਦਿੱਤੇ ਹੈਗੇ। ਤਾਂ ਕਾਫੀ ਇਸ ਟਾਈਮ ਤੇ ਕਾਫੀ ਸੁਧਾਰ ਹੈਗਾ ਸਿਕਲੀਗਰ ਦੇ, ਕਾਫੀ ਬੰਦੇ। ਬਾਕੀ ਜਿਹੜੇ ਵਣਜਾਰੇ ਸਿੰਘ ਹੈਗੇ ਸਿੱਖੀ ਕਕਾਰਾਂ ਦੀ, ਦਲੀਪ ਸਿੰਘ ਜੀ ਮੇਰਾ ਸਵਾਲ ਹੈਗਾ ਤੁਹਾਨੂੰ, ਜਿਹੜਾ ਸਿੱਖੀ ਕਕਾਰ ਤੁਸੀਂ ਧਾਰਨ ਕੀਤੇ ਨੇ, ਇਹ ਤੁਸੀਂ ਬਚਪਨ ਤੋਂ ਕੀਤੇ ਨੇ ਕਿ ਜਾਂ ਜਦੋਂ ਸਮਝ ਆਈ, ਜਦੋਂ ਤੁਸੀਂ ਆਪਣੇ ਆਪ ਨੂੰ ਸਮਝਿਆ ਕਿ ਹੋਸ਼-ਵਾਸ਼ ਦੇ ਵਿੱਚ 18 ਸਾਲ ਤੋਂ ਬਾਅਦ, ਉਦੋਂ ਜਾ ਕੇ ਤੁਸੀਂ ਇਹ ਧਾਰਨ ਕੀਤੇ ਨੇ? ਵੀਰ ਜੀ 2003 ਦੀ ਗੱਲ ਹੈਗੀ। ਉਸ ਟਾਈਮ ਸਾਨੂੰ ਅਸੀਂ ਅਰਦਾਸ ਕਰਦੇ ਸੀ ਪਿੰਡਾਂ ਵਿੱਚ, ਅਸੀਂ यानी बिल्कुल टूटी फुटी छोटी अरदास करते थे, बहुत छोटी, यानी कि पूरी अरदास नहीं कर पाते सी। बस गुरु साहब जी, गुरु नानक साहब जी दे नाम पता, सानू आगे दी कुछ भी नहीं पता सी मैनू। बस जदों सानू इत्थे कोई प्रचारक आया, उन्हें दस्सिया कि बई तुहाडा ये इतिहास है वणजारे दा, तुसीं कित्थे हैगे। फिर साडे अंदर साडे फादर से जी बोले यार सानू पता ही नहीं, सानू गुरु नानक साहब जी दे बारे पता, आगे कुछ पता ही नहीं है। 10 गुरु साहिबान भी हुए, होर भी बड़े महान सिख हुए ने, सानू पता ही नहीं सी। खाली लखी साहब वणजारा गुरु नानक साहब जी जानदे सी। पर जब सानू पता चलिया, फिर असी गुरमत ज्ञान मिशनरी कॉलेज लुधियाने गए, उत्थे कोर्स किया, नाल बच्चे भी लेके गए सी, 20 बच्चे करीब उस टाइम ते 2003 ते। गुरु की कृपा तो सरदार दिलेर सिंह जी भाई जी है जो बैठे है, उन्होंने भी उन्होंने बहुत सहयोग रहा उस टाइम ते। इन्हों के सहयोग के नाल असी कॉलेज तो पढ़ के हुण मध्य प्रदेश सिकलीगढ़ दी वणजारे परिवार दी रह गए। तो जिद्दां जिद्दां असी पिंडां विच प्रचार करन जांदे ने, जदों उन्होंने इतिहास के बारे दसदे ने, वो अपने आप सिक्खी वाल आंदे पे। आज मिशनरी कॉलेज, गुरमत ज्ञान मिशनरी कॉलेज 2003 ते 20 बच्चे गए सी,
ਹੁਣ ਤੱਕ 400-500 ਬੱਚੇ ਪੜ੍ਹ ਕੇ ਆ ਚੁੱਕੇ ਨੇ ਜੋ ਵੱਖ-ਵੱਖ ਥਾਂ ਤੇ ਆਪਣੀ ਸੇਵਾ ਨਿਭਾ ਰਹੇ ਹੈਗੇ, ਕਿਉਂਕਿ ਪ੍ਰਚਾਰ ਦੀ ਸਭ ਤੋਂ ਬੜੀ ਘਾਟ ਹੈਗੀ। ਅੱਜ ਵੀ ਮੱਧ ਪ੍ਰਦੇਸ਼ ਦੇ ਕਈ ਇਲਾਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਏ ਨੇ। ਅੱਜ ਵੀ ਕਈ ਥਾਵਾਂ ਤੇ ਗੁਟਕਾ ਨਿਤਨੇਮ ਤੇ ਗੁਟਕੇ ਦੇ ਨਾਲ ਲਾਵਾਂ ਫੇਰਾ ਕਰਦੇ ਅੱਜ ਵੀ ਐਸੇ ਇਲਾਕੇ ਹੈਗੇ ਮੱਧ ਪ੍ਰਦੇਸ਼ ਦੇ ਅੰਦਰ, ਕਿਉਂਕਿ ਸਾਰੇ ਜੋ ਆਊਟ ਏਰੀਆ ਤੇ ਹੈਗੇ, ਜਿਹੜੇ ਸ਼ਹਿਰਾਂ ਦੇ ਕਰੀਬ ਹੈਗੇ, ਉਹਨਾਂ ਉੱਥੇ ਚਲੋ ਗੁਰੂ ਗ੍ਰੰਥ ਸਾਹਿਬ ਜੀ ਲਾ ਕੇ ਲਾਵਾਂ ਫੇਰਾ ਕਰਦੇ ਨੇ, ਕਈ ਥਾਵਾਂ ਤੇ ਅੱਜ ਵੀ ਨਹੀਂ ਹੁੰਦੇ ਨੇ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਕੀ ਯੋਗਦਾਨ ਹੈ ਵਣਜਾਰੇ ਦਾ ਉਹ ਕੁਝ ਵੀ ਨਹੀਂ ਪਤਾ ਹੈਗਾ। ਕਾਫੀ ਇਲਾਕੇ ਤੇ ਅੱਜ ਵੀ ਅਧੂਰੇ ਪਏ ਹੈਗੇ, ਉੱਥੇ ਅੱਜ ਤੱਕ ਕੋਈ ਪ੍ਰਚਾਰਕ ਗਏ ਨਹੀਂ, ਨਾ ਕਿਸੇ ਕਮੇਟੀ ਤੇ ਕੋਈ ਪ੍ਰਚਾਰਕ ਗਏ ਹੈਗੇ। ਕਾਫੀ ਦੂਰ ਦੂਰ ਥਾਵਾਂ ਤੇ ਅੱਜ ਵੀ ਵਣਜਾਰੇ ਸਿੱਖ ਲੀਗ ਜਦੋਂ ਵੀ ਖੁਸ਼ੀ ਗਮੀ ਤੋਂ ਕੋਈ ਪ੍ਰੋਗਰਾਮ ਹੋਏ ਵਣਜਾਰੇ ਤੋਂ ਅਰਦਾਸ ਦੇ ਬਿਨਾਂ ਨਹੀਂ ਕਾਰਜ ਕਰਦੇ ਨੇ, ਅੱਜ ਵੀ ਉਹ ਕਰਦੇ ਨੇ, ਅੱਜ ਵੀ ਗੁਰੂ ਨਾਨਕ ਸਾਹਿਬ ਜੀ ਨਹੀਂ ਭੁੱਲੇ ਹੈਗੇ। ਬਿਲਕੁਲ, ਇਹ ਆਪਣੇ ਆਪ 'ਚ ਜਿਹੜਾ ਇਹ ਵੱਡਾ ਇੱਕ ਵਿਸ਼ਾ ਹੈਗਾ ਜਿਹਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਕਿ ਅਕਸਰ ਇਹਨਾਂ ਹਾਲਾਤਾਂ ਦੇ ਵਿੱਚ ਲਿਆਂਦਾ ਕਿਸ ਤਰ੍ਹਾਂ ਗਿਆ। 2007-8 ਦੇ ਵਿੱਚ ਅਗਰ ਗੱਲ ਕਰੀਏ ਤਾਂ ਬੰਦਾ ਆਪਣੀ ਹੋਸ਼ੋ ਆਵਾਸ਼ ਦੇ ਵਿੱਚ ਆਉਣ ਤੋਂ ਬਾਅਦ ਕਿਤੋਂ ਆਪਣੀ ਕੋਸ਼ਿਸ਼ ਸਦਕਾ 2-4 ਜਿਹੜੇ ਗੁਰਮਤਿ ਪ੍ਰਚਾਰ ਕਰਨ ਵਾਲੇ ਨੇ ਉਹਨਾਂ ਨੂੰ ਮਿਲਦਾ ਤੇ ਉਸ ਤੋਂ ਬਾਅਦ ਆਪਣੀ ਖੋਜ ਕਰਦਾ ਕਿ ਅਸੀਂ ਕੌਣ ਨਾ, ਕਿਹੜੇ ਅਸੀਂ ਦਰਖਤ ਤੋਂ ਟੁੱਟ ਕੇ ਕਿੱਧਰ ਨੂੰ ਗਏ ਹਾਂ, ਔਰ ਦੁਬਾਰਾ ਆਪਣੀ ਕੋਸ਼ਿਸ਼ ਕਰਦਾ ਕਿ ਅਸੀਂ ਦੁਬਾਰਾ ਜਾ ਕੇ ਜੁੜ ਜਾਈਏ। ਪਰ ਅਸਲ ਦੇ ਵਿੱਚ ਜੇ ਕੋਈ ਕੋਸ਼ਿਸ਼ ਨਾ ਕਰੇ ਤਾਂ ਉਹ ਤਾਂ ਆਪਣੇ ਆਪ ਨੂੰ ਕੁਛ ਵੀ ਲਿਖਵਾ ਸਕਦਾ ਹੈ, ਕਿਉਂਕਿ ਉਹ ਆਪਣੀ ਜੜ੍ਹਾਂ ਤੋਂ ਕੱਟਿਆ ਗਿਆ, ਆਪਣੇ ਆਪ ਨੂੰ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਅਸੀਂ ਕੌਣ ਹੈ। ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਅਸੀਂ ਜਿਹੜੇ ਆਪਣੇ ਰੀਤੀ ਰਿਵਾਜ ਨੇ ਉਹ ਕਿਹੜੀ ਅਰਦਾਸ ਦੇ ਵਿੱਚ ਕਰਨਾ, ਛੋਟੀ ਅਰਦਾਸ ਕਿਹੜੀ ਹੁੰਦੀ ਹੈ, ਇਹ ਆਪਣੇ ਆਪ 'ਚ ਇੱਕ ਵੱਡਾ ਕਹਿ ਸਕਦੇ ਕਿ ਉਹ ਚੀਜ਼ ਹੈ ਜਿਹਦੇ ਉੱਤੇ ਸਾਡੇ ਅੱਜ ਦੇ ਰਾਜਨੀਤਿਕ ਲੋਕਾਂ ਨੂੰ, ਅਤੇ ਖਾਸ ਤੌਰ ਤੇ ਉਹ ਰਾਜਨੀਤਿਕ ਲੋਕ ਜਿਹੜੇ ਧਰਮ ਦੇ ਨਾਮ ਦੇ ਉੱਤੇ ਰਾਜਨੀਤੀ ਕਰਦੇ ਨੇ, ਉਹਨਾਂ ਨੂੰ ਥੋੜ੍ਹੀ ਜਿਹੀ ਇੱਕ ਚੱਪਣੀ ਲੈਣੀ ਚਾਹੀਦੀ ਹੈ। ਚੱਪਣੀ ਦੇ ਵਿੱਚ ਪਾਣੀ ਹੋਵੇ ਤਾਂ ਫਿਰ ਤੁਹਾਨੂੰ ਭਲੀ ਭਾਂਤ ਪਤਾ ਹੀ ਕਿ ਕੀ ਕਰ ਲੈਣਾ ਚਾਹੀਦਾ। ਦਲੇਰ ਸਿੰਘ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਜਿਸ ਤਰੀਕੇ ਨਾਲ ਆਪਾਂ ਅਗਰ ਸੈਂਸਸ ਦੀ ਗੱਲ ਕਰਦੇ ਹਾਂ 2011 ਦੇ ਸੈਂਸਸ ਦੇ ਵਿੱਚ, ਫਿਰ ਸਹੀ ਮਾਇਨੇ 'ਚ ਉਹ ਜਿਹੜਾ ਡਾਟਾ ਸੀ ਉਹ ਤੇ ਠੀਕ ਹੈ, ਉਸੇ ਤਰੀਕੇ ਨਾਲ ਹੋਣਾ। ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅਸੀਂ ਕਿਹੜੀ ਝੜ ਦੇ ਨਾਲੋਂ ਟੁੱਟ ਕੇ ਕਿੱਧਰ ਨੂੰ ਆਏ ਹਾਂ, ਸਾਡਾ ਦਰਖਤ ਕੀ ਸੀ, ਸਾਡਾ ਧਰਮ ਕੀ ਸੀ, ਸਾਡਾ ਵਿਰਸਾ ਕਿਸ ਤਰੀਕੇ ਨਾਲ ਸੀ, ਸਾਨੂੰ ਗਾਈਡ ਕਰਨ ਵਾਲੇ ਜਿਹੜੇ ਲੋਕ ਨੇ ਉਹ ਰਾਜਨੀਤੀ ਦੇ ਖੂਹ ਦੇ ਵਿੱਚ ਜਾ ਕੇ ਸਿਰਫ ਆਪਣੀ ਹੀ ਡਪਲੀ ਵਜਾਉਣ ਲੱਗ ਪਏ। ਉਹਨਾਂ ਨੇ ਸਿਰਫ ਆਪਣਾ ਹੀ ਧਿਆਨ ਦਿੱਤਾ ਕਿ ਸਾਡੀ ਰਾਜਨੀਤੀ ਕਿਸ ਤਰੀਕੇ ਨਾਲ ਬਚੇ, ਇਹਨਾਂ ਵੱਲ ਤਾਂ ਕਿਸੇ ਨੇ ਵੇਖਿਆ ਹੀ ਨਹੀਂ। ਵੀਰ ਜੀ, ਉਹੀ ਤਾਂ ਗੱਲ ਮੈਂ ਤੁਹਾਨੂੰ ਵਾਰ-ਵਾਰ ਇੱਕੋ ਗੱਲ ਕਹਿੰਦਾ ਹੈਗਾ, ਜਦੋਂ ਕੋਈ ਵੀ ਹੈਗਾ ਜਿਹੜਾ ਕੋਈ ਗਰੀਬ ਗੁਰਬਾ ਹੁੰਦਾ ਹੈ ਨਾ, ਜਦੋਂ ਉਹਨੂੰ ਦਬਾਇਆ ਜਾਂਦਾ ਹੈਗਾ, ਸਰਕਾਰਾਂ ਉਹਨਾਂ ਨੂੰ ਦਬਾਉਂਦੀਆਂ ਨੇ, ਜਿਹੜੀ ਘੱਟ ਗਿਣਤੀ ਹੁੰਦੀ ਉਹਨੂੰ ਦਬਾਇਆ ਜਾਂਦਾ ਹੈ। ਦਬਾ ਕੇ ਕੁਝ ਜਿਹੜੇ ਏਰੀਏ ਨੇ, ਹੁਣ ਮੰਨ ਲਓ ਇੱਕ ਪਿੰਡ ਦੇ ਵਿੱਚ 10-20 ਘਰ ਹੈਗੇ ਨੇ, ਉਹਨਾਂ ਨੂੰ ਆਪਣੇ ਗੁਲਾਮ ਕਰਕੇ ਰੱਖਣਾ, ਉਹਨਾਂ ਨੂੰ ਦਬਾਉਣਾ, ਤੇ ਫਿਰ ਉਹ ਅਖੀਰ ਨੂੰ ਉਹਨਾਂ ਨੇ ਆਪਣੇ ਆਪ ਹੀ ਬਦਲ ਕੇ ਜੋ ਉਹਨਾਂ ਨੇ ਕਹਿਣਾ ਉਹੀ ਉਹਨਾਂ ਲਿਖਾ ਦੇਣਾ। ਸਰਪੰਚ ਪੰਚ ਜਿਹੜੇ ਵੀ ਹੈਗੇ ਨੇ ਸਾਰਾ ਕੁਝ ਲਿਖਾ ਦੇਣਾ। ਜੇਕਰ ਅਸੀਂ ਕੇਅਰ ਨਹੀਂ ਕਰਨੀ ਸਾਡੇ ਨਾਲ ਇਵੇਂ ਹੋਣਾ। ਸਾਨੂੰ ਮਾਰ ਕਾਹਤੋਂ ਪੈ ਰਹੀ ਸਿੱਖ ਇਤਿਹਾਸ ਦੇ ਵਿੱਚ? ਸਿੱਖਾਂ ਨੂੰ ਮਾਰ ਕਿਹੜੀ ਗੱਲ ਪੈ ਰਹੀ? ਅਸੀਂ ਲੜਾਈਆਂ ਲੜਨ ਨੂੰ ਤੇ ਤਗੜੇ ਆ, ਲੇਕਿਨ ਉਹਨਾਂ ਨੂੰ ਗਲੇ ਨਾਲ ਲਾ ਕੇ ਰਾਜੀ ਨਹੀਂ। ਲੇਕਿਨ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਰਾ ਕੁਝ ਹੀ ਦਬਾ ਕੇ ਸਾਰਾ ਕੁਝ ਚੇਂਜ ਕੀਤਾ ਜਾਂਦਾ, ਸਭ ਕੁਝ ਹੋ ਰਿਹਾ ਔਰ ਵੱਡੇ ਪੱਧਰ ਤੇ ਹੋ ਰਿਹਾ। ਤੇ ਜੇਕਰ ਅਸੀਂ ਅੱਜ ਤੱਕ ਵੀ ਨਾ ਸੁਲਝੇ ਜਾਂ ਅੱਜ ਤੱਕ ਵੀ ਨਾ ਹੀ ਸੋਚਿਆ ਉਹਨਾਂ ਬਾਰੇ, ਤਾਂ ਅਸੀਂ ਬਹੁਤ ਵੱਡੀ ਸਾਨੂੰ ਮਾਰ ਪਵੇਗੀ। ਤਾਂ ਮੈਂ ਆਸ ਕਰਦਾ ਵੀ ਅਸੀਂ ਸਾਰੇ ਫਿਰ ਭੁੱਲ ਕੇ, ਯਾਨੀ ਕਿ ਜਿਹੜੇ ਭੁੱਲੇ ਆ ਰਸਤੇ ਤੋਂ ਸਿੱਧੇ ਹੋਈਏ ਤੇ ਜਾ ਕੇ ਉਹਨਾਂ ਨੂੰ ਆਪਣੇ ਗਲੇ ਨਾਲ ਲਾਈਏ। ਤਾਂ ਮੈਨੂੰ ਇਸ ਤੋਂ ਉੱਪਰ ਮੈਂ ਹੁਣੀ ਨਾ YouTube ਦੇ ਉੱਤੇ ਦੇਖ ਰਿਹਾ ਸੀਗਾ, ਇੱਕ ਮੁਰਗੇ ਨੂੰ ਕੋਈ ਪੁੱਛਦਾ ਵੀ ਤੂੰ ਦੱਸ ਤੈਨੂੰ ਵੱਢਿਆ ਕਿਉਂ ਜਾਂਦਾ? ਉਹ ਕਹਿੰਦਾ ਮੈਨੂੰ ਤਾਂ ਵੱਢਿਆ ਜਾਂਦਾ, ਮੈਂ ਸਵੇਰੇ ਉੱਠ ਕੇ ਬਾਗ ਦੇ ਨਾ ਸੱਚ ਕਹਿਣਾ, ਉੱਠੋ ਜਾਗੋ। ਜੇ ਕਿ ਜਿਹੜਾ ਵੀ ਸੱਚ ਕਹੇਗਾ ਉਹ ਵੱਢਿਆ ਜਾਏਗਾ। ਉਹੀ ਗੱਲ ਹੋ ਰਹੀ ਹੈ, ਰਾਜਨੀਤੀ ਹੋ ਰਹੀ ਹੈ। ਜਿਹੜਾ ਕੋਈ ਸੱਚ ਬੋਲਦਾ ਉਹਨੂੰ ਦਬਾਇਆ ਜਾਂਦਾ, ਵੀ ਤੂੰ ਦਬਿਆ ਰਹਿ, ਤੂੰ ਕੁਛ ਨਹੀਂ ਹੁੰਦਾ, ਤੂੰ ਜ਼ਿਆਦਾ ਕਿੱਥੋਂ ਆ ਗਿਆ ਸਿਆਣਾ। ਅੱਜ ਤੱਕ ਤੇ ਕਿਸੇ ਨੇ ਗੱਲ ਕੀਤੀ ਨਹੀਂ। ਜੇ ਗੱਲ ਕਰਨੀ ਹੈ ਉਹ ਕੌੜੀ ਵੀ ਲੱਗਣੀ ਹੈ। ਇਹ ਜਿਹੜੇ ਰਾਜਨੀਤਿਕ ਬੰਦੇ ਨੇ ਉਹਨਾਂ ਤੇ ਜਾ ਕੇ ਟੁਕਣੀ ਹੈ, ਕਿਉਂਕਿ ਉਹਨਾਂ ਨੇ ਅੱਜ ਤੱਕ ਇਹ ਕੀਤਾ ਨਹੀਂ। ਇਸ ਚੀਜ਼ ਉੱਤੇ ਪਰਦਾ ਪਾਈ ਰੱਖਿਆ, ਸ਼੍ਰੋਮਣੀ ਕਮੇਟੀ ਨੇ ਪਰਦਾ ਪਾਈ ਰੱਖਿਆ, ਉਹ ਸਾਹਮਣੇ ਨਹੀਂ ਲੈ ਕੇ ਆਏ ਇਹ ਡਾਟਾ। ਉਹਨਾਂ ਨੂੰ ਲਿਆਉਣਾ ਚਾਹੀਦਾ, ਉਹਨਾਂ ਨੂੰ ਆਪਣੇ ਬੰਦਿਆਂ ਦੇ ਨਾਲ ਭੇਜ ਕੇ ਉਹਨਾਂ ਦੀ ਮਰਦਮਸ਼ੁਮਾਰੀ ਕਰਾਉਣੀ ਚਾਹੀਦੀ ਹੈ, ਘਰ ਘਰ ਜਾ ਕੇ ਪੁੱਛਣਾ ਚਾਹੀਦਾ, ਫਿਰ ਅਸਲੀ ਪਤਾ ਲੱਗਣਾ ਵੀ ਕੀ ਹੈ। ਜੀ, ਇੱਕ ਜਿਹੜੀ ਕਿਤਾਬ ਹੈਗੀ ਇਹਦੇ 'ਚ ਡਾਟਾ ਜਿਸ ਤਰੀਕੇ ਨਾਲ ਦਿੱਤਾ ਗਿਆ, ਇਹਦੇ 'ਚ ਇੱਕ ਸ਼ਬਦ ਵਰਤਿਆ ਗਿਆ ਸਥਾਨਕ ਪੰਜਾਬ, ਕਸ਼ਮੀਰ, ਹਰਿਆਣਾ, ਦਿੱਲੀ ਤੇ ਉਹਦੇ ਨਾਲ ਦੇ ਇਲਾਕੇ ਜਿਹੜੇ ਨੇ ਉਹਨਾਂ ਵਾਸਤੇ ਵਰਤਿਆ ਗਿਆ।
ਸਿਕਲੀਗਰ ਜਿਹੜੇ ਨੇ, ਮੈਂ ਜ਼ਰੂਰ ਆਪਣੇ ਵਿਊਅਰਸ ਵਾਸਤੇ ਤੁਹਾਨੂੰ ਇੱਕ ਬੇਨਤੀ ਕਰਾਂਗਾ, ਜ਼ਰੂਰ ਇਹਦੇ 'ਚ ਮਾੜਾ ਜਿਹਾ ਸੰਖੇਪ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਨਾ ਕਿ ਸਿਕਲੀਗਰ ਜਿਹੜੇ ਨੇ ਆਪਾਂ ਉਹਨਾਂ ਨੂੰ ਕਿਹੜੀ ਕੈਟਾਗਰੀ ਦੇ ਵਿੱਚ ਰੱਖਦੇ ਆ ਤੇ ਵਣਜਾਰਿਆਂ ਨੂੰ ਕਿਹੜੀ ਕੈਟਾਗਰੀ ਦੇ ਵਿੱਚ ਰੱਖਦੇ ਆ? ਇਹ ਸਵਾਲ, ਹਾਂਜੀ ਜਵਾਬ ਦਿਓ ਤੁਸੀਂ। ਇਹ ਸਵਾਲ ਮੇਰੇ ਲਈ ਆ ਮਨੀਸ਼ ਜੀ। ਇਹ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਦਵਾਂ ਕਿ ਜਿਹੜੇ ਬਣਜਾਰੇ ਵੀਰ ਨੇ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਭਾਈ ਮਨਸੁਖ ਤੋਂ ਲੈ ਕੇ ਸਿੱਖੀ ਦੇ ਵਿੱਚ ਆਏ ਨੇ। ਜਿਹੜੇ ਸਿਕਲੀਗਰ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੇ 1628 ਦੇ ਵਿੱਚ ਜਿਹੜੇ ਨੇ ਸਿੱਖੀ ਵਿੱਚ ਆਏ ਨੇ। ਇਹਨਾਂ ਨੂੰ ਰਾਜਸਥਾਨ ਤੋਂ ਗੁਰੂ ਹਰਗੋਬਿੰਦ ਸਾਹਿਬ ਨੇ ਬੁਲਾਇਆ ਸੀ। ਇਹਨਾਂ ਦਾ ਬਜ਼ੁਰਗ ਭਾਈ ਕੇਰ ਸਿੰਘ ਆਪਣੇ ਕੁਣਬੇ ਦੇ ਨਾਲ ਹਥਿਆਰ ਬਣਾਉਣ ਲਈ ਆਇਆ ਸੀ ਤੇ ਜਦੋਂ ਇਹਨਾਂ ਨੇ ਆ ਕੇ ਦੇਖਿਆ ਕਿ ਗੁਰੂ ਸਾਹਿਬ ਤੇ ਸਭ ਨੂੰ ਗਲੇ ਮਿਲਦੇ ਨੇ, ਸਿੱਖ ਵੀ ਕੋਈ ਵਿਤਕਰਾ ਨਹੀਂ ਕਰਦੇ, ਸਭ ਇੱਕ ਦੂਜੇ ਨੂੰ ਗਲੇ ਮਿਲਦੇ ਨੇ, ਇਹਨਾਂ ਵਿੱਚ ਜਾਤ ਪਾਤ ਨਹੀਂ, ਤੇ ਇਹਨਾਂ ਨੇ ਸਿੱਖੀ ਉਦੋਂ ਤੋਂ ਧਾਰਨ ਕੀਤੀ ਸੀ। ਇਹਨਾਂ ਦੀ ਕੋਈ ਕੈਟੇਗਰੀ ਨਹੀਂ ਹੈ, ਇਹ ਸਿੱਖ ਨੇ। ਜਿਹੜੇ ਮੋਨੇ ਬਣਜਾਰੇ ਵੀ ਨੇ, ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ, ਜਦੋਂ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਨਹੀਂ ਸੀ, ਜਾਂ ਜਿਹੜੇ ਅੱਜ ਵੀ ਜੰਗਲਾਂ ਦੇ ਵਿੱਚ ਰਹਿੰਦੇ ਨੇ, ਸ਼ਹਿਰਾਂ ਤੋਂ ਦੂਰ ਰਹਿੰਦੇ ਨੇ, ਉਹ ਆਪਣੇ ਬੱਚਿਆਂ ਦੇ ਲੜ ਗੁਰੂ ਨਾਨਕ ਦੇ ਨਾਮ ਦਾ ਰੁਪਈਆ ਬੰਨੇ ਬਗੈਰ ਲਾਵਾਂ ਫੇਰੇ ਨਹੀਂ ਕਰਦੇ। ਔਰ ਇੱਥੋਂ ਤੱਕ ਵੀ ਸਾਬਤ ਹੋਇਆ ਕਿ ਜ਼ਮੀਨ ਦੇ ਉੱਤੇ ਇੱਕ ਕਾਰ ਲਿਖ ਕੇ ਵੀ ਇੱਕ ਸਮੇਂ ਦੇ ਵਿੱਚ ਜਿਹੜੇ ਬਣਜਾਰੇ ਤੇ ਸਿਕਲੀਗਰ ਉਹਦੇ ਗਿਰਦ ਫੇਰੇ ਲੈ ਕੇ ਆਪਣੇ ਬੱਚਿਆਂ ਦਾ ਵਿਆਹ ਕਰਦੇ ਨੇ। ਬਣਜਾਰੇ ਤੇ ਸ਼ਰੇਆਮ ਕਹਿੰਦੇ ਨੇ, ਜਿਸ ਘਰ ਨਹੀਂ ਨਾਨਕ ਪੂਜਾ ਉਸ ਘਰ ਦੇਉ ਨਾ ਦੂਜਾ। ਭਾਵ ਜਿਸ ਘਰ ਦੇ ਵਿੱਚ ਗੁਰੂ ਨਾਨਕ ਦੀ ਪੂਜਾ ਨਹੀਂ ਹੁੰਦੀ, ਉਸ ਘਰ ਨਾਲ ਅਸੀਂ ਕੋਈ ਰਿਸ਼ਤਾ ਨਹੀਂ ਰੱਖਣਾ। ਇਹ ਪੱਕੇ ਸਿੱਖ ਨੇ, ਇਹ ਗੁਰੂਆਂ ਦੇ ਸਮੇਂ ਤੋਂ ਨੇ। ਮਤਲਬ ਮੇਰੀ ਸੰਸਥਾ ਦੇ ਬੌਸ ਨੇ ਸਾਡੇ ਸਰਦਾਰ ਰੁਪਿੰਦਰ ਸਿੰਘ ਜੀ ਮਾਰਕੋ, ਉਹ ਇਹਨਾਂ ਲਈ ਇੱਕ ਸ਼ਬਦ ਵਰਤਦੇ ਨੇ, ਇਹ ਗੁਰ ਸ਼ੋਹ ਪ੍ਰਾਪਤ ਨੇ। ਭਾਵ ਇਹਨਾਂ ਨੂੰ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਕਰ ਕਮਲਾਂ ਦੇ ਨਾਲ ਛੋਇਆ, ਇਹ ਸ਼ੋਹ ਪ੍ਰਾਪਤ ਨੇ। ਔਰ ਦੂਜਾ ਮਨੀਸ਼ ਜੀ, ਇੱਥੇ ਇੱਕ ਗੱਲ ਮੈਂ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਕਿ ਸਿਕਲੀਗਰ ਇਹਨਾਂ ਦੀ ਜਾਤ ਨਹੀਂ ਹੈ, ਸਿਕਲੀਗਰ ਇਹਨਾਂ ਦੀ ਉਪਾਧੀ ਹੈ। ਜਦੋਂ ਭਾਈ ਰਾਮ ਸਿੰਘ ਜੀ ਨੇ ਲੋਹਗੜ੍ਹ ਦੇ ਕਿਲੇ ਦੇ ਅੰਦਰ ਹਥਿਆਰ ਬਣਾਏ ਸੀ, ਬਾਪੂ ਕਲਗੀਧਰ ਪਾਤਸ਼ਾਹ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦੇ ਉੱਤੇ, ਗੁਰੂ ਸਾਹਿਬ ਹਥਿਆਰਾਂ ਦੀ ਪਰਖ ਆਪ ਕਰਦੇ ਹੁੰਦੇ ਸੀ। ਜਦੋਂ ਲੋਹਗੜ੍ਹ ਦੇ ਕਿਲੇ ਦੇ ਅੰਦਰ ਭਾਈ ਰਾਮ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਨਮੈਸ਼ ਲਾਉਣ ਨੂੰ ਕਿਹਾ, ਹਥਿਆਰਾਂ ਦੀ ਪਰਖ ਜਦੋਂ ਕਲਗੀਧਰ ਪਾਤਸ਼ਾਹ ਕਰਨ ਆਏ, ਹਥਿਆਰਾਂ ਦੀ ਨਮੈਸ਼ ਦੀ, ਹਥਿਆਰ ਚਮਕਦੇ ਸੀ। ਚਮਕਣ ਨੂੰ ਫਾਰਸੀ ਦੇ ਅੰਦਰ ਸਿਕਲ ਕਹਿੰਦੇ ਨੇ, ਤੇ ਚਮਕਾਉਣ ਵਾਲੇ ਦਾ ਨਾਮ ਮੇਰੇ ਬਾਪੂ ਕਲਗੀਧਰ ਪਾਤਸ਼ਾਹ ਜੀ ਨੇ ਸਿਕਲੀਗਰ ਕਰ ਦਿੱਤਾ। ਸਿਕਲੀਗਰ ਇਹਨਾਂ ਦੀ ਜਾਤ ਨਹੀਂ ਹੈ, ਇਹਨਾਂ ਦੀ ਉਪਾਧੀ ਹੈ। ਵਣਜਾਰੇ ਇਹਨਾਂ ਦੀ ਜਾਤ ਨਹੀਂ ਹੈ, ਕਿਉਂਕਿ ਵਣਜ ਕਰਦੇ ਸੀ, ਵਪਾਰ ਕਰਦੇ ਸੀ, ਉਦੋਂ ਤੋਂ ਇਹ ਵਣਜਾਰੇ ਕਹਾਉਣ ਲੱਗੇ ਆ। ਅਸਲ ਦੇ ਵਿੱਚ ਸਿੱਖੀ ਦੇ ਅੰਦਰ ਕੋਈ ਜਾਤ ਪਾਤ ਨਹੀਂ ਹੁੰਦੀ, ਪਰ ਅਸੀਂ ਹੀ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਜਿਹੜੇ ਸਿੱਖੀ ਦੇ ਮੇਨ ਅਸੂਲ ਨੇ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ, ਜਾਤ ਜਨਮ ਨਾ ਹੈ ਪੁੱਛੀਏ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਗੁਰੂ ਸਾਹਿਬ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਫੱਕੜ ਜਾਤੀ ਫੱਕੜ ਨੋ ਸਭਨਾ ਜੀਆਂ ਇੱਕਾ ਛਾਉ। ਜਾਤ ਦੀ ਗੱਲ ਕਰਨੀ ਹੀ ਗਾਲ ਕੱਢਣ ਦੇ ਬਰਾਬਰ ਹੈ। ਪਰ ਅਸੀਂ ਆਪਣੇ ਆਪ ਨੂੰ ਜਿਹੜਾ ਸੰਭਾਲਿਆ ਨਹੀਂ, ਪੰਜਾਬ ਦੇ ਅੰਦਰ ਤੇ ਘੋਣ-ਮੋਣ ਹੋ ਗਏ। ਪਰ ਜਦੋਂ ਅਸੀਂ ਸਿੱਖ ਸਿਕਲੀਗਰਾਂ ਜਾਣੇ ਆ, ਜੇ ਕੋਈ ਉਹਨਾਂ ਦਾ ਬੱਚਾ ਕੇਸ ਕਤਲ ਕਰਵਾ ਦੇਵੇ ਤੇ ਉਹਨੂੰ ਘਰੋਂ ਕੱਢ ਦਿੰਦੇ ਨੇ। ਜਿੰਨਾ ਵੀ ਮੈਂ ਗਿਆ, ਮੈਨੂੰ ਤੇ 2 ਜਾਂ 3 ਬਿਮਾਰੀ ਦੇ ਕਰਕੇ ਜਿਹੜੇ ਸਿਕਲੀਗਰ ਉਹਨਾਂ ਦੇ ਕੇਸ ਕਤਲ ਕਰੇ ਹੋਏ ਦੇਖੇ ਨੇ। ਅਦਰਵਾਈਜ਼ ਇਹ ਕੇਸ ਕਤਲ ਨਹੀਂ ਜੇ ਕਰਦੇ, ਇਹਨਾਂ ਨੂੰ ਡਿਫਰੈਂਸ਼ੀਏਟ ਨਹੀਂ ਕੀਤਾ ਜਾ ਸਕਦਾ। ਇਹ ਗੁਰੂ ਨਾਨਕ ਦੇ ਸਮੇਂ ਤੋਂ ਲੈ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਲੈ ਕੇ ਸਿੱਖੀ ਨਾਲ ਜੁੜੇ ਹੋਏ ਨੇ। ਪਿਛਲੇ 20 ਸਾਲਾਂ ਤੋਂ ਸੰਸਥਾਵਾਂ ਉੱਥੇ ਜਾਣ ਲੱਗੀਆਂ ਨੇ। ਔਰ ਹੈਰਾਨੀ ਦੀ ਗੱਲ ਇਹ ਹੈ, SGPC, ਦਿੱਲੀ ਕਮੇਟੀ, ਕਿਸੇ ਵੱਲੋਂ ਕੋਈ ਸਹਾਇਤਾ ਨਹੀਂ ਹੈ। ਬਹੁਤੀਆਂ ਸੰਸਥਾਵਾਂ ਜਿਹੜੀਆਂ 90% ਸੰਸਥਾਵਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਜਿਹੜੇ ਨੇ ਉਹ ਆ ਕੇ ਇਹਨਾਂ ਦੀ ਸੇਵਾ ਕਰਦੇ ਨੇ। 10% ਸਿੱਖ ਨੇ ਜਿਹੜੇ ਪੰਜਾਬ ਦੇ, ਦਿੱਲੀ ਦੇ, ਭੋਪਾਲ ਦੇ ਜਿਹੜੇ ਇਹਨਾਂ ਦੀ ਸੇਵਾ ਕਰਦੇ ਨੇ। ਸਗੋਂ ਇਹਨਾਂ ਨੂੰ ਕੁਛ ਇੱਕ ਜਗ੍ਹਾ ਤੇ ਸਾਨੂੰ ਪਤਾ ਲੱਗਿਆ ਕਿ ਗੁਰਦੁਆਰਿਆਂ ਦੇ ਅੰਦਰ ਇਹਨਾਂ ਦੇ ਨਾਲ ਮਿਸਬਿਹੇਵ ਵੀ ਹੋਇਆ। ਇਹਨਾਂ ਨੂੰ ਇੱਕ ਤਰ੍ਹਾਂ ਦੇ ਸਾਡੇ ਹੀ ਕੁਝ ਸਿੱਖ ਵੀ ਦੂਜੇ ਦਰਜੇ ਦੇ ਸ਼ਹਿਰੀ ਸਮਝਦੇ ਨੇ, ਜਦ ਕਿ ਇਹਨਾਂ ਕੋਲ ਪਾਣੀ ਪੀਣ ਨੂੰ ਸਹੂਲਤ ਨਹੀਂ ਹੈ, ਝੌਪੜੀਆਂ 'ਚ ਰਹਿੰਦੇ ਨੇ। ਇਹਨਾਂ ਦੇ ਪੁਲਿਸ ਦਾ ਤਸ਼ੱਦਦ ਹੁੰਦਾ, ਉਹਦੇ ਬਾਵਜੂਦ ਵੀ ਸਿੱਖੀ ਸੰਭਾਲ ਕੇ ਬੈਠੇ ਨੇ। ਸਿਕਲੀਗਰ ਇਹਨਾਂ ਦੀ ਉਪਾਧੀ ਹੈ, ਵਣਜਾਰੇ ਇਸ ਕਰਕੇ ਕਿਉਂਕਿ ਵਣਜ ਕਰਦੇ ਸੀ। ਅਦਰਵਾਈਜ਼ ਇਹਨਾਂ ਨੂੰ ਕਿਸੇ ਕੈਟੇਗਰੀ 'ਚ ਨਹੀਂ ਰੱਖਿਆ ਜਾ ਸਕਦਾ। ਇਹ ਗਰੀਬ ਨੇ, ਲੋੜਵੰਦ ਨੇ, ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਕਰਕੇ ਇਹ ਪੱਕੇ ਸਿੱਖ ਨੇ, ਗੁਰੂ ਨਾਨਕ ਦੇ ਸਮੇਂ ਤੋਂ ਸਿੱਖੀ ਨਾਲ ਜੁੜੇ ਹੋਏ ਨੇ ਜੀ।
ਤੇ ਜਿਹੜੇ ਸਤਨਾਮੀਏ ਨੇ, ਸਤਨਾਮੀਏ ਕਿਸ ਕੈਟਾਗਰੀ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ? ਸਤਨਾਮੀਏ ਅਸਲ 'ਚ ਇੱਕ ਮੂਵਮੈਂਟ ਚੱਲੀ ਸੀ ਕਬੀਰ ਪੰਥੀ। ਸਤਿਗੁਰੂ ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ, ਇਹ ਕਬੀਰ ਦੀ ਬਾਣੀ ਪੜ੍ਹਦੇ ਆ। ਕਬੀਰ ਦੀ ਬਾਣੀ ਜੀ। ਪੜ੍ਹਨ ਦੇ ਕਰਕੇ ਅਸਲ ਦੇ ਵਿੱਚ ਜਿਹੜੇ ਨੇ ਇਹ ਜਦੋਂ ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਾਮਲ ਕਰ ਦਿੱਤੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸਤਨਾਮੀਆਂ ਨੂੰ ਇਹ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਬੀਰ ਸਾਹਿਬ ਵੀ ਸਾਰੇ ਗੁਰੂਆਂ ਦੇ ਨਾਲ ਬਿਰਾਜਮਾਨ ਨੇ ਤੇ ਇਹ ਵੀ ਸਿੱਖੀ ਦੇ ਨਾਲ ਜੁੜ ਗਏ। ਬਹੁਤ ਸਾਰੇ ਸਤਨਾਮੀਏ ਜਿਹੜੇ ਨੇ ਅੰਮ੍ਰਿਤਧਾਰੀ ਵੀ ਹੋ ਚੁੱਕੇ ਆ। ਅਸਲ ਦੇ ਵਿੱਚ ਮੈਂ ਇੱਥੇ ਕੁਛ ਇੱਕ ਉਹ ਲੋਕ ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਬਣਦੇ ਜਾਂਦੇ ਨੇ, ਮਾਫ ਕਰਨਾ ਇਹ ਸ਼ਬਦ ਬੜੇ ਸਖਤ ਨੇ, ਉਹ ਲੋਕ ਇਹਨਾਂ ਨੂੰ ਧਰਮ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਇੱਥੇ ਹੋਰ ਖੁਲਾਸਾ ਕਰਨਾ ਚਾਹੁੰਦਾ, ਕਰਨਾਟਕਾ ਦੇ ਅੰਦਰ ਜਿਹੜੇ ਵਣਜਾਰੇ ਨੇ ਉਹਨਾਂ ਦਾ ਬਹੁਤ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਨ ਕਰਵਾ ਲਿਆ ਜਾਂ ਕਰਵਾਇਆ ਜਾ ਰਿਹਾ। ਇਹਨਾਂ ਦੀ ਵਣਜਾਰਾ ਬੋਲੀ ਦੇ ਵਿੱਚ ਲਿਟਰੇਚਰ ਛਪਾ ਕੇ ਉੱਥੇ ਵੰਡਿਆ ਜਾ ਰਿਹਾ। ਇਹਨਾਂ ਨੂੰ ਸਾਜ਼ਿਸ਼ ਦੇ ਤਹਿਤ ਸਿੱਖੀ ਤੋਂ ਤੋੜਿਆ ਜਾ ਰਿਹਾ। ਅਸੀਂ ਅਵੇਸਲੇ ਆ, ਸਾਡੇ ਜਿਹੜੇ ਵਿਰੋਧੀ ਨੇ ਉਹ ਬੜੇ ਐਕਟਿਵ ਨੇ। ਇਹਦੇ ਪਿੱਛੇ ਉਹਨਾਂ ਦਾ ਪੋਲੀਟੀਕਲ ਮਕਸਦ ਆ ਤੇ ਸਾਡਾ ਵੀ ਪੋਲੀਟੀਕਲ ਮਕਸਦ ਹੈ। ਅਸੀਂ ਵੀ ਗੱਲ ਕਰਦੇ ਆ ਰਾਜ ਕਰੇਗਾ ਖਾਲਸਾ ਦੀ, ਤੇ ਸਾਨੂੰ ਅਸਲ 'ਚ ਜਿਹੜਾ ਖਾਲਸਾ ਰਾਜ ਆ ਇਹਦੇ ਅੰਦਰ ਤੇ ਹਰੇਕ ਨੂੰ ਜੀਣ ਦਾ ਹੱਕ ਬਰਾਬਰ ਦਾ ਮਿਲਣਾ ਆ। ਇਸ ਕਰਕੇ ਜਦੋਂ 8% ਰਾਜ ਕਰ ਸਕਦੇ ਨੇ ਉੱਥੇ ਕਬੀਰ ਪੰਥੀ ਵੀ ਸਾਡੇ ਨੇ। ਮੈਂ ਇੱਥੇ ਇੱਕ ਹੋਰ ਜ਼ਿਕਰ ਕਰ ਦੇਵਾਂ, ਮੈਂ ਪਹਿਲਾਂ ਇਹ ਗੱਲ ਕਰਨੀ ਚਾਹੁੰਦਾ ਸੀਗਾ। ਮੈਂ ਇੱਕ ਵਾਰੀ ਸੁਡਾਨ ਦੇ ਅੰਦਰ ਗਿਆ ਸੀ, ਉੱਥੇ ਨਸਰਾਨੀ ਕਮਿਊਨਿਟੀ ਹੈ ਜਿਹੜੀ ਗੁਰੂ ਨਾਨਕ ਦਾ ਨਾਮ ਲੈਂਦੀ ਹੈ, ਅੱਲਾਹੂ ਅਕਬਰ ਕਹਿਣ ਤੋਂ ਪਹਿਲਾਂ ਇੱਕ ਓਂਕਾਰ ਕਹਿੰਦੀ ਆ। ਇਵੇਂ ਹੀ ਸੋਬੀ ਬਰਾਦਰੀ ਆ ਇਰਾਕ ਦੇ ਅੰਦਰ ਜਿਹੜੀ ਗੁਰੂ ਨਾਨਕ ਦਾ ਨਾਮ ਲੈਵਾ ਹੈ, ਉਹ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਨਹੀਂ, ਕਹਿੰਦੇ ਅਸੀਂ ਤਾਂ ਸੋਬੀ ਆ, ਅਸੀਂ ਤਾਂ ਮੁਰੀਦ ਨਾਨਕੀ ਆ। ਇਹ ਤੇ ਅਸੀਂ ਇੰਡੀਆ ਦੇ ਨੂੰ ਇਕੱਠੇ ਕਰ ਪਾਏ। ਸਾਡੇ ਕੋਲ ਤੇ ਬਹੁਤ ਸਾਰੇ ਪ੍ਰੂਫ ਨੇ ਕਿ ਇੰਡੀਆ ਤੋਂ ਬਾਹਰ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਗੁਰੂ ਨਾਨਕ ਦਾ ਫਲਸਫਾ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈ ਸਕਦਾ। ਇਸ ਕਰਕੇ ਅੱਜ ਜਿਹੜੀ ਹੈ ਧਰਮ ਜਿਹੜਾ ਆ ਇਹ ਸਾਨੂੰ ਆਪਸ ਵਿੱਚ ਮਿਲ ਵਰਤਣ ਸਿਖਾਲਦਾ, ਮਨੁੱਖਤਾ ਨਾਲ ਪਿਆਰ ਸਿਖਾਲਦਾ ਤੇ ਸਾਨੂੰ ਵਣਜਾਰੇ, ਸਿਕਲੀਗਰ, ਸਤਨਾਮੀ ਜਿਹੜੇ ਨੇ ਇਹਨਾਂ ਦੀ ਕੈਟੇਗਰੀ ਇੱਕ ਹੀ ਹੈ ਕਿ ਇਹ ਗੁਰੂ ਨਾਨਕ ਨੂੰ ਮੰਨਦੇ ਨੇ, ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ। ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ ਤੇ ਸਤਨਾਮੀ ਜਿਹੜੇ ਨੇ ਉਹਨਾਂ ਨੂੰ ਕਬੀਰ ਪੰਥੀ ਵੀ ਕਿਹਾ ਜਾਂਦਾ ਜੀ। ਬਹੁਤ ਬਹੁਤ ਧੰਨਵਾਦ ਜੀ। ਪਰ ਜਿਹੜੇ ਪ੍ਰਧਾਨ ਨੇ ਉਹ ਇਹਨਾਂ ਨੂੰ ਨਹੀਂ ਮੰਨਦੇ। ਸਭ ਤੋਂ ਵੱਡਾ ਸਵਾਲ ਜਿਹੜਾ ਉੱਥੇ ਆ ਕੇ ਗੱਲ ਕਰਦਾ। ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਇੱਥੇ ਥੋੜਾ ਜਿਹਾ ਜ਼ਰੂਰ ਦੱਸਣਾ ਚਾਹੁੰਦਾ ਕਿ 190 SGPC ਦੇ ਮੈਂਬਰ ਹੁੰਦੇ ਨੇ, 170 ਚੁਣ ਕੇ ਹੁੰਦੇ ਨੇ, 5 ਉਹਨਾਂ ਦੇ ਵਿੱਚ ਜਥੇਦਾਰ ਹੁੰਦੇ ਨੇ, 15 ਜਿਹੜੇ ਨੇ ਓਪਡ ਹੁੰਦੇ ਨੇ, ਮਰਜ਼ੀ ਦੇ ਨਾਲ ਚੁਣੇ ਜਾਂਦੇ ਨੇ। ਉਹਨਾਂ ਦੇ ਵਿੱਚੋਂ ਇੱਕ ਮੱਧ ਪ੍ਰਦੇਸ਼ ਦੇ ਵਿੱਚ ਬੀਬੀ ਸੁਖਵਿੰਦਰ ਕੌਰ ਜੀ ਹੈਗੇ ਨੇ। ਮੈਂ ਉਹਨਾਂ ਨੂੰ ਕੱਲ ਵੀ ਸੰਪਰਕ ਕੀਤਾ ਸੀ ਲੇਕਿਨ ਉਹਨਾਂ ਦੇ ਨਾਲ ਹੋ ਨਹੀਂ ਸਕਿਆ। ਉਹਨਾਂ ਦੇ ਦਿਓਰ ਨੇ ਫੋਨ ਚੁੱਕਿਆ ਸੀ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜਾਂਦੇ ਹੀ ਗੱਲ ਕਰਾਵਾਂਗੇ। ਇਸ ਗੱਲ ਨੂੰ ਤਕਰੀਬਨ 12 ਘੰਟੇ ਤੋਂ ਵੱਧ ਦਾ ਸਮਾਂ ਜਿਹੜਾ ਹੋ ਚੁੱਕਾ ਹੋਇਆ ਲੇਕਿਨ ਉਹਨਾਂ ਨੇ ਕੋਈ ਵੀ ਉਹਦਾ ਜਵਾਬ ਜਿਹੜਾ ਉਹ ਨਹੀਂ ਦਿੱਤਾ। ਪਰ ਇੱਥੇ ਗੱਲ ਜਿਹੜੀ ਉਹ ਜ਼ਿੰਮੇਵਾਰੀ ਦੀ ਆ ਕੇ ਠਹਿਰਦੀ ਹੈ ਕਿ ਜ਼ਿੰਮੇਵਾਰੀ ਕਿੱਥੇ, ਕੌਣ ਹੈ ਇਹਦੇ ਲਈ ਜ਼ਿੰਮੇਵਾਰ। ਤੇ ਜਿਹੜੇ ਅੱਜ ਨੌਜਵਾਨ ਬੱਚੇ ਜਿਹੜੇ ਨੇ ਆਪਣੇ ਦੁਬਾਰਾ ਆਪਣੇ ਸਰੂਪ ਦੇ ਵਿੱਚ ਵਾਪਸ ਆਉਣੇ ਚਾਹੁੰਦੇ ਨੇ ਜਾਂ ਆਪਣੇ ਧਰਮ ਨੂੰ ਦੁਬਾਰਾ ਜਿਹੜਾ ਉਹ ਜੁਆਇਨ ਕਰਨਾ ਚਾਹੁੰਦੇ ਨੇ, ਹੋ ਸਕਦਾ ਕਿ ਕਈ ਮੁਸ਼ਕਲਾਂ ਹੋਣ, ਉਹਨਾਂ ਦੇ ਬਜ਼ੁਰਗਾਂ ਨੇ ਨਾ ਸੰਭਾਲਿਆ ਹੋਵੇ, ਆਪਣੀ ਕਈ ਲੋੜਾਂ ਹੋ ਸਕਦੀਆਂ ਨੇ। ਪਰ ਜੇ ਉਹਨਾਂ ਦੀਆਂ ਪੀੜ੍ਹੀਆਂ ਅੱਗੇ ਆ ਕੇ ਇਸ ਨੂੰ ਚੇਂਜ ਕਰਨੀਆਂ ਚਾਹੁੰਦੀਆਂ ਨੇ ਤੇ ਕੀ ਸਾਡਾ ਇੱਥੇ ਫਰਜ਼ ਨਹੀਂ ਬਣਦਾ? ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਤੇ ਇਹਦੇ ਲਈ ਆਪਾਂ ਜ਼ਿੰਮੇਵਾਰ ਕਿਹਨੂੰ ਠਹਿਰਾ ਸਕਦੇ ਹਾਂ, ਇਹ ਵੀ ਆਪਣੇ ਆਪ ਨੂੰ ਸਵਾਲ ਜ਼ਰੂਰ ਕਰਨਾ ਚਾਹੀਦਾ। ਦਲੀਪ ਸਿੰਘ ਜੀ, ਮੈਂ ਜ਼ਰੂਰ ਤੁਹਾਡੇ ਕਿਤੇ ਪੁੱਛਣਾ ਚਾਹੂੰਗਾ, ਜਦੋਂ ਤੁਹਾਨੂੰ ਲੁਧਿਆਣੇ ਦਾ ਐਡਰੈਸ ਮਿਲਿਆ ਸੀ ਕਿ ਅਸੀਂ ਗੁਰਮਤਿ ਕੇਂਦਰ ਜਾ ਕੇ ਉੱਥੇ ਜਾ ਕੇ ਸਿੱਖੀ ਜਿਹੜੀ ਹੈ ਉਹਨੂੰ ਧਾਰਨ ਕਰਨਾ ਹੈ, ਉੱਥੇ ਜਾ ਕੇ ਅਸੀਂ ਸਿੱਖਣਾ ਵੀ ਹੈਗਾ ਕਿ ਕਿਸ ਤਰੀਕੇ ਨਾਲ ਪ੍ਰਚਾਰ ਜਿਹੜਾ ਉਹ ਕੀਤਾ ਜਾਂਦਾ ਹੈ, ਗੁਰਮਤਿ ਪ੍ਰਚਾਰ ਦੀ ਮੈਂ ਗੱਲ ਕਰ ਰਿਹਾ। ਮੈਂ ਤੁਹਾਨੂੰ ਇਹ ਤੋਂ ਪਹਿਲਾਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਉਹ ਤੋਂ ਪਹਿਲਾਂ ਕਦੀ ਪਤਾ ਸੀ ਜਾਂ ਤੁਹਾਡੇ ਬਜ਼ੁਰਗਾਂ ਨੂੰ ਪਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਪਾਰਲੀਮੈਂਟ ਵੀ ਹੈਗੀ, ਜਿਹੜੇ ਹਰ ਪਾਸੇ ਦੁਨੀਆ ਭਰ ਦੇ ਵਿੱਚ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਪਹੁੰਚ ਹੈ, ਉਹਨਾਂ ਦੀ ਗੱਲਬਾਤ ਹੈ, ਉਹ ਜ਼ਰੂਰ ਤੁਹਾਡਾ ਵੀ ਖਿਆਲ ਰੱਖ ਸਕਦੀ ਹੈ? ਜੀ ਵੀਰ ਜੀ, ਫਿਰ ਜੀ ਸਾਨੂੰ ਉਸ ਟਾਈਮ ਤੇ ਕੁਝ ਵੀ ਨਹੀਂ ਪਤਾ ਸੀ। ਖਾਲੀ ਸਾਡੇ ਜਿਹੜੇ ਬਜ਼ੁਰਗ ਹੈਗੇ ਸੀ ਗੁਰੂ ਨਾਨਕ ਸਾਹਿਬ ਜੀ ਕੀ ਅਰਦਾਸ ਕਰਦੇ ਸੀ, ਉਹ ਬਿਲਕੁਲ ਛੋਟੀ ਅਰਦਾਸ, ਔਰ ਬਸ ਨਹੀਂ ਪਤਾ ਸੀ ਇਹਨਾਂ ਨੂੰ। ਜਦੋਂ ਪ੍ਰਚਾਰਕ ਇੱਥੇ ਆਏ ਔਰ ਜਦੋਂ ਦੱਸਿਆ ਕਿ ਵਣਜਾਰਾ ਦਾ ਇੰਨਾ ਬੜਾ ਯੋਗਦਾਨ ਹੈ, ਇਤਨੀ ਸ਼ਹੀਦੀ ਹੈਗੀ ਉਹਨਾਂ ਦੀ, ਇੰਨੀ ਵੱਡੀ ਕੁਰਬਾਨੀ ਹੈਗੀ,
तो ਜਦੋਂ ਸਾਨੂੰ ਪਤਾ ਚੱਲਿਆ ਤੇ ਮੁਕੇ ਯਾਰ ਬਹੁਤ ਵਧੀਆ ਗੱਲ ਹੈ। ਫਿਰ ਨਾਲ ਕਹਿੰਦੇ ਉੱਥੇ ਫਿਰ ਗੁਰਮਤ ਟ੍ਰੇਨਿੰਗ ਦਿੰਦੇ ਨੇ, ਨਾਲ ਪ੍ਰਚਾਰਕ ਬਣ ਕੇ ਫਿਰ ਸਿੱਖੀ ਨਾਲ ਜੋੜਦੇ ਨੇ, ਗੁਰਦੁਆਰੇ ਵੀ ਸੇਵਾ ਕਰਦੇ ਨੇ। ਫਿਰ ਮੈਂ ਇਸ ਕਰਕੇ ਫਿਰ ਮੈਂ ਉਸ ਟਾਈਮ ਤੇ 20 ਬੱਚੇ ਨੂੰ ਨਾਲ ਲੈ ਕੇ ਨਾਗਪੁਰ ਤੋਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਗਿਆ। ਜਦੋਂ ਉੱਥੇ ਪੜ੍ਹਿਆ ਮੈਂ, ਅਧਿਐਨ ਕੀਤਾ, ਜਦੋਂ ਹੈਰਾਨ ਹੋ ਗਿਆ ਕਿ ਵੀ ਇੰਨੀ ਵੱਡੀ ਕੁਰਬਾਨੀ 62 ਕਰੀਬ ਜਰਨਲ ਹੋਏ ਨੇ ਜਿਹੜੇ ਸਿੱਖੀ ਉਸ ਟਾਈਮ ਤੇ ਉਹਨਾਂ ਦਾ ਪੂਰੀ 150 ਦਾ ਜਦੋਂ ਕਿਤਾਬ ਮੈंने ਪੜ੍ਹਿਆ ਉੱਥੇ मैं हैरान हो गया भी इन्नी बड़ी कुर्बानी सानू तो पता ही नहीं हैगा, सानू तो किसी ने दसे नहीं। इत्थे तो बस वही देवी देवता दे बारे जिन्हां दा कोई आता पता ही नहीं, उन्हां दे बारे लोकी दसदे सी, बस सानू सिक्खी दे बारे तो कुछ पता ही नहीं कि साड़ा इतिहास है किसी ग्रंथ के अंदर नहीं लिखा हुआ मिलता। गुरु ग्रंथ साहब जी के अंदर कई बारी वणजारे दा नाम आया, ਉਹਦੇ ਚ ਜ਼ਿਕਰ ਹੈਗਾ, बड़े बड़े जर्नल है, बहुत बड़ा योगदान है इंडिया के अंदर। तो सानू ये चीज की पता ही नहीं है। जो उत्थे गुरमत ज्ञान मिशनरी कॉलेज तो ਅਸੀਂ सानू अध्ययन लिया, सानू पता चलिया, बड़े मान हुए सानू। फिर उस टाइम ते ਅਸੀਂ क्योंकि उस टाइम ਜਿਹੜੇ ਪ੍ਰੋਫੈਸਰ ਹੈਗੇ ਬੇਟੇ ਤੁਸੀਂ ਇੱਥੇ ਪੜ੍ਹ ਕੇ ਆਪਣੇ ਪਿੰਡਾਂ ਵਿੱਚ ਜਾ ਕੇ ਸਿੱਖੀ ਨਾਲ ਜੁੜਨਾ ਹੈਗਾ। तो उस टाइम ਅਸੀਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਤੋਂ ਪੜ੍ਹਨ ਤੋਂ ਬਾਅਦ ਇੱਥੇ ਆਏ ਐਮਪੀ ਦੇ ਅੰਦਰ, ਤੇ ਨਾਲ ਫਿਰ ਪ੍ਰਚਾਰ ਚਾਲੂ ਕਰ ਦਿੱਤਾ। ਜਾ ਕੇ ਪ੍ਰਚਾਰ ਕਰਨਾ, ਲੇਟ ਨੂੰ ਦੱਸਣਾ ਬਈ ਸਾਡਾ ਇਤਿਹਾਸ ਇਹ ਹੈਗਾ, ਲਿਖਿਤ ਰੂਪ ਤੇ ਹੈਗਾ। ਸਾਨੂੰ ਕਿੱਥੇ ਕੋਈ ਮਹਾਭਾਰਤ, ਗੀਤਾ, ਰਾਮਾਇਣ ਦਾ ਕਿੱਥੇ ਕੋਈ ਜ਼ਿਕਰ ਨਹੀਂ ਆਉਂਦਾ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜ਼ਿਕਰ ਹੈਗਾ ਸਾਡਾ। ਕਿਉਂ ਨਹੀਂ ਅਸੀਂ ਸਿੱਖੀ ਨਾਲ ਜੁੜੀਏ? तो उस टाइम ਤੇ ਕਾਫੀ ਥਾਂ ਤੇ ਅਸੀਂ ਪਿੰਡਾਂ ਵਿੱਚ 20-25 ਕਿਲੋਮੀਟਰ ਪੈਦਲ ਜਾ ਕੇ ਵੀ ਉੱਥੇ ਉਸ ਟਾਈਮ ਸਿੱਖੀ ਨਾਲ ਜੁੜੇ। ਮਿਨੀਮਮ 2000 ਪਰਿਵਾਰਾਂ ਨੂੰ ਮੈਂ ਸਿੱਖੀ ਨਾਲ ਉਸ ਟਾਈਮ ਤੇ ਸਿੱਖੀ ਨਾਲ ਜਿਹੜੇ ਪੜ੍ਹਨਾ ਚਾਹੁੰਦੇ ਨੇ ਗਿਆਨ ਮਿਸ਼ਨਰੀ ਕਾਲਜ ਕੱਤੀ ਉਹਨਾਂ ਨੂੰ ਦਿੱਲੀ ਛੱਡ ਕੇ ਆਣੇ ਆਪਣੇ ਹਜੂਰ ਸਾਹਿਬ। ਜੀ ਮੈਂ ਇੱਥੇ ਅੱਗੇ ਵੀ ਗੱਲ ਕਰਾਂਗਾ। ਸਰਦਾਰ ਦਲੇਰ ਸਿੰਘ ਜੀ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕਦੀ ਇਸ ਬਾਰੇ ਜਾ ਕੇ ਉਹਨਾਂ ਦੇ ਕਿਸੇ ਵੀ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਕੀਤੀ, ਜਾਂ ਜਿਹੜੀਆਂ ਹੋਰ ਸੰਸਥਾਵਾਂ ਨੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈਗੀ ਆ, ਜਾਂ ਹੋਰ ਵੀ ਆਪਣੇ ਕਿਸੇ ਦੇ ਦਮਦਮੀ ਟਕਸਾਲ ਹੈ, ਜਾਂ ਕਿਸੇ ਹੋਰ ਨਾਲ ਵੀ ਸੰਸਥਾ ਨਾਲ ਇਹਦੇ ਪ੍ਰਤੀ ਜਾ ਕੇ ਗੱਲ ਕੀਤੀ ਵੀ ਇਹ ਆਪਣੀ ਮੁਸ਼ਕਲ ਹੈ, ਆਪਣਾ ਭਾਈਚਾਰਾ ਇਸ ਤਰੀਕੇ ਨਾਲ ਹੈਗਾ, ਸਾਨੂੰ ਉੱਥੇ ਵੀ ਜਾ ਕੇ ਪ੍ਰਚਾਰ ਕਰਨਾ ਚਾਹੀਦਾ, ਉਹਨਾਂ ਦੀ ਗੱਲਬਾਤ ਸੁਣਨੀ ਚਾਹੀਦੀ ਹੈ, ਉਹਨਾਂ ਨੂੰ ਜਿਹੜੀ ਜ਼ਰੂਰਤ ਆ ਉਹ ਪੂਰੀ ਕਰਨੀ ਚਾਹੀਦੀ ਹੈ? ਦੇਖੋ, ਜਦੋਂ ਅਸੀਂ ਪਹਿਲਾਂ ਸ਼ੁਰੂ ਕੰਮ ਕੀਤਾ ਨਾ ਇਸ ਪਾਸੇ ਨੂੰ, ਜਿਸ ਤਰ੍ਹਾਂ ਵੀਰ ਦਲੀਪ ਸਿੰਘ ਹਰੀ ਨੇ ਸਾਰੇ ਬੱਚੇ ਅਸੀਂ ਇਹਨਾਂ ਨੂੰ ਅਡਾਪਟ ਕੀਤਾ, ਅਸੀਂ ਇਹਨਾਂ ਦਾ ਖਰਚਾ ਚੁੱਕਿਆ, ਮਿਸ਼ਨਰੀ ਕਾਲਜ ਨਾਲ ਗੱਲ ਕੀਤੀ, ਉਹਨਾਂ ਨੂੰ ਕਿਹਾ ਵੀ ਇੱਥੋਂ ਬੱਚੇ ਲੈ ਕੇ ਆਓ ਤੇ ਉਹਨਾਂ ਨੂੰ ਪੜ੍ਹਾਉਣੇ ਨੇ। 45 ਬੱਚੇ ਸੀਗੇ ਪਹਿਲਾਂ ਜਿਹੜਾ ਸਾਡਾ ਬੈਚ ਆਇਆ ਸੀਗਾ। ਅਸੀਂ ਇੱਕ ਵਾਰੀ ਇਹਨਾਂ ਨਾਲ ਮੀਟਿੰਗ ਕੀਤੀ, ਜਾ ਕੇ ਮੈਂ ਪੁੱਛਿਆ ਵੀ ਤੁਸੀਂ ਜਾਣਦੇ ਹੋ ਕਿੱਥੇ ਜਾਣਾ? ਫਿਰ ਮੈਂ ਇਕੱਲੇ ਬੱਚੇ ਨੂੰ ਅਸੀਂ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ, ਕਿਵੇਂ ਤੁਹਾਨੂੰ ਲੱਗਿਆ। ਈਵਨ ਕਿ ਬੱਚਿਆਂ ਨੇ ਸਾਨੂੰ ਕੀ ਜਵਾਬ ਦਿੱਤਾ, ਅਸੀਂ ਪਾਣੀ ਵਾਲਾ ਗੁਰਦੁਆਰਾ ਦੇਖਣਾ ਹੈਗਾ ਪਹਿਲਾਂ, ਜਿਹੜਾ ਦਰਬਾਰ ਸਾਹਿਬ ਹੈ। ਇਹਨਾਂ ਨੂੰ ਇਹ ਪਤਾ ਨਹੀਂ। ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਦੇ ਜਿੰਨੇ ਪੈਸੇ ਲੱਗਣਗੇ ਬੱਸਾਂ ਕਰਾਓ, ਇਹਨਾਂ ਨੂੰ ਦਰਸ਼ਨ ਕਰਾ ਕੇ ਲਿਆਓ ਸਾਰੇ ਗੁਰਧਾਮਾਂ। ਤੇ ਇਵੇਂ ਯਾਨੀ ਕਿ ਬੱਚਿਆਂ ਨੂੰ ਉੱਥੋਂ ਵੱਖਰੇ ਏਰੀਏ 'ਚੋਂ ਲੱਭ ਕੇ ਸਾਰਾ ਲਿਆ ਕੇ ਇਹਨਾਂ ਨੂੰ ਪੜ੍ਹਾ ਕੇ ਇਹਨਾਂ ਨੂੰ ਭੇਜੇ ਵਾਪਸ ਉੱਤੇ। ਅਸੀਂ ਤੇ ਕਾਫੀ ਸ਼ੁਰੂ ਤੋਂ ਲੱਗੇ ਆ ਨਾ ਇਸ ਕੰਮ ਦੇ ਵਿੱਚ ਲੱਗੇ ਆ। ਇਹਨਾਂ ਨਾਲ ਮੀਟਿੰਗਾਂ ਕਰਦੇ ਰਹੇ, ਸਾਰਾ ਕੁਝ ਜਾ ਕੇ ਇਕੱਲੇ ਪੁੱਛਦੇ ਰਹੇ। ਔਰ ਨਾਲ ਹੀ ਅਸੀਂ ਸ਼੍ਰੋਮਣੀ ਕਮੇਟੀ ਦੇ ਕੋਲ ਜਦੋਂ ਬੀਬੀ ਜਗੀਰ ਕੋਲ ਗਈ ਹੈ ਮੱਧ ਪ੍ਰਦੇਸ਼ ਵਿੱਚ, ਉੱਧਰ ਮਦਰ ਆਫ ਬੰਜਾਰਾ ਬਣ ਕੇ ਆਈ ਉੱਥੋਂ, ਲੇਕਿਨ ਨੀਆਂ ਬੜੀਆਂ ਰੱਖ ਕੇ ਆਈ, ਬੜਾ ਕੁਛ ਕਰਕੇ ਆਈ, ਮੈਂ ਆਹ ਕਰਾਂਗੀ, ਮੈਂ ਉਹ ਕਰਾਂਗੀ। ਮੁੜ ਕੇ ਉਹਨਾਂ ਦੀ ਸਾਰ ਨਹੀਂ ਲਿੱਤੀ, ਬਿਲਕੁਲ ਵਾਪਸ ਮੁੜ ਕੇ ਗਈ ਨਹੀਂ। ਤੇ ਨੰਬਰ 2-3 ਜਦੋਂ ਅਸੀਂ ਮੱਕੜ ਨੂੰ ਮਿਲੇ, ਮੱਕੜ ਉਦੋਂ ਪ੍ਰਧਾਨ ਸੀ, ਇੱਥੇ ਆਇਆ ਨਿਊਯਾਰਕ ਦੇ ਵਿੱਚ, ਉਹਦੇ ਨਾਲ ਗੱਲਬਾਤ ਹੋਈ। ਉਹ ਕਹਿੰਦਾ ਤੁਸੀਂ ਉੱਥੇ ਆਇਓ ਜੀ, ਫਿਰ ਉੱਥੇ ਮਿਲਾਂਗੇ। ਮੈਂ ਸੀਗਾ, ਵੀਰ ਗੁਰਮੇਜ ਸਿੰਘ ਸੀਗਾ, ਤੇ ਨਾਲ ਇੰਦਰਜੀਤ ਰਾਣਾ ਜਿਹੜਾ ਚੇਅਰਮੈਨ ਸੀਗਾ ਕਾਲਜ ਦਾ, ਉਹ ਸੀ। ਅਸੀਂ ਗਏ, ਉਹਨਾਂ ਨਾਲ ਗੱਲਬਾਤ ਕੀਤੀ ਵੀ ਜਾਂ ਸਾਡੇ ਬੰਦੇ ਜਿਹੜੇ ਬੱਚੇ ਪੜ੍ਹਦੇ ਪਏ ਇਹਨਾਂ ਨੂੰ ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਇਹਨਾਂ ਨੂੰ ਨੌਕਰੀ ਦਿਓ, ਦਰਬਾਰ ਸਾਹਿਬ ਉੱਥੇ ਨੌਕਰੀ ਕਰਨ, ਜਿੱਥੇ ਵੀ ਇਹਨਾਂ ਦੀ ਡਿਊਟੀ ਲਾਓ ਹੱਲ ਕਰਨਗੇ। ਨਹੀਂ ਨੌਕਰੀ ਦੇ ਸਕਦੇ ਤੇ ਉਹਨਾਂ ਦਾ ਕੁਛ ਨਾ ਕੁਛ ਸੋਚੋ। ਫਿਰ ਮੱਕੜ ਦਾ ਇੱਕ ਜਵਾਬ ਸੀਗਾ, ਮੱਕੜ ਕਹਿੰਦਾ ਹੈ ਵੀ ਜੇ ਅਸੀਂ ਉਹਨਾਂ ਨੂੰ ਇੱਥੇ ਲਿਆਂਦੇ ਜਾਂ ਉਹਨਾਂ ਨੂੰ ਅਸੀਂ ਆਪਣੇ ਨਾਲ ਲਾ ਲਏ ਤੇ ਫਿਰ ਸਾਨੂੰ ਕੌਣ ਪੁੱਛੇਗਾ? ਸਿੱਧਾ ਉਹਦਾ ਜਵਾਬ ਸੀਗਾ। ਇਹਦਾ ਮਤਲਬ ਵੀ ਉਹ ਇਗਨੋਰ ਕਰਦੇ ਸੀ। ਲੇਕਿਨ ਇਸ ਦਾ ਖਾਮਿਆਜਾ ਜਿਹੜਾ ਸਾਨੂੰ ਬਹੁਤ ਵੱਡੇ ਪੱਧਰ ਤੇ ਭੁਗਤਣਾ ਪੈਣਾ। ਜਿੰਨਾ ਅਸੀਂ ਵਿਤਕਰਾ ਕੀਤਾ, ਅਸੀਂ ਨਮਕ ਹਰਾਮੀ ਬਣੇ। ਲੇਕਿਨ ਜਿੰਨੇ ਵੀ ਰਾਜਨੀਤਿਕ ਬੰਦੇ ਨੇ, ਇਹਨਾਂ ਦੇ ਵਿੱਚ ਦਿਲ ਦੇ ਵਿੱਚ ਕੋਈ ਪਿਆਰ ਨਹੀਂ ਸਿੱਖੀ ਪ੍ਰਤੀ। ਜੇ ਪਿਆਰ ਹੋਵੇ ਇਹਨਾਂ ਨੂੰ ਜ਼ਰੂਰ ਉੱਠ ਕੇ ਹਜੇ ਤੱਕ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਹੱਲਾ ਮਾਰਨਾ ਚਾਹੀਦਾ, ਉਹਨਾਂ ਨੂੰ ਆਪਣੇ ਗਲੇ ਨਾਲ ਲਾਉਣਾ ਚਾਹੀਦਾ। ਔਰ ਦਿੱਲੀ ਪ੍ਰਬੰਧਕ ਕਮੇਟੀ ਨਾਲ ਵੀ ਅਸੀਂ ਗੱਲ ਕੀਤੀ, ਉੱਥੇ ਕਾਫੀ ਸ਼ਿਕਲੀਕਰਨ ਵਣਜਾਰੇ ਨੇ। ਜਦੋਂ 84 ਦਾ ਕਾਂਡ ਹੋਇਆ, ਉਸ ਦੇ ਵਿੱਚ ਕਿੰਨੇ ਪਰਿਵਾਰ ਜਿਹੜੇ ਅਨਾਥ ਨੇ ਦਿੱਲੀ ਦੇ ਵਿੱਚ ਬੈਠੇ, ਉਹਨਾਂ ਨਾਲ ਗੱਲਬਾਤ ਕੀਤੀ। ਮੈਂ ਘਰਾਂ 'ਚ ਗਿਆ, ਦਿੱਲੀ ਵੀ ਜਾ ਕੇ ਉਹਨਾਂ ਕਬੀਲਿਆਂ ਨੂੰ ਮਿਲਿਆ, ਉਸ ਜਗ੍ਹਾ ਤੇ ਜਾ ਕੇ ਮਿਲਿਆ। ਲੇਕਿਨ ਹੁਣ ਵੀ ਕੀ ਹੁੰਦਾ ਹੈ, ਹੁਣ ਜਿਹੜਾ ਕਰੋਨਾ ਦਾ ਟਾਈਮ ਆਇਆ,
ਸਾਰੀ ਥਾਂ ਦੇ ਲੰਗਰ ਪਹੁੰਚੇ, ਲੇਕਿਨ ਉਹ ਸ਼ਿਕਲੀਗਰ ਬੰਜਾਰਿਆਂ ਦੇ ਏਰੀਆ 'ਚ ਅਜੇ ਤੱਕ ਵੀ ਕੁਝ ਨਹੀਂ ਪਹੁੰਚਿਆ। ਇਹ ਸੋਹਣ ਸਿੰਘ ਖਾਲਸਾ ਜਿਹੜੇ ਨੇ ਇਹਨਾਂ ਨੇ ਪਹੁੰਚਾਇਆ, ਉੱਥੇ ਕੁਝ ਪਰਿਵਾਰਾਂ ਨੂੰ ਦਿੱਤਾ, ਲੇਕਿਨ ਉਹ ਅਜੇ ਤੱਕ ਵੀ ਉਹਨਾਂ ਦੀ ਪੁੱਛਗਿੱਛ ਨਹੀਂ ਕਰ ਰਹੇ, ਕਿਉਂਕਿ ਉਹ ਨੀਵੇਂ ਨੇ, ਉਹ ਮਾੜੀ ਜਿਹਾ ਉਹਨਾਂ ਦੇ ਵੋਟਾਂ ਦੇ ਨਾਲ ਬਣਦੇ ਨੇ, ਲੇਕਿਨ ਉਹਨਾਂ ਦੀ ਬਾਤ ਨਹੀਂ ਪੁੱਛਦੇ। ਇਹ ਆਪਣੇ ਆਪ 'ਚ ਸਭ ਤੋਂ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਹੈਗਾ, ਕਿਉਂਕਿ ਵੋਟ ਬੈਂਕ ਨੇ ਬਹੁਤ ਕੁਝ ਜਿਹੜਾ ਉਹ ਖਰਾਬ ਕੀਤਾ। ਸਰਦਾਰ ਅਵਤਾਰ ਸਿੰਘ ਮੱਕੜ ਹੋਣਾ ਦੇ ਖਿਲਾਫ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਸ ਤਰੀਕੇ ਨਾਲ ਤੁਹਾਡੀ ਉਹਨਾਂ ਨਾਲ ਵਿਚਾਰ ਚਰਚਾ ਹੋਈ ਹੈ, ਜੇ ਸੱਚਮੁੱਚ ਇਹ ਵਿਚਾਰ ਚਰਚਾ ਇਸੇ ਤਰੀਕੇ ਨਾਲ ਹੋਈ ਹੈ ਤੇ ਆਪਣੇ ਆਪ 'ਚ ਕਈ ਵਾਰੀ ਸੋਚਣ ਨੂੰ ਮਜਬੂਰ ਹੋਣਾ ਪੈਂਦਾ ਕਿ ਕਿਸ ਤਰੀਕੇ ਦੀ ਲੀਡਰਸ਼ਿਪ ਜਿਹੜੀ ਹੈ ਸਾਨੂੰ ਉਹ ਲੈ ਕੇ ਜਾਂਦੀ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਸਰਦਾਰ ਅਵਤਾਰ ਸਿੰਘ ਮੱਕੜ ਹੋਣਾ ਕੋ ਜਿਹੜਾ ਅਸੀਂ ਇਸ ਤਰੀਕੇ ਦੇ ਜਿਹੜੇ ਵੀ ਉਹਨਾਂ ਦੇ ਨਾਲ ਰੋਕ ਰਹੇ ਨੇ ਉਹਨਾਂ ਕੋ ਵੀ ਅਸੀਂ ਜਿਹੜੀ ਆ ਜ਼ਰੂਰ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਸਮੇਂ ਸਿਰ ਜਾਣਨ ਦੀ ਕੋਸ਼ਿਸ਼ ਕਰੀ ਕਿ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਹੈਗਾ ਕਾਲ ਤਖਤ ਦਾ, ਮੇਰੀ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਹੋਇਆ। ਮੈਂ ਫਿਰ ਜਿਹੜੇ ਪ੍ਰੋਫੈਸਰ ਮਨਜੀਤ ਸਿੰਘ ਨੇ ਸਾਬਕਾ ਜਥੇਦਾਰ, ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ। ਤਕਰੀਬਨ ਮੈਂ ਜਾਣਾ, ਮੈਂ ਸਾਰਿਆਂ ਨਾਲ ਗੱਲਬਾਤ ਜ਼ਰੂਰ ਕਰਦਾ। ਕੱਲ ਨੂੰ ਇਹ ਨਾ ਹੋਵੇ ਵੀ ਇਹ ਨਾ ਉਲਾਮਾ ਰਵੇ ਵੀ ਤੁਸੀਂ ਗੱਲਬਾਤ ਨਹੀਂ ਸਾਡੇ ਨਾਲ ਕੀਤੀ, ਅਸੀਂ ਤਾਂ ਨਹੀਂ ਕਰ ਸਕੇ। ਮੇਰੇ ਕੋਲ ਹਰ ਪ੍ਰੂਫ ਹੈ, ਹਰ ਚੀਜ਼ ਹੈ ਮੇਰੇ ਕੋਲ ਕਿ ਮੈਂ ਜਦੋਂ ਉਹਨਾਂ ਨੂੰ ਜਾ ਕੇ ਮਿਲਿਆ, ਸਾਰਾ ਕੁਝ ਹੋਇਆ। ਉਹ ਮੇਰੇ ਕੋਲ ਕੋਈ ਅੱਖੋਂ ਪਰੋਖੇ ਤੇ ਮੈਂ ਉਹਨੂੰ ਕਰ ਨਹੀਂ ਸਕਦਾ, ਹਰ ਚੀਜ਼ ਮੇਰੇ ਕੋਲ ਉਹਦਾ ਪ੍ਰੂਫ ਹੈਗਾ। ਜੀ ਬਿਲਕੁਲ। ਸੋਹਣ ਸਿੰਘ ਜੀ, ਮੈਂ ਤੁਹਾਡੇ ਕੋਲ ਇੱਕ ਪੁੱਛਦਾ ਕਿ ਜਦੋਂ ਤੁਸੀਂ ਤੇ ਵਿਅਕਤੀਗਤ ਰੂਪ ਦੇ ਵਿੱਚ ਜਾ ਕੇ ਵੇਖਦੇ ਹੋ ਤੇ ਇਹਨਾਂ ਦਾ ਰਹਿਣ ਸਹਿਣ ਜਿਹੜਾ ਉਹ ਕਿਸ ਤਰੀਕੇ ਦਾ ਹੈਗਾ, ਕਿਸ ਤਰੀਕੇ ਦੀ ਸਥਿਤੀ ਦੇ ਵਿੱਚ ਰਹਿ ਰਹੇ ਨੇ, ਫਾਈਨੈਂਸ਼ੀਅਲੀ ਇਹਨਾਂ ਦੇ ਕੀ ਕੰਡੀਸ਼ਨ ਹੈਗੀ ਹੈ, ਜਾਂ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਕਿੰਨਾ ਕੁ ਜ਼ਿਆਦਾ ਉਹ ਸੈੱਟ ਸਮਝਦੇ ਨੇ? ਇਹ ਸਵਾਲ ਜਿਹੜਾ ਕਾਫੀ ਵਿਸਥਾਰ ਦੀ ਮੰਗ ਕਰਦਾ। ਜਿੱਥੋਂ ਤੱਕ ਉਹਨਾਂ ਦੇ ਮਾਨਸਿਕ ਪੱਧਰ ਦੀ ਗੱਲ ਆ, ਉਹਨਾਂ ਵਿੱਚ ਅਸੀਂ ਜਿਹੜਾ ਦੇਖਿਆ ਜਾ ਕੇ ਕਿ ਲਗਭਗ 4 ਜ਼ਿਲ੍ਹਿਆਂ ਦੇ ਵਿੱਚ 3 ਸਿੱਖ ਸਿਕਲੀਗਰ ਜਿਹੜੇ ਉਹ ਸਰਕਾਰੀ ਨੌਕਰੀ ਤੇ ਆ, ਤੇ ਰਹਿਣ ਸਹਿਣ ਝੌਪੜੀਆਂ ਨੇ। ਕਈ ਘਰਾਂ ਦੇ ਵਿੱਚ ਅਸੀਂ ਵੀਡੀਓ ਜਿਹੜੇ ਉਹ ਫੇਸਬੁੱਕ ਤੇ YouTube ਤੇ ਲੋਡ ਕੀਤੇ ਹੋਏ ਨੇ ਕਿ ਉਹਨਾਂ ਨੇ ਬਾਂਸਾਂ ਦੀਆਂ ਫੱਟੀਆਂ ਦੀਆਂ ਦੀਵਾਰਾਂ ਬਣਾ ਕੇ ਉਹਨਾਂ ਨੂੰ ਗੋਹੇ ਤੇ ਮਿੱਟੀ ਨਾਲ ਲਿਪਿਆ ਹੋਇਆ। ਇੱਕੋ ਹੀ ਕਮਰੇ ਦੇ ਅੰਦਰ ਬੱਕਰੀਆਂ ਨੇ, ਕਮਰਾ ਨਹੀਂ ਝੌਪੜੀ ਹੈ, ਮਾਫ ਕਰਨਾ, ਉਹਦੇ ਅੰਦਰ ਹੀ ਬੱਕਰੀਆਂ ਨੇ, ਉਹਦੇ ਅੰਦਰ ਚੁੱਲ੍ਹਾ। ਇਹਨਾਂ ਦੇ ਬੱਚੇ ਜਿਹੜੇ 5-5 6-6 ਹੁੰਦੇ ਨੇ, ਸਾਰੇ ਉਸੇ ਝੌਪੜੀ ਅੰਦਰ ਸੌਂਦੇ ਨੇ। ਇੰਨਾ ਬੁਰਾ ਹਾਲ ਹੈ, ਮੈਂ ਸਮਝਦਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਲੇਡੀਜ਼ ਜਿਹੜੀਆਂ ਨੇ 2-2 ਕਿਲੋਮੀਟਰ ਤੋਂ ਚੁੱਕ ਕੇ ਲਿਆਉਂਦੀਆਂ ਨੇ। ਜਿੰਨੀ ਕੁ ਸਾਡੇ ਸਮਰੱਥਾ ਸੀ, ਅਸੀਂ 27 ਪਿੰਡਾਂ ਦੇ ਵਿੱਚ ਬਣਜਾਰੇ ਵੀਰਾਂ ਦੇ ਤੇ ਸਿਕਲੀਗਰ ਵੀਰਾਂ ਦੇ ਪਿੰਡਾਂ ਵਿੱਚ ਪਾਣੀ ਦੇ ਬੋਰ ਕੀਤੇ। ਫਿਰ ਅਸੀਂ ਅਗਲਾ ਰਸਤਾ ਚੁਣਿਆ, ਅਸੀਂ ਇਹਨਾਂ ਨੂੰ ਰੁਜ਼ਗਾਰ ਨਾਲ ਜੋੜਨਾ ਸ਼ੁਰੂ ਕੀਤਾ। ਗੱਡੀਆਂ ਲੈ ਕੇ ਦਿੱਤੀਆਂ, ਕਰਿਆਨੇ ਦੀ ਦੁਕਾਨ ਪਾ ਕੇ ਦਿੱਤੀਆਂ, ਕਿਸੇ ਨੂੰ ਵਰਕਸ਼ਾਪ ਲਾ ਕੇ ਦਿੱਤੀ, ਕਿਸੇ ਨੂੰ ਚੱਕੀ ਲਾ ਕੇ ਦਿੱਤੀ। ਜਿਹੜੇ ਤਾਲੇ ਚਾਬੀ ਰਿਪੇਅਰ ਕਰਦੇ ਸੀ, ਫੇਰੀ ਦਾ ਕੰਮ ਕਰਦੇ ਸੀ, ਲਗਭਗ 180-90 ਬੱਚਿਆਂ ਨੂੰ ਤਾਲੇ ਚਾਬੀ ਦਾ ਕੰਮ ਦਿੱਤਾ। ਅਸੀਂ ਘੱਟ ਤੋਂ ਘੱਟ 4 ਪਿੰਡਾਂ ਦੀ ਫੀਸ ਆਪਣੀ ਸੰਸਥਾ ਮਾਰਕੋ ਫਾਊਂਡੇਸ਼ਨ ਵੱਲੋਂ ਅੱਜ ਵੀ ਦੇ ਰਹੇ ਹਾਂ, ਤੇ 300 ਦੇ ਲਗਭਗ ਅਸੀਂ ਰੁਜ਼ਗਾਰ ਕਰ ਦਿੱਤੇ ਆ। ਹੁਣ ਵੀ ਜਦੋਂ ਆ ਕਰੋਨਾ ਮਹਾਮਾਰੀ ਫੈਲੀ ਹੈ, ਘੱਟੋ ਘੱਟ 27 ਪਿੰਡਾਂ ਦੇ ਵਿੱਚ ਅਸੀਂ ਰਸਦ ਨੂੰ ਮੁਹੱਈਆ ਕਰਵਾਇਆ। ਦਿੱਲੀ ਦੇ ਵਿੱਚ ਸੁਲਤਾਨਪੁਰੀ, ਚੰਦਰ ਵਿਹਾਰ, ਤਿਲਕ ਵਿਹਾਰ ਦੇ ਅੰਦਰ ਜਿੱਥੇ ਸਿੱਖ ਸਿਕਲੀਗਰ ਬੈਠੇ ਨੇ, ਉੱਥੇ ਸੇਵਾ ਪਹੁੰਚਾਈ ਆ। ਇੱਕ ਦੁੱਖ ਦਾ ਜਾਂ ਆਪਣੇ ਦਿਲ ਦਾ ਦਰਦ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਫਿਸ ਹੈ, ਉਹਦੇ ਤੋਂ 20 ਮਿੰਟ ਦਾ ਰਸਤਾ ਪੈਂਦਾ ਢਹਿ ਭਾਈ, ਜਿੱਥੇ 35 ਸਿੱਖ ਸਿਕਲੀਗਰ ਪਰਿਵਾਰ ਨੇ। ਅਸੀਂ 3 ਦਿਨ ਤੱਕ SGPC ਦੇ ਆਫਿਸ 'ਚ ਫੋਨ ਕਰਦੇ ਰਹੇ, ਕਿਸੇ ਨੇ ਸਹਾਇਤਾ ਨਹੀਂ ਪਹੁੰਚਾਈ। ਲਾਕਡਾਊਨ ਦੇ ਕਰਕੇ ਅਸੀਂ ਜਾ ਨਹੀਂ ਸੀ ਸਕਦੇ। ਫਿਰ ਅਸੀਂ ਹੱਲ ਕੱਢਿਆ ਕਿ ਇੱਕ ਦੁਕਾਨਦਾਰ ਦੇ ਅਕਾਊਂਟ 'ਚ ਪੈਸੇ ਪਾਏ। ਮੇਰੇ ਨਾਲ ਤਰਨਦੀਪ ਸਿੰਘ ਸੀਗੇ ਜਿਹੜੇ ਸਿੱਖ ਕੌਂਸਲ ਆਫ ਸਕਾਟਲੈਂਡ ਤੋਂ ਆ। ਪਹਿਲਾਂ 20,000 ਰੁਪਇਆ ਅਸੀਂ ਪਾਇਆ, ਮੁੜ ਕੇ ਉਹਨਾਂ ਕੋਲ ਰਸਦ ਫੇਰ ਘਟ ਗਈ। ਫਿਰ ਬ੍ਰਿਟਿਸ਼ ਸਿੱਖ ਕੌਂਸਲ ਦੇ ਭਾਈ ਤਰਸੇਮ ਸਿੰਘ ਜੀ ਕਹਿੰਦੇ, ਸੋਹਣ ਸਿੰਘ ਜੀ ਇਹ ਕੰਮ ਮੈਨੂੰ ਦੇ ਦਿਓ। 35,000 ਰੁਪਇਆ ਬਾਅਦ ਦੇ ਵਿੱਚ ਉਹਨਾਂ ਨੇ ਭੇਜਿਆ। ਇਹ SGPC ਦੇ ਆਫਿਸ ਤੋਂ ਜਸਟ 20 ਮਿੰਟ ਦਾ ਰਸਤਾ। 35 ਸਿਕਲੀਗਰ ਪਰਿਵਾਰ ਨੇ, ਉਹਨਾਂ ਦੀ ਵੀ ਇਹਨਾਂ ਨੇ ਸਾਰ ਨਹੀਂ ਜੇ ਲਈ। ਉਲਟਾ ਉਹ ਜਿਹੜੇ ਸ਼ਸਤਰ ਬਣਾਉਂਦੇ ਨੇ, ਤਲਵਾਰਾਂ ਬਣਾਉਂਦੇ ਨੇ, ਸ੍ਰੀ ਸਾਹਿਬ ਬਣਾਉਂਦੇ ਨੇ, ਉਹਨਾਂ ਨੂੰ ਕੁਛ ਇੱਕ ਸਿੱਖ ਉਹਨਾਂ ਕੋਲੋਂ ਸਸਤੇ ਭਾਅ ਤੇ ਲੈ ਕੇ ਉਤੋਂ 3, 4 ਜਾਂ 5 ਗੁਣਾ ਰੇਟ ਤੇ ਵੇਚ ਰਹੇ ਨੇ। ਇਹ ਵੀ ਇੱਕ ਤਰ੍ਹਾਂ ਦਾ ਸਿੱਖ ਸਿਕਲੀਗਰ ਦਾ ਸ਼ੋਸ਼ਣ ਹੈ। ਤੁਸੀਂ ਹੈਰਾਨ ਹੋ ਜਾਓਗੇ, ਪੰਜਾਬ ਦੇ ਅੰਦਰ ਵੀ ਜਿਹੜੀ ਸਿੱਖ ਸਿਕਲੀਗਰ ਦੀ ਗਿਣਤੀ ਹੈ ਉਹ 70-80 ਹਜ਼ਾਰ ਦੇ ਲਗਭਗ ਤੇ ਸਾਨੂੰ ਪਤਾ ਹੈ। ਕੁਛ ਜਗ੍ਹਾ ਤੇ ਅਸੀਂ ਪਹੁੰਚ ਨਹੀਂ ਕਰ ਪਾਏ। ਹਰਿਆਣੇ ਅੰਦਰ ਵੀ ਸਿੱਖ ਸਿਕਲੀਗਰ ਹੈਗੇ ਨੇ, ਜੰਮੂ ਕਸ਼ਮੀਰ ਦੇ ਲਾਗੇ ਸਾਗੇ ਵੀ ਸਿੱਖ ਸਿਕਲੀਗਰ ਹੈਗੇ ਨੇ, ਬਣਜਾਰੇ ਵੀ ਆਲ ਓਵਰ ਇੰਡੀਆ ਨੇ। ਅਸੀਂ ਕਦੀ ਵੀ ਕਿਸੇ ਵੀ ਸਰਮੌਰ ਸੰਸਥਾ ਨੇ SGPC ਦਾ ਬਜਟ ਮਾਫ ਕਰਨਾ 1100 ਕਰੋੜ ਰੁਪਈਆ ਸਾਲਾਨਾ ਆ।
5 ਕਰੋੜ ਦੇ ਲਗਭਗ ਇਹ ਜੀ। ਸਿੱਖ ਸਿਕਲੀਗਰ ਤੇ ਬਣਜਾਰਿਆਂ ਲਈ ਰੱਖਦੇ ਨੇ। SGPC ਵਾਲੇ ਸਾਨੂੰ ਇਹ ਦਿਖਾ ਦੇਣ ਕਿ ਉਹਨਾਂ ਨੇ ਪੈਸੇ ਕਿੱਥੇ ਖਰਚੇ ਨੇ। ਇੱਕ ਮੇਰੇ ਦਿਲ ਦਾ ਦਰਦ ਜਿਹੜਾ ਅੱਜ ਮੈਂ ਕਹਿਣ ਲੱਗਿਆ, 2016 ਦੇ ਵਿੱਚ ਜਦੋਂ ਸਿੱਖ ਸਿਕਲੀਗਰਾਂ ਤੇ ਨਜਾਇਜ਼ ਕੇਸ ਬਣ ਰਹੇ ਸੀ, ਅਸੀਂ ਉਦੋਂ ਇੱਕੋ ਹੀ ਪਿੰਡ ਦੇ 21 ਸਿੱਖ ਸਿਕਲੀਗਰ ਗੁਰੂ ਦੀ ਕਿਰਪਾ ਦੇ ਨਾਲ ਤੇ ਸੰਗਤਾਂ ਦੀ ਸਹਿਯੋਗ ਦੇ ਨਾਲ ਜਿਹੜੇ ਨਜਾਇਜ਼ ਫੜੇ ਸੀ ਸੰਗਨੂਰ ਪਿੰਡ ਦੇ, ਪੁਲਿਸ ਕੋਲੋਂ ਛੁਡਵਾ ਤੇ SGPC ਨੇ ਵੀ ਆਪਣਾ ਇੱਕ ਨੁਮਾਇੰਦਾ ਭੇਜ ਦਿੱਤਾ ਵੀ ਜਾ ਤੂੰ ਵੀ ਜਾ ਕੇ ਸਰਵੇ ਕਰਕੇ ਆ ਉੱਥੇ ਕੀ ਹੋਇਆ। ਉਹ ਨੁਮਾਇੰਦਾ ਜਿਹੜਾ ਆ ਉਹ ਜਾ ਕੇ ਇੰਦੌਰ ਬੈਠਾ ਰਿਹਾ, ਉੱਥੋਂ ਸਿੱਖ ਸਿਕਲੀਗਰਾਂ ਦੇ ਪਿੰਡ 250-300 ਕਿਲੋਮੀਟਰ ਦੂਰ ਪੈਂਦੇ ਸੀ, ਉਹਨਾਂ ਪਿੰਡਾਂ 'ਚ ਨਹੀਂ ਗਿਆ। ਬਾਅਦ 'ਚ ਮੈਨੂੰ ਫੋਨ ਕੀਤਾ ਵੀ ਮੈਂ ਰਿਪੋਰਟ ਬਣਾਉਣੀ ਆ, ਮੈਨੂੰ ਦੱਸ ਮੈਂ ਕੀ ਲਿਖ ਕੇ ਪਾ ਦੇਵਾਂ, ਕਿਹੜੇ ਕਿਹੜੇ ਪਿੰਡਾਂ 'ਚ ਮੈਂ ਗਿਆ ਸੀ। ਮਤਲਬ ਉਹ ਪੈਸੇ ਲੈ ਕੇ ਗਿਆ, ਟਿਕਟ ਸਾਡੇ ਪੈਸਿਆਂ ਦੀ ਆ, ਗੁਰੂ ਗੋਲਕ ਗਰੀਬ ਦਾ ਮੂੰਹ ਹੈ। ਘੱਟੋ ਘੱਟ ਇਦਾਂ ਦੇ ਬੇਸ਼ਰਮ ਲੋਕ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਬਾਰੇ ਰਿਪੋਰਟ ਬਣਾਉਣੀ ਸੀ, ਪਰ ਸ਼ਹਿਰ ਦੇ ਹੋਟਲ ਵਿੱਚ ਜਾ ਕੇ ਬੈਠੇ ਨੇ। ਮੈਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਕਿ ਇਹ ਜਿਹੜੇ ਸਿਆਸੀ ਲੋਕ ਨੇ ਅਸਲ 'ਚ ਧਾਰਮਿਕ ਨਹੀਂ ਹੈ। ਧਰਮ ਜਿਹੜਾ ਏਕੋ ਧਰਮ ਦਿਰੜੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ, ਇਹ ਧਰਮ ਹੀ ਨਹੀਂ ਹੈ, ਇਹ ਸਿਆਸੀ ਨੇ। ਇੱਕ ਹਰ ਤਰ੍ਹਾਂ ਦੇ ਨਾਲ ਗਲਬਾ ਜਿਹੜਾ ਆ ਪੰਜਾਬ ਦੀ ਸਿਆਸਤ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਧਰਮ ਦੀ ਆੜ ਲੈ ਕੇ। ਜੇ ਇਹ ਧਾਰਮਿਕ ਹੋਣ, ਧਰਮ ਤੇ ਜਿਹੜਾ ਧਰਮ ਤੇ ਆਪਸ ਵਿੱਚ ਬੈਰ ਰੱਖਣਾ ਸਿਖਾਲਦਾ ਹੀ ਨਹੀਂ, ਧਰਮ ਤੇ ਗਰੀਬ ਦੀ ਬਾਹ ਫੜਦਾ। ਮੇਰੇ ਸਤਿਗੁਰੂਆਂ ਨੇ ਅਕਾਲ ਤਖਤ ਸਾਹਿਬ ਤੇ ਜੇ ਕੋਈ ਮਦਦ ਮੰਗਣ ਆਇਆ, ਸਿੰਘਾਂ ਨੇ ਉਹਦੀ ਮਦਦ ਕੀਤੀ ਹੈ। ਅੱਜ ਅਸੀਂ ਲੰਗਰ ਪੂਰੇ ਸੰਸਾਰ ਵਿੱਚ ਵਰਤਾ ਰਹੇ ਹਾਂ, ਪਰ ਅਜੇ ਵੀ ਬਹੁਤ ਸਾਰੇ ਸਿੱਖ ਸਿਕਲੀਗਰ ਤੇ ਬਣਜਾਰਿਆਂ ਦੇ ਪਿੰਡ ਨੇ ਜਿੱਥੇ ਲੰਗਰ ਅਜੇ ਵੀ ਨਹੀਂ ਪਹੁੰਚਿਆ। ਸਾਡੇ ਕੋਲ ਇਹੋ ਜਿਹੇ ਪਿੰਡਾਂ ਦੇ ਨਾਮ ਨੇ, ਸਿਰੇਵਲ ਵਗੈਰਾ, ਜਿਹੜੇ ਰਿਮੋਟ ਜੰਗਲਾਂ ਦੇ ਅੰਦਰ ਨੇ। ਪਚੌਰੀ ਵਰਗੇ ਪਿੰਡ ਨੇ ਜਿੱਥੇ ਕੋਈ ਅੱਜ ਤੱਕ ਗਿਆ ਹੀ ਨਹੀਂ ਹੈ। ਬਣਜਾਰਿਆਂ ਦੇ ਇਹੋ ਜਿਹੇ ਪਿੰਡ ਨੇ ਬੈਤੂਲ ਦੇ ਲਾਗੇ ਜਿੱਥੇ ਕੋਈ ਪਹੁੰਚਿਆ ਹੀ ਨਹੀਂ ਹੈ। ਇਸ ਕਰਕੇ ਸਾਨੂੰ ਅੱਜ ਲੋੜ ਬਣਦੀ ਹੈ ਕਿ ਅਸੀਂ ਪਹਿਲਾਂ ਤੇ ਮਰਦਮਸ਼ੁਮਾਰੀ ਆਪਣੀਆਂ ਸੰਸਥਾਵਾਂ ਦੇ ਰਾਹੀਂ ਆਪ ਕਰੀਏ, ਪਰ ਇਹ ਕਰਨਾ ਨਹੀਂ ਚਾਹੁੰਦੇ। ਇਹਨਾਂ ਨੂੰ ਪੰਜਾਬ ਦੀ ਸਿਆਸਤ ਤੋਂ ਫੁਰਸਤ ਮਿਲੇ, ਇੱਕ ਦੂਜੇ ਨੂੰ ਵੱਧ ਘੱਟ ਬੋਲਣ ਤੋਂ ਫੁਰਸਤ ਮਿਲੇ, ਇਲਜ਼ਾਮਬਾਜ਼ੀ ਤੋਂ ਫੁਰਸਤ ਮਿਲੇ, ਗੋਲਕਾਂ ਦੀ ਚੋਰੀ ਤੋਂ ਫੁਰਸਤ ਮਿਲੇ, ਤਾਂ ਹੀ ਮੈਂ ਸਮਝਦਾ ਵੀ ਇਹ ਹੋਰ ਕੰਮ ਕਰਨ। ਅਸਲ ਦੇ ਵਿੱਚ ਸਿਆਸਤ ਨੂੰ ਛੱਡ ਕੇ ਜਿੱਦਾਂ ਬਾਹਰਲੀਆਂ ਸੰਸਥਾਵਾਂ ਆ ਕੇ ਕੰਮ ਕਰਦੀਆਂ ਨੇ। ਹੁਣ ਸਾਡਾ ਦਰਦ ਜਿਹੜਾ ਆ, ਮੈਂ ਇੱਕ ਇੱਥੇ ਬੇਨਤੀ ਕਰ ਦਵਾਂ, ਸਿੱਖ ਸਿਕਲੀਗਰਾਂ ਦਾ ਤੇ ਬਣਜਾਰਿਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਜਿਹੜਾ ਇਹਨਾਂ ਨੂੰ ਆਪ ਨੂੰ ਨਹੀਂ ਪਤਾ। ਉਹ ਖੂਨ ਨਾਲ ਲਿਖਿਆ ਹੋਇਆ ਇਤਿਹਾਸ ਹੈ। ਬਹੁਤ ਸਾਰੇ ਬਣਜਾਰੇ, ਬਹੁਤ ਸਾਰੇ ਸਿਕਲੀਗਰ ਜਿਹੜੇ ਜੰਗਾਂ ਯੁੱਧਾਂ ਦੇ ਅੰਦਰ ਸ਼ਹੀਦ ਹੋਏ ਨੇ। ਇਹਨਾਂ ਸਿਕਲੀਗਰਾਂ ਨੇ ਜੰਗੇ ਆਜ਼ਾਦੀ ਲਈ ਵੀ ਹਥਿਆਰ ਬਣਾਏ ਨੇ, ਮਹਾਰਾਜਾ ਰਣਜੀਤ ਸਿੰਘ ਜੀ ਲਈ ਵੀ ਹਥਿਆਰ ਬਣਾਏ ਨੇ, ਬਾਬਾ ਬੰਦਾ ਸਿੰਘ ਬਹਾਦਰ ਜੀ ਲਈ ਵੀ ਹਥਿਆਰ ਬਣਾਏ ਨੇ। ਜਿਹੜੀ ਨਾਗਣੀ ਹਾਥੀ ਦੇ ਮੱਥੇ ਵਿੱਚ ਭਾਈ ਬਚਿੱਤਰ ਸਿੰਘ ਜੀ ਨੇ ਮਾਰੀ ਸੀ, ਉਹ ਬਣਜਾਰਾ ਸੀ, ਤੇ ਜਿਹੜੇ ਸਿੱਖ ਸਿਕਲੀਗਰ ਉਸ ਨਾਗਣੀ ਨੂੰ ਬਣਾਉਣ ਵਾਲੇ ਸੀ। ਮੈਂ ਸਮਝਦਾ ਇੰਨੀ ਚੜ੍ਹਦੀ ਕਲਾ ਵਾਲੇ ਸਿੰਘ ਤੇ ਅੱਜ ਉਹਨਾਂ ਦੇ ਇਹ ਹਾਲਾਤ, ਮੈਨੂੰ ਸ਼ਰਮ ਆਉਂਦੀ ਹੈ। ਖੂਨ ਦੇ ਹੰਝੂ ਅਸੀਂ ਰੋਨੇ ਆ ਜਦੋਂ ਅਸੀਂ ਇਹ ਸਾਰਾ ਕੁਝ ਦੇਖਦੇ ਹਾਂ। ਯਕੀਨ ਕਰਿਓ, ਮੇਰੇ ਕੁਝ ਇਹ ਜਿਹੜੇ ਇਤਿਹਾਸ ਦੀ ਮੈਂ ਗੱਲ ਕਰਦਾ, ਰਿਕਾਰਡ ਕਰਕੇ YouTube ਤੇ ਪਾਇਆ ਹੋਇਆ, ਕੁਝ ਟੀਵੀ ਚੈਨਲਾਂ ਨੇ ਦਿਖਾ ਲਿਆ ਵੀ ਸੀ। ਬਟ ਅੱਜ ਸਮੇਂ ਦੀ ਇਹ ਮੰਗ ਆ, ਜੇ ਅਸੀਂ ਰਾਜ ਕਰੇਗਾ ਖਾਲਸਾ ਕਲਪ ਨੂੰ ਪੂਰਾ ਕਰਨਾ ਹੈ ਤੇ ਪੂਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਹੀ ਆਉਣਾ ਪਏਗਾ। ਨਹੀਂ ਤੇ ਫਿਰ ਸਿਆਸਤ ਛੱਡੋ, ਘਰ ਨੂੰ ਜਾਓ। ਫਿਰ ਅਸੀਂ ਦੇਖਦੇ ਹਾਂ ਕੀ ਕਰਨਾ। ਅਸੀਂ ਹੋਕਾ ਦਿੰਨੇ ਆ ਤੁਹਾਡੇ। ਜੀ ਜੀ ਦਲੀਪ ਸਿੰਘ ਜੀ, ਮੈਂ ਤੁਹਾਡੇ ਕੋਲ ਹੈ, ਜਿਹੜੇ ਤੁਹਾਡੇ ਜਿਹੜੇ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਹੋ ਇਸ ਵੇਲੇ MP ਦੇ ਵਿੱਚ, ਉਹਦੇ ਵਿੱਚ ਕਿੰਨੀ ਆਬਾਦੀ ਹੈ ਇਸ ਵੇਲੇ ਤੁਹਾਡੇ ਭਾਈਚਾਰੇ ਦੀ? ਵੀਰ ਜੀ ਜਿਹੜੇ ਬਣਜਾਰੇ ਹੈਗੇ 60 ਲੱਖ ਕਰੀਬ ਹੈਗੇ MP ਦੇ ਅੰਦਰ। ਜਿਹੜੇ ਬਣਜਾਰੇ ਹੈਗੇ, ਜਿਹੜੇ ਕਾਫੀ ਜਿਹੜੇ ਸਿੱਖੀ ਸਰੂਪ ਦੇ ਹੈਗੇ, ਵੱਖ-ਵੱਖ ਜੀ, ਵੱਖ-ਵੱਖ ਸ਼ਹਿਰਾਂ ਤੇ, ਬੜਵਾਨੀ, ਧਾਰ, ਇੰਦੌਰ, ਖੰਡਵਾ, ਬ੍ਰਹਮਪੁਰ। ਮੇਰੇ ਸ਼ਹਿਰ ਵਿੱਚ ਵੀਰ ਜੀ 70,000 ਕਰੀਬ ਹੈਗੇ ਮੇਰੇ ਸ਼ਹਿਰ ਤੇ, ਡਿਸਟ੍ਰਿਕਟ ਤੇ ਖਾਲੀ एक डिस्ट्रिक्ट से 70,000 करीब है हमारे। गुरु घर बहुत घाट है वीर जी, एक कोई घर है, एक कोई गुरु घर है। विस्तार वीर जी बंजारे ते मिनिमम 25, हाँ जी, पूरे एमपी के अंदर बंजारे सिंघां दे गुरु घर है 25 से गुरुद्वारे करीब है। ओके, तो तुहाडे डिस्ट्रिक्ट दे विच एक गुरु घर है? एक कोई जी। ਤੇ ਉਹਦੇ ਵਿੱਚ ਸੰਗਤ ਜਿਹੜੀ ਉਹ 60,000 ਤੋਂ ਵੱਧ ਹੈ? ਜੀ। ਤੇ ਦਿਨ ਦਿਹਾੜ ਦੇ ਜਦੋਂ ਹੁੰਦੇ ਨੇ, ਖਾਸ ਤੌਰ ਤੇ ਵਿਸਾਖੀ ਲਗਾ ਲਓ ਜਾਂ ਕੋਈ ਗੁਰਪੁਰਬ ਹੁੰਦੇ ਨੇ,
ਤਾਂ ਉਦੋਂ ਕਿਸ ਤਰੀਕੇ ਨਾਲ ਤੁਸੀਂ ਉੱਥੇ ਇਕੱਠੇ ਹੁੰਦੇ ਹੋ? ਵੀਰ ਜੀ ਜਿਹੜੇ ਵਣਜਾਰੇ ਉਹ ਨਹੀਂ ਆ ਪਾਉਂਦੇ ਨੇ ਇਤਨੀ ਦੂਰ, ਉਹ ਘਰ ਹੀ ਆਪਣੇ ਕੜਾਹ ਪ੍ਰਸਾਦ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਕੜਾਹ ਪ੍ਰਸਾਦ ਬਣਾ ਕੇ ਇਕੱਠੇ ਹੋ ਕੇ ਉਸ ਦਿਨ ਅਰਦਾਸ ਕਰਦੇ ਨੇ। ਉਹ ਉਹਨੂੰ ਕਹਿੰਦੇ ਨੇ ਭੋਗ ਲਾਓ, ਕੜਾਹ ਪ੍ਰਸਾਦ ਦਾ ਭੋਗ ਲਾਓ। ਏਦਾਂ ਉਹਨਾਂ ਲੋਕ ਮੰਨਦੇ ਨੇ ਹਰ ਸਾਲ, ਯਾਨੀ ਕਿ ਜਦੋਂ ਵੀ ਗੁਰਪੁਰਬ ਆਉਂਦੇ ਨੇ ਆਪਣੇ ਪਿੰਡਾਂ ਵਿੱਚ ਹੀ ਕੜਾਹ ਪ੍ਰਸਾਦ ਬਣਾ ਕੇ ਅਰਦਾਸ ਕਰਦੇ ਨੇ। ਉਹ ਪਿੰਡਾਂ ਵਿੱਚ ਹੀ ਹੁੰਦਾ ਇਹ ਸਾਰਾ ਕੁਝ। ਓਕੇ, ਸ਼ਹਿਰਾਂ ਵਿੱਚ ਬਹੁਤ ਘੱਟ ਜਾਂਦੇ ਨੇ, ਬਹੁਤ ਘੱਟ ਜਾਂਦੇ ਨੇ। ਤੇ ਜਿਹੜਾ ਤੁਹਾਡਾ ਬਹੁਤ। ਇਲਾਕਾ ਹੈਗਾ ਉਹਦੇ ਵਿੱਚ ਧਰਮ ਪ੍ਰਚਾਰ ਦੇ ਲਈ ਕਿਸ ਤਰੀਕੇ ਦਾ ਸਾਧਨ ਤੁਸੀਂ ਵਰਤਦੇ ਹੋ? ਤੁਹਾਨੂੰ ਕੌਣ ਸਪੋਰਟ ਕਰਦਾ? ਕਿ ਕਦੀ ਕਿਸੇ ਕਮੇਟੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਦੇ ਕੋਈ ਲਿਟਰੇਚਰ ਭੇਜਿਆ, ਕੋਈ ਕਿਤਾਬਾਂ ਭੇਜੀਆਂ, ਕੋਈ ਲਾਇਬ੍ਰੇਰੀ ਦਾ ਇੰਤਜ਼ਾਮ ਕੀਤਾ, ਜਾਂ ਕਿਸੇ ਤਰੀਕੇ ਦਾ ਹੋਰ ਕੋਈ ਸੋਰਸ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ? ਨਹੀਂ ਵੀਰ ਜੀ, ਨਾ ਸ਼੍ਰੋਮਣੀ ਕਮੇਟੀ ਨਾ ਦਿੱਲੀ ਕਮੇਟੀ। ਅਸੀਂ ਮੱਕੜ ਕੇ ਟਾਈਮ ਤੇ ਪ੍ਰਧਾਨ ਹੈਗੇ ਸੀ ਮੱਕੜ ਸਾਹਿਬ, ਉਸ ਟਾਈਮ ਵੀ ਅਸੀਂ ਆਪਣੇ ਅਪਰੋਚ ਕੀਤੇ ਸੀ ਵੀ ਸਾਨੂੰ ਪ੍ਰਚਾਰਕ ਹੀ ਰੱਖ ਲਓ ਤੁਸੀਂ ਸ਼੍ਰੋਮਣੀ ਕਮੇਟੀ ਤੇ। ਉਹਨਾਂ ਨੇ ਨਹੀਂ ਰੱਖਿਆ, ਨਾ ਦਿੱਲੀ ਕਮੇਟੀ ਰੱਖੀ। ਉਸ ਟਾਈਮ ਤੇ ਅਸੀਂ ਬੜੇ ਥਾਂ ਥਾਂ ਤੇ ਗਏ, ਸਾਨੂੰ ਫੜਿਆ ਨਹੀਂ ਹੱਥ ਬਾਹਾਂ। ਉਸ ਟਾਈਮ ਤੇ ਫਿਰ ਆਪ ਹੀ ਆਨੇ, ਚਲੋ ਅਸੀਂ ਪ੍ਰਚਾਰ ਕਰੀਏ, ਆਪਣੇ ਵਣਜਾਰੇ ਸਿੰਘਾਂ ਨੂੰ ਸਿੱਖੀ ਨਾਲ ਜੋੜੀਏ। ਅਸੀਂ ਆਪ ਹੀ ਤੁਰ ਚੱਲ ਪੜੇ ਉਸ ਟਾਈਮ ਤੇ। ਤੇ ਉਸ ਟਾਈਮ ਤੇ ਗੁਰਮਤ ਪ੍ਰਚਾਰ ਜਿਹੜੀ ਸੰਸਥਾ ਹੈਗੀ ਨਾਗਪੁਰ ਦੀ, ਸਰਦਾਰ ਮਲਕੀਤ ਸਿੰਘ ਜੀ ਬਲ ਸਾਹਿਬ ਜੀ, ਉਹਨਾਂ ਨੇ ਸਾਨੂੰ ਪ੍ਰਚਾਰਕ ਤੌਰ ਤੇ ਰੱਖਿਆ। ਫਿਰ ਅਸੀਂ ਪ੍ਰਚਾਰ ਕਰਦੇ ਗਏ ਫਿਰ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦਾ ਰਿਹਾ ਕਾਫੀ ਸਮੇਂ ਤੱਕ। ਹੁਣ ਵੀ ਗਿਆਨੀ ਸੋਹਣ ਸਿੰਘ ਖਾਲਸਾ ਦੇ ਰਾਹੀਂ ਅਸੀਂ ਸੇਵਾ ਸੰਭਾਲ ਕਰਦੇ ਪਏ ਗਏ ਐਮਪੀ ਦੇ ਅੰਦਰ ਪ੍ਰਚਾਰ ਦੀ, ਥਾਂ ਥਾਂ ਤੇ ਜਾ ਕੇ। ਬਾਕੀ ਪ੍ਰਚਾਰ ਦੀ ਬਹੁਤ ਸਖਤ ਘਾਟ ਹੈਗੀ। ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਹੈ ਇਹ ਜਾਂਦੇ ਹੀ ਨਹੀਂ, ਇਹ ਪਿੰਡਾਂ ਵਿੱਚ ਜਾਂਦੇ ਨਹੀਂ, ਇਹ ਸ਼ਹਿਰਾਂ ਵਿੱਚ ਆਪਣੇ ਪ੍ਰੋਗਰਾਮ ਕੇ ਚਲੇ ਗਏ। ਕਿਉਂਕਿ ਉਹ ਯਾਨੀ ਕਿ ਈਰਖਾ ਰੱਖਦੇ ਨੇ, ਯਾਨੀ ਜਿਹੜੇ ਵਣਜਾਰੇ ਸ਼ਿਕਲੀ ਕਰੇਗੇ यानी ठीक नहीं रहंदे ने, थोड़े गंदे से रहंदे, इस तरह यानी कि उन्होंने कुछ भी इंजाम ला के खाली शहरों ਵਿੱਚ ਪ੍ਰਚਾਰ ਕਰਕੇ ਵਾਪਸ ਆ ਜਾਂਦੇ ਨੇ, ਪਿੰਡਾਂ ਵਿੱਚ ਨਹੀਂ ਜਾਂਦੇ। ਬੜੀ ਸਖਤ ਲੋੜ ਹੈਗੀ ਇਸ ਟਾਈਮ। ਜੇ ਪ੍ਰਚਾਰ ਹੋਏ ਤਾਂ ਲੱਖਾਂ ਨਹੀਂ ਕਰੋੜਾਂ ਦੀ ਜਨਸੰਖਿਆ ਦੇ ਸਿੱਖੀ ਸਰੂਪ ਦੇ ਆ ਸਕਦੇ ਨੇ ਵਣਜਾਰੇ ਸਿੰਘ ਅੱਜ ਵੀ। ਬਿਲਕੁਲ। ਦਲੇਰ ਸਿੰਘ ਜੀ, ਮੈਂ ਤੁਹਾਡੇ ਕਿੱਥੇ ਸਵਾਲ ਕਰਦਾ। ਦਲੇਰ ਸਿੰਘ ਜੀ, ਕਦੀ ਤੁਹਾਨੂੰ ਜਾਣਕਾਰੀ ਪਤਾ ਲੱਗੀ ਹੈ ਕਿ ਬਹੁਤ ਵੱਡਾ ਸਿੰਘ ਕੀਰਤਨ ਦਰਬਾਰ ਇਸ ਇਲਾਕੇ ਦੇ ਵਿੱਚ ਕਰਾਇਆ ਹੋਵੇ, ਬਹੁਤ ਵੱਡਾ ਕੋਈ ਪ੍ਰਬੰਧ ਕੀਤਾ ਹੋਵੇ, ਜਾਂ ਗੁਰਪੁਰਬ ਦੇ ਉੱਤੇ ਸਪੈਸ਼ਲ ਅਰੇਂਜਮੈਂਟ ਕੀਤੇ ਹੋਣ? ਕਦੀ ਇਸ ਤਰ੍ਹਾਂ ਸੁਣਿਆ ਤੁਸੀਂ ਇਸ ਇਲਾਕੇ ਦੇ ਵਿੱਚ? ਨਹੀਂ, ਇਵੇਂ ਦਾ ਕੋਈ ਨਹੀਂ ਸੁਣਿਆ। ਜਾਂਦੀਆਂ ਨੇ ਸੰਸਥਾਵਾਂ ਉੱਥੇ, ਜਾਂਦੀਆਂ ਨੇ ਆਪਣਾ ਦਿਖਾ ਕੇ, ਉਹ ਜ਼ਰੂਰ ਇਵੇਂ ਦਾ ਸੋਸ਼ਲ ਆਪਣੀ ਸ਼ੋਸ਼ਾਪਨ ਕਰਕੇ ਤੇ ਉੱਥੋਂ ਵਾਪਸ ਆ ਜਾਂਦੇ ਨੇ, ਕਰਦੇ ਨੇ ਇਕੱਠੇ। ਉਹਨਾਂ ਨੂੰ ਬੜੇ ਬੜੀਆਂ ਲਾਰੇ ਲਾ ਕੇ ਸਭ ਕੁਝ ਕਰਕੇ ਆਪਣੇ ਨਾਂ ਬਣਾਉਣ ਵਾਸਤੇ, ਆਪਣੀਆਂ ਸੰਸਥਾ ਨੂੰ ਕਾਇਮ ਕਰਨ ਵਾਸਤੇ ਉਹ ਕਰਦੇ ਨੇ ਸਾਰਾ ਕੁਝ। ਲੇਕਿਨ ਅਸੀਂ ਜਿਹੜਾ ਆਪ ਜਾ ਕੇ ਵੇਖਿਆ, ਆਪ ਵਿਚਰੇ ਆ ਉਹਦੇ ਵਿੱਚ ਜਾ ਕੇ ਵੇਖਿਆ ਜਿਹੜਾ ਕੁਛ। ਮੈਂ ਬੜਵਾਹੀ ਜਿਹੜਾ ਸੈਂਟਰ ਹੈਗਾ, ਇਹਨੂੰ ਪਤਾ ਹੈਗਾ ਦਲੀਪ ਸਿੰਘ ਨੂੰ, ਉੱਥੇ ਵੀ ਮੈਂ ਗਿਆ। ਜਦੋਂ ਜਾ ਕੇ ਉਦੋਂ ਸ਼ੁਰੂ ਕੀਤਾ, ਉੱਥੇ ਸਾਰੇ ਇਲਾਕੇ ਦੇ ਏਰੀਏ 'ਚ ਜਿੰਨੇ ਵੀ ਅਸੀਂ ਸਾਰੇ ਉਹਨਾਂ ਨੂੰ ਬੁਲਾਏ। ਔਰ ਦੇਖੋ, ਮੈਂ ਤੁਹਾਨੂੰ ਸੁਣਾ ਉੱਥੇ ਕੀ ਗੱਲ ਸਾਡੇ ਸਾਹਮਣੇ ਆਈ, ਇਹ ਕਿੰਨੀ ਦੁਖਦਾਈ। ਜੇਕਰ ਕੋਈ ਸਿੱਖ ਹੋਵੇ ਨਾ, ਤਾਂ ਜੇ ਉਹ ਇਹ ਗੱਲ ਸੁਣੇ ਤਾਂ ਫਿਰ ਉਹ ਆਪਣਾ ਕਿਰਤ ਕਮਾਈ 'ਚ ਦਸਵੰਧ ਕੱਢ ਕੇ ਇਸ ਪਾਸੇ ਨਾ ਲਾਵੇ, ਤਾਂ ਮੈਨੂੰ ਨਹੀਂ ਪਤਾ ਵੀ ਉਹ ਸਿੱਖ ਨਹੀਂ। ਕਿਉਂਕਿ ਜਦੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਜਿਹੜੀਆਂ ਜਦੋਂ ਮੁਹੰਮਦ ਗੌਰੀ ਤੇ ਗਜਨੀ ਦੇ ਬਾਜ਼ਾਰ 'ਚ ਟਕੇ ਦੇ ਵਿੱਚ ਵਿਕਦੀਆਂ ਸੀ ਨਾ, ਤਾਂ ਉਸ ਟਾਈਮ ਸਿੱਖ ਛਡਾਉਂਦੇ ਸੀ ਉਹਨਾਂ ਨੂੰ ਰਾਹ ਦੇ ਵਿੱਚੋਂ ਜਾ ਕੇ। ਲੇਕਿਨ ਅੱਜ ਸ਼ਿਕਲੀਗਰ ਵਣਜਾਰੇ ਜਿਹੜੇ ਨੇ, ਕਈ ਪਰਿਵਾਰ ਇਵੇਂ ਦੇ ਨੇ ਜਿਨ੍ਹਾਂ ਦੀਆਂ ਧੀਆਂ ਭੈਣਾਂ ਜਾ ਕੇ ਬੰਬੇ ਦੇ ਬਾਰ-ਬਾਰਾਂ 'ਚ ਡਾਂਸ ਕਰਦੇ, ਇੱਥੋਂ ਲੈ ਜਾਂਦੇ ਨੇ, ਉਹ ਜਾ ਕੇ ਉੱਥੇ ਜਾ ਕੇ ਉਹਨਾਂ ਦੇ ਕੋਲੋਂ ਇਵੇਂ ਦੇ ਕੰਮ ਕਰਵਾਉਂਦੇ ਨੇ। ਲੇਕਿਨ ਸਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ। ਉਸ ਟਾਈਮ ਤੇ ਸਾਰੇ ਹਿੰਦੁਸਤਾਨ ਵੇਖ ਲਏ, ਸਾਡੀਆਂ ਅੱਜ ਵੀ ਵੇਖ ਰਹੀਆਂ ਨੇ, ਲੇਕਿਨ ਅਸੀਂ ਕਿੱਥੇ ਬੈਠੇ ਆ, ਕੀ ਸੋਚ ਰਹੇ ਆ? ਸਿੱਖ ਕਿੱਧਰ ਨੂੰ ਚਲਾ ਗਿਆ? ਉਹਨੂੰ ਕਾਹਦੇ ਵਾਸਤੇ ਖੜਾ ਕੀਤਾ? ਇੱਕ ਮਾਰਸ਼ਲ ਸੀ ਬਣਾਇਆ ਗੁਰੂ ਸਾਹਿਬ ਜੀ ਨੇ, ਲੇਕਿਨ ਅੱਜ ਅਸੀਂ ਆਪੋ ਆਪਣੀ ਪੈ ਗਈ, ਅਸੀਂ ਆਪਣੇ ਆਪ ਜੋਗੇ ਰਹਿ ਗਏ, ਦੂਸਰੇ ਨੂੰ ਅਸੀਂ ਵੇਖ ਨਹੀਂ ਸਕਦੇ। ਬੜੀਆਂ ਗੱਲਾਂ ਨੇ ਵੀਰ ਜੀ, ਜਿਹੜਾ ਹਿਰਦਾ ਵਲੂੰਦਰਿਆ ਜਾਂਦਾ। ਨਹੀਂ ਮੈਂ ਜ਼ਿਆਦਾ ਕੁਛ ਕਹਿ ਸਕਦਾ, ਕਿਉਂਕਿ ਜੋ ਮੈਂ ਵੇਖਿਆ ਜਾ ਕੇ ਪਰਿਵਾਰਾਂ ਦੇ ਵਿੱਚ। ਹਾਂਜੀ, ਇਹ ਬੜੇ ਅਨਫੋਰਚੂਨੇਟ ਹੈ ਜਿਸ ਤਰੀਕੇ ਦੇ ਸ਼ਬਦ ਨੇ। ਇਹ ਕਹਿੰਦੇ ਕਿ ਬੁਲਟ ਨਾਲੋਂ, ਇੱਕ ਗੋਲੀ ਨਾਲੋਂ ਜ਼ਿਆਦਾ ਜਿਹੜਾ ਅਸਰ ਕਰਦੇ ਨੇ। ਤੇ ਇਸ ਤਰੀਕੇ ਨਾਲ ਵੀ ਹੋ ਸਕਦਾ ਉਹ ਵੀ ਇਸ 21ਵੀਂ ਸਦੀ ਦੇ ਵਿੱਚ। ਸਾਡੇ ਪਿੰਡ ਦੇ ਵਿੱਚ ਆਮ ਤੌਰ 'ਤੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਆਬਾਦੀ ਜਿਹੜੀ ਹੈ 2-3 ਹਜ਼ਾਰ ਤੋਂ ਉੱਤੇ ਨਹੀਂ ਹੁੰਦੀ। ਸਾਡੇ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਰਿਵਾਜ਼ ਹੈਗਾ 3 ਗੁਰੂ ਘਰ ਨੇ। ਇੱਕ ਜੱਟ ਭਾਈਚਾਰੇ ਦਾ ਹੈਗਾ, ਇੱਕ ਮਜ਼੍ਹਬੀ ਭਾਈਚਾਰੇ ਦਾ, ਇੱਕ ਹੋਰ ਭਾਈਚਾਰੇ ਦਾ ਹੈਗਾ। ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਕਰ ਲਈਏ। ਪਤਾ ਨਹੀਂ 20 ਬੰਦੇ ਵੀ ਉੱਥੇ ਜਾ ਕੇ ਰੋਜ਼ਾਨਾ ਮੱਥਾ ਟੇਕਦੇ ਕਿ ਨਹੀਂ ਟੇਕਦੇ, ਇਹ ਆਪਣੇ ਆਪ 'ਚ ਇੱਕ ਅਲੀਤਾ ਸਵਾਲ ਹੈਗਾ, ਵੱਖਰਾ ਸਵਾਲ ਹੈ। ਪਰ ਆਪਣੇ ਆਪ 'ਚ ਸੋਚ ਕੇ ਹੈਰਾਨਗੀ ਹੋਵੇ ਕਿ 60,000 ਦੀ ਆਬਾਦੀ ਹੋਵੇ ਇੱਕ ਭਾਈਚਾਰੇ ਦੀ, ਗੁਰੂ ਘਰ ਇੱਕ ਹੋਵੇ,
ਪਰ ਪੈਸੇ ਦੀ ਘਾਟ, ਸਮੇਂ ਦੀ ਘਾਟ, ਧਰਮ ਦੀ ਕਿਸੇ ਤਰੀਕੇ ਨਾਲ ਪ੍ਰਚਾਰ ਦੀ ਘਾਟ, ਲੋਕ ਇਕੱਠੇ ਨਾ ਹੋਣ। ਆਪਣੇ ਆਪ 'ਚ ਸਵਾਲ ਹੈ ਆਪਾਂ ਕਿਸ ਤਰੀਕੇ ਦੀ ਗੱਲਬਾਤ ਕਰ ਰਹੇ ਹਾਂ, ਕਿਹੜੇ ਅਰੇਂਜਮੈਂਟਾਂ ਦੀ ਗੱਲ ਕਰ ਰਹੇ ਹਾਂ, ਕਿਹੜੇ ਅਸੀਂ ਲੱਖਾਂ ਕਰੋੜਾਂ ਦੀ ਗੱਲ ਕਰਦੇ ਹਾਂ, ਕਿਹੜੇ ਅਸੀਂ ਬਜਟਾਂ ਦੀ ਗੱਲ ਕਰਦੇ ਹਾਂ, ਕਿਹੜੇ ਅਸੀਂ ਕਹਿੰਦੇ ਕਿ ਅਸੀਂ ਹਵਾਈ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਿਠਾ ਕੇ ਰੱਖ ਕੇ ਸ਼ਰਧਾ ਦੇ ਨਾਲ ਦੁਨੀਆ ਦੇ ਇੱਕ ਮੁਲਕ ਤੋਂ ਦੂਸਰੇ ਮੁਲਕ ਦੇ ਵਿੱਚ ਪਹੁੰਚਾਉਂਦੇ ਹਾਂ। ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ। ਇਹਦਾ ਸ਼ਾਇਦ ਆਪਾਂ ਜਵਾਬ ਨਹੀਂ ਦੇ ਸਕਦੇ। ਇਹ ਆਪਾਂ ਨੂੰ ਸੋਚਣਾ ਪਵੇਗਾ ਕਿ ਅਸੀਂ ਕਰ ਕੀ ਰਹੇ ਹਾਂ, ਅਸੀਂ ਕਿੰਨੇ ਕੁ ਪਾਣੀ ਦੇ ਵਿੱਚ ਖੜੇ ਹੈਗੇ ਤੇ ਅਸੀਂ ਕਿਹੜੇ ਹਾਲਾਤਾਂ ਦੇ ਨਾਲ ਆਪਣੇ ਆਪ ਨੂੰ ਨਜਿੱਠਣ ਵਾਸਤੇ ਲੋਕਾਂ ਦੇ ਸਾਹਮਣੇ ਦਿਖਾਵਾ ਕਰਦੇ ਹਾਂ ਕਿ ਅਸੀਂ ਕੀ ਕੁਛ ਕਰ ਰਹੇ ਹਾਂ, ਅਸਲ ਦੇ ਵਿੱਚ ਤਾਂ ਅਸੀਂ ਹੈ ਕਿੱਥੇ ਹਾਂ, ਸਾਡੀ ਅਸਲੀਅਤ ਕੀ ਹੈ। ਜੇ ਇਹ ਸਭ ਕੁਝ ਸੱਚ ਹੈ ਤਾਂ ਕਿਉਂਕਿ ਅਸੀਂ ਆਪਣੇ ਨਹੀਂ ਗਏ, ਅਸੀਂ ਸਟੂਡੀਓ ਦੇ ਵਿੱਚ ਬੈਠੇ ਹਾਂ, ਇਸੇ ਕਰਕੇ ਅੱਜ ਇਹਨਾਂ 3 ਗੈਸਟ ਨੂੰ ਅਸੀਂ ਸੱਦਿਆ। ਔਰ ਜਿਸ ਤਰੀਕੇ ਨਾਲ ਇਹਨਾਂ ਦੀ ਸ਼ਬਦਾਂ ਦੇ ਵਿੱਚ ਦਰਦ ਹੈ, ਜਿਸ ਤਰੀਕੇ ਨਾਲ ਆਪਣੇ ਸ਼ਬਦ ਸਾਡੇ ਸਾਹਮਣੇ ਰੱਖ ਰਹੇ ਨੇ, ਯਕੀਨ ਕਰਨਾ ਬਣਦਾ ਹੈ। ਤੇ ਜੇ ਯਕੀਨ ਕੀਤਾ ਜਾਵੇ ਤਾਂ ਆਪਣੇ ਆਪ ਨੂੰ ਸਹੀ ਮਾਇਨੇ 'ਚ ਸ਼ਰਮ ਕਰਨੀ ਵੀ ਬਣਦੀ ਹੈ ਕਿ ਅਸੀਂ ਕਿਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਹਾਂ ਅਤੇ ਕੀ ਅਸੀਂ ਗੱਲਾਂ ਕਰਦੇ ਹਾਂ। ਅੱਜ ਸਾਡੇ ਵਾਸਤੇ 1-1 ਲੱਖ ਦੀ ਕਾਰ ਜ਼ਰੂਰੀ ਹੈ, 3-3 ਲੱਖ ਰੁਪਏ ਦੇ ਚੀਫ ਸੈਕਟਰੀ ਜ਼ਰੂਰੀ ਨੇ, ਜਾਂ ਇਹਨਾਂ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨ ਦੀ ਜ਼ਰੂਰਤ ਹੈ, ਜਾਂ ਇਹਨਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ, ਜਾਂ ਇਹਨਾਂ ਨੂੰ ਇਹ ਮੋਢੇ ਤੋਂ ਉੱਤੇ ਹੱਥ ਰੱਖ ਕੇ ਇਹ ਕਹਿਣ ਦੀ ਜ਼ਰੂਰਤ ਹੈ ਕਿ ਫਿਕਰ ਨਾ ਕਰੋ, ਅਸੀਂ ਤੁਹਾਡੇ ਵਾਸਤੇ ਹੈਗੇ ਹਾਂ, ਅਸੀਂ ਤੁਹਾਡੇ ਕੋਲ ਹਾਂ। ਸੋਹਣ ਸਿੰਘ ਜੀ, ਪ੍ਰੋਗਰਾਮ ਨੂੰ ਸਮਾਪਤ ਕਰਨਾ ਜਾਂਦੇ ਜਾਂਦੇ ਕੀ ਕਹੋਗੇ? ਮੈਂ 2 ਬੇਨਤੀਆਂ ਕਰਨੀਆਂ ਨੇ ਜੀ। ਇੱਕ ਬੇਨਤੀ ਤੇ ਇਹ ਕਰਨੀ ਹੈ ਕਿ ਅੱਜ ਪੰਜਾਬ ਦੇ ਅੰਦਰ ਜਿਹੜਾ ਖਲਾ ਪੈਦਾ ਹੋਇਆ, ਜਿਹੜੇ ਬਿਹਾਰੀ ਤੇ ਯੂਪੀ ਵਾਲੇ ਵਾਪਸ ਚਲੇ ਗਏ ਨੇ, ਸਿੱਖ ਸਿਕਲੀਗਰ ਤੇ ਬਣਜਾਰਿਆਂ ਨੂੰ ਪੰਜਾਬ ਵਿੱਚ ਲਿਆ ਕੇ ਵਸਾਉਣ ਦੇ ਲਈ ਮੇਰੇ ਨਾਲ ਜਿਹੜੇ ਮੇਰੇ ਮਿੱਤਰ ਤੁਹਾਡੇ ਨਾਲ ਬੈਠੇ ਨੇ ਸਟੂਡੀਓ ਦੇ ਅੰਦਰ, ਭਾਈ ਦਲੇਰ ਸਿੰਘ ਜੀ, ਭਾਈ ਗੁਰਮੇਸ਼ ਸਿੰਘ ਜੀ, ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਆਪਣੀ ਜ਼ਮੀਨ ਜਿਹੜੀ ਆ ਉਹ ਦੇ ਰਹੀਆਂ ਨੇ ਕਿ ਬਣਜਾਰੇ ਤੇ ਸਿਕਲੀਗਰਾਂ ਨੂੰ ਪੰਜਾਬ ਵਿੱਚ ਲਿਆ ਕੇ ਸਿੱਖਾਂ ਦੀ ਗਿਣਤੀ ਵਧਾਈ ਜਾਵੇ। ਦੂਜੀ ਜਿਹੜੀ ਬੇਨਤੀ ਕਰਨੀ ਹੈ ਕਿ ਜਿਹੜਾ ਆਪਣਾ ਦਸਵੰਧ ਹੈ ਉਹ ਜ਼ਰੂਰ ਕੱਢਣਾ ਚਾਹੀਦਾ, ਉਹ ਜ਼ਿੰਮੇਵਾਰ ਵਿਅਕਤੀਆਂ ਨੂੰ ਦਿੱਤਾ ਜਾਵੇ, ਜਜ਼ਬਾਤੀ ਹੋ ਕੇ ਸਿੱਧੇ ਕਿਤੇ ਵੀ ਪੈਸੇ ਨਾ ਭੇਜੇ ਜਾਣ। ਤੀਸਰੀ ਗੱਲ ਜਿਹੜੀ ਕਰਨ ਵਾਲੀ ਹੈ ਕਿ ਅਜੇ ਵੀ ਬਹੁਤ ਵੱਡਾ ਹਿੱਸਾ ਇਹ ਆ, ਚਾਹੇ ਬਹੁਤ ਸਾਰੀਆਂ ਸੰਸਥਾਵਾਂ ਸਿੱਖ ਸਿਕਲੀਗਰ ਤੇ ਬਣਜਾਰਿਆਂ ਦੇ ਬੱਚਿਆਂ ਦੀਆਂ ਫੀਸਾਂ ਦੇ ਰਹੀਆਂ ਨੇ, ਪਰ ਅਜੇ ਵੀ ਬਹੁਤ ਸਾਰੇ ਇਹੋ ਜਿਹੇ ਬੱਚੇ ਨੇ ਜਿਹੜੇ ਸਕੂਲ ਇਸ ਕਰਕੇ ਨਹੀਂ ਜਾ ਪਾ ਰਹੇ ਕਿ ਉਹਨਾਂ ਦੇ ਕੋਲ ਫੀਸ ਦਾ ਪ੍ਰਬੰਧ ਨਹੀਂ ਹੈ, ਉਹਨਾਂ ਕੋਲ ਵਰਦੀ ਦਾ ਪ੍ਰਬੰਧ ਨਹੀਂ ਹੈ। ਜੇ ਕਿਸੇ ਕੌਮ ਦੀ ਚੜ੍ਹਦੀ ਕਲਾ ਦੇਖਣੀ ਹੋਵੇ, ਉਹਨੂੰ ਧਰਮ ਤੇ ਵਿਰਸੇ ਦੇ ਨਾਲ ਜੋੜ ਕੇ ਉਹਨੂੰ ਐਜੂਕੇਸ਼ਨ ਦੇਣੀ ਚਾਹੀਦੀ ਹੈ ਤੇ ਰੁਜ਼ਗਾਰ ਦੇ ਰਸਤੇ ਤੇ ਤੁਰਨਾ ਚਾਹੀਦਾ। ਇਸ ਕਰਕੇ ਮੇਰੀ ਸਮੁੱਚੀਆਂ ਸੰਸਾਰ ਦੀਆਂ ਆਪ ਜੀ ਦੇ ਰਾਹੀਂ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣਾ ਦਸਵੰਧ ਉੱਥੇ ਨਾ ਦੇਵੋ ਜਿਹੜੇ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਦਿੰਦੇ ਨੇ। ਆਪਣਾ ਦਸਵੰਧ ਸੋਚ ਸਮਝ ਕੇ ਉੱਥੇ ਦੇਵੋ ਜਿੱਥੇ ਤੁਹਾਡੇ ਦਸਵੰਧ ਦੀ ਸਭ ਤੋਂ ਵੱਧ ਲੋੜ ਹੈ, ਤਾਂ ਕਿ ਆਪਾਂ ਇਕੱਠੇ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਕਲਗੀਧਰ ਪਾਤਸ਼ਾਹ ਜੀ ਦੇ ਉਸ ਬੋਲਾਂ ਨੂੰ ਪੂਰੇ ਕਰ ਸਕੀਏ। ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਕੋਏ। ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਸਿੱਖ ਸਿਕਲੀਗਰ ਇਸ਼ੂ ਤੇ ਬਣਜਾਰਾ ਇਸ਼ੂ ਤੇ ਲੈ ਕੇ ਮਨੀਸ਼ੀ ਤੁਸੀਂ ਪ੍ਰੋਗਰਾਮ ਲੈ ਕੇ ਆਏ ਹੋ। ਇਹਦੇ ਅੰਦਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਜੇ ਹੋਰ ਬਾਕੀ ਆ। ਜੇ ਕਿਤੇ ਫੇਰ ਮੌਕਾ ਲੱਗਿਆ ਤੇ ਆਪਾਂ ਇਹਨਾਂ ਦੀ ਹਿਸਟਰੀ ਤੇ ਹੋਰ ਸਾਰੇ ਜਿਹੜੇ ਪਹਿਲੂ ਨੇ ਇਹਨਾਂ ਤੇ ਵਿਚਾਰ ਕਰਨ ਵਾਲੇ, ਹਾਂ ਇਹ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਕਿ ਜਿਨ੍ਹਾਂ ਦੇ ਮਕਾਨ ਖਾਲੀ ਪਏ ਨੇ, ਭਾਈ ਦਲੇਰ ਸਿੰਘ ਜੀ ਨਿਊਯਾਰਕ 'ਚ ਬੈਠੇ ਨੇ, ਸਾਡੇ ਕੋਲ ਹੋਰ ਸੱਜਣ ਕੈਲੀਫੋਰਨੀਆ 'ਚ ਬੈਠੇ ਨੇ, ਕੈਨੇਡਾ 'ਚ ਬੈਠੇ ਨੇ, ਜਿਹੜੇ ਵੀ ਲੋਕ ਆਪਣੀ ਜ਼ਮੀਨ ਤੇ ਆਪਣੇ ਮਕਾਨ ਡੋਨੇਟ ਕਰ ਸਕਦੇ ਨੇ, ਅਸੀਂ ਇੱਕ ਟਰਸਟ ਬਣਾ ਕੇ ਉੱਤੇ ਕੰਮ ਕਰਨਾ ਚਾਹੁੰਦੇ ਹਾਂ। ਇਹਦੀ ਪਹਿਲ ਵੀ ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਦੇ ਲਈ ਦਾਸ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨਿਊਯਾਰਕ ਵਿਖੇ ਆਇਆ ਸੀ, ਉਦੋਂ ਭਾਈ ਦਲੇਰ ਸਿੰਘ ਜੀ ਤੇ ਇਹਨਾਂ ਦੇ ਭਰਾ ਜਿਹੜੇ ਨੇ ਭਾਈ ਗੁਰਮੇਸ਼ ਸਿੰਘ ਜੀ, ਅਸੀਂ ਸਾਰਿਆਂ ਨੇ ਉੱਥੇ, ਸਾਨੂੰ ਕੁਝ ਸੰਗਤਾਂ ਨੇ ਜ਼ਮੀਨ ਦੇ ਦਿੱਤੀ ਸੀ। ਅਸੀਂ ਇਸ ਪ੍ਰੋਜੈਕਟ ਤੇ ਕੰਮ ਕਰਨਾ ਚਾਹੁੰਦੇ ਹਾਂ ਤੇ ਸਾਡੇ ਨਾਲ ਜਿਹੜੇ ਵੀ ਜੁੜਨਾ ਚਾਹੁੰਦੇ ਨੇ, ਆਪਾਂ ਟਰਸਟ ਬਣਾ ਕੇ ਪਾਰਦਰਸ਼ਤਾ ਦੇ ਨਾਲ ਕੰਮ ਕਰੀਏ ਤੇ ਪੰਜਾਬ ਦੇ ਅੰਦਰ ਇਹਨਾਂ ਨੂੰ ਲਿਆ ਕੇ ਵਸਾਈਏ। ਇਹੀ ਮੇਰੀ ਬੇਨਤੀ ਹੈ ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਸੋਹਣ ਸਿੰਘ ਜੀ। ਦਲੇਰ ਸਿੰਘ ਜੀ, ਮੈਂ ਜ਼ਰੂਰ ਤੁਹਾਡੇ ਕੋਲ ਜਾਂਦੇ ਜਾਂਦੇ 30 ਸੈਕਿੰਡ ਦੇ ਵਿੱਚ ਜ਼ਰੂਰ ਮੈਨੂੰ ਇਹ ਦੱਸੋ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਕਿਸ ਤਰੀਕੇ ਦੀ ਤਿਆਰੀ ਹੈ ਤੇ ਕਿਸ ਤਰੀਕੇ ਨਾਲ ਤੁਸੀਂ ਅੱਗੇ ਆਪਣੇ ਕਦਮ ਵਧਾ ਰਹੇ ਹੋ? ਦੇਖੋ ਮਨੀਸ਼ੀ ਵੀਰ ਜੀ, ਸਾਨੂੰ ਨਾ ਕਾਫੀ ਪਰਿਵਾਰ ਨੇ, ਕੁਝ ਗਿਲਜੀਆਂ ਤੋਂ ਨੇ, ਕੁਝ ਮਿਆਣੀ ਤੋਂ ਨੇ, ਕੁਝ ਮਹਿਮਤਪੁਰ ਤੋਂ ਨੇ, ਹੋਰ ਕੁਝ ਬਲਾਚੌਰ ਤੋਂ ਵੀ ਨੇ,
ਉਹਨਾਂ ਨੇ ਸਾਨੂੰ ਜ਼ਮੀਨ ਦੀ ਆਫਰ ਕੀਤੀ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉੱਥੇ ਜਾ ਕੇ, ਇੱਕ ਹੋਰ ਸਿੰਘ ਹੈਗਾ ਉਹ ਕਹਿੰਦਾ ਵੀ ਮੈਂ 1 ਕਰੋੜ ਰੁਪਇਆ ਦਿਆਂਗਾ ਵੀ ਜਿਹੜੇ ਇਹਨਾਂ ਨੇ ਮਕਾਨ ਬਣਾਉਣੇ ਨੇ ਜਾਂ ਕੁਝ ਕਰਨਾ ਹੈ। ਅਸੀਂ ਜੋ ਇਹਨੂੰ ਸ਼ੁਰੂਆਤ ਕਰਾਂਗੇ ਤਾਂ ਮੈਂ ਨਾਲ ਹੀ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਦਾ ਹਾਂ ਵੀ ਜੇਕਰ ਸਾਡੀਆਂ ਗੱਲਾਂ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ। ਔਰ ਮੈਂ ਨਾਲ ਹੀ ਬੇਨਤੀ ਕਰਦਾ ਮੁੜ ਆਪਾਂ ਫਿਰ ਵਾਪਸ ਆਈਏ, ਆਪਣੇ ਜਿਹੜੇ ਵਿਰਸਾ ਉਹਨੂੰ ਪਛਾਣੀਏ, ਉਹਨੂੰ ਨਾ ਗਵਾਈਏ, ਤਾਂ ਇਹਨਾਂ ਦੀ ਜ਼ਰੂਰ ਮਦਦ ਕਰੀਏ, ਇਹਨਾਂ ਨੂੰ ਆਪਣੀ ਗੱਲ ਵੱਖਰੀ ਚ ਲਈਏ। ਤੇ ਇਹਨਾਂ ਦੇ ਜਿਹੜੇ ਇਹ ਮਕਾਨ ਵਗੈਰਾ ਬਣਾਉਣੇ ਨੇ, ਤੁਸੀਂ ਮੈਨੂੰ ਫੋਨ ਕਰ ਸਕਦੇ ਹੋ। ਮੇਰਾ ਨੰਬਰ ਹੈ 9178499033। ਜਿਹੜੇ ਮਰਜ਼ੀ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਮੇਰੇ ਕੋਲ ਲੈ ਸਕਦੇ ਹੋ। ਅਸੀਂ ਵੱਡੇ ਪੱਧਰ ਤੇ ਕੰਮ ਸ਼ੁਰੂ ਕੀਤਾ ਹੈ ਔਰ ਕਰ ਰਹੇ ਹਾਂ ਕੋਸ਼ਿਸ਼। ਤਾਂ ਮੈਂ ਨਾਲ ਹੀ ਚੜ੍ਹਦੀ ਕਲਾ ਟੀਵੀ ਤੇ ਵੀਰ ਮਨੀਸ਼ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਸਾਡੀ ਗੱਲ ਸੁਣੀ, ਜਿਹੜੀ ਕਿ ਆਪ ਤੱਕ ਪਹੁੰਚਾਈ। ਹਾਂਜੀ ਵੀਰ ਜੀ, ਬਹੁਤ ਨਹੀਂ, ਬਿਲਕੁਲ ਜਿਹੜੇ ਤੁਹਾਡੇ ਵੱਲੋਂ ਯਤਨ ਕੀਤੇ ਜਾ ਰਹੇ ਨੇ, ਉਹ ਯਤਨ ਜਿਹੜੇ ਨੇ ਜ਼ਰੂਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਯਤਨਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਈਏ, ਕਿਉਂਕਿ ਸਾਰਿਆਂ ਦਾ ਸਾਡਾ ਇੱਕੋ ਹੀ ਭਾਈਚਾਰਾ ਹੈਗਾ। ਸਭ ਤੋਂ ਪਹਿਲਾਂ ਸਾਡੀ ਜਿਹੜੀ ਆਪਸੀ ਸਾਂਝ ਹੈ ਉਹ ਮਨੁੱਖਤਾ ਦੀ ਸਾਂਝ ਹੈ। ਜੇ ਮਨੁੱਖਤਾ ਦੇ ਤੌਰ ਤੇ ਅਸੀਂ ਆਪਣੇ ਆਪ ਨੂੰ ਇੱਕ ਦੂਜੇ ਨਾਲ ਵਿਚਾਰੀਏ, ਇੱਕ ਦੂਜੇ ਨਾਲ ਮੇਲ ਮਿਲਾਪ ਵਧਾਈਏ, ਤਾਂ ਜ਼ਰੂਰ ਅਸੀਂ ਇਸ ਧਰਤੀ ਨੂੰ ਜਿਹੜਾ ਇਹ ਹੋਰ ਵੀ ਸੁੰਦਰ ਵਧੀਆ ਬਣਾ ਸਕਦੇ ਹਾਂ। ਆਪਸ ਦੇ ਵਿੱਚ ਮੇਲ ਮਿਲਾਪ ਜ਼ਰੂਰ ਰੱਖਣਾ ਚਾਹੀਦਾ। ਜਿਹੜੀਆਂ ਬਿਲਕੁਲ ਇੱਕ ਦੂਜੇ ਤੋਂ ਤੋੜਨ ਦੀ ਗੱਲ ਕਰਦੇ ਨੇ, ਇੱਕ ਦੂਜੇ ਦੇ ਖਿਲਾਫ ਨਫ਼ਰਤ ਦੀ ਗੱਲ ਕਰਦੇ ਨੇ, ਅੱਜ ਉਹਨਾਂ ਤੋਂ ਜ਼ਰੂਰ ਸਾਨੂੰ ਥੋੜਾ ਜਿਹਾ ਪਾਸਾ ਵੱਟਣ ਦੀ ਲੋੜ ਹੈ। ਪਰ ਜਿਹੜੇ ਬਿਲਕੁਲ ਗਲਵੱਕੜੀਆਂ ਲੈ ਕੇ ਸਾਹਮਣੇ ਖੜੇ ਨੇ, ਅੱਜ ਉਹਨਾਂ ਨਾਲ ਗਲਵੱਕੜੀਆਂ ਪਾ ਕੇ ਸਾਨੂੰ ਇੱਕ ਦੂਸਰੇ ਨਾਲ ਮੇਲ ਮਿਲਾਪ ਵੀ ਕਰਨ ਦੀ ਬਹੁਤ ਬਹੁਤ ਲੋੜ ਹੈ। ਦਲੀਪ ਸਿੰਘ ਵਣਜਾਰਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਆਪਣੇ ਸੋਹਣੇ ਵਿਚਾਰ ਕੀਤੇ ਨੇ ਅਤੇ ਜਿਸ ਤਰੀਕੇ ਨਾਲ ਤੁਸੀਂ ਜਦੋਜਹਿਦ ਕਰਕੇ ਇਸ ਵੇਲੇ ਆਪਣੇ ਭਾਈਚਾਰੇ ਨੂੰ ਅਪਗ੍ਰੇਡ ਕਰ ਰਹੇ ਹੋ, ਉਹਨਾਂ ਨੂੰ ਸਮਝਾ ਰਹੇ ਹੋ, ਉਹਨਾਂ ਨੂੰ ਗੁਰੂ ਤੇ ਲੜ ਲਾ ਰਹੇ ਹੋ, ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰੀਕੇ ਨਾਲ ਅੱਗੇ ਵਧਦੇ ਰਹੋ, ਆਪਣੇ ਕਦਮ ਜਿਹੜੇ ਨੇ ਅੱਗੇ ਲੈ ਕੇ ਜਾਂਦੇ ਰਹੋ। ਸੋ ਬਿਲਕੁਲ ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਜ਼ਰੂਰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਬਿਲਕੁਲ ਆਪਣੇ ਇਸ ਸ਼ੋਅ ਦੇ ਵਿੱਚ ਇਹ ਬੇਨਤੀ ਨਹੀਂ ਕਰਦੇ ਕਿ ਕਿਸੇ ਵੀ ਤਰੀਕੇ ਦੀ ਬਿਨਾਂ ਕਿਸੇ ਜਾਂਚ ਜਾਂ ਪਰਖ ਤੋਂ ਕਿਸੇ ਦੀ ਕੋਈ ਮਾਲੀ ਮਦਦ ਕੀਤੀ ਜਾਵੇ। ਬਿਲਕੁਲ ਤੁਸੀਂ ਸੰਸਥਾਵਾਂ ਦੇ ਨਾਲ ਪਹਿਲਾਂ ਗੱਲਬਾਤ ਕਰੋ, ਉਹਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਅਤੇ ਉਸ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਕਿ ਇਹ ਸੰਸਥਾਵਾਂ ਜਿਹੜੀਆਂ ਨੇ ਬਿਲਕੁਲ ਪੁਖਤਾ ਨੇ ਅਤੇ ਸਹੀ ਮਾਇਨੇ 'ਚ ਕੰਮ ਕਰ ਰਹੀਆਂ ਨੇ, ਤਾਂ ਉਸ ਤੋਂ ਬਾਅਦ ਉਹਨਾਂ ਦੀ ਮਦਦ ਲਈ ਅੱਗੇ ਆਓ। ਪਰ ਆਓ ਜ਼ਰੂਰ, ਕਿਉਂਕਿ ਦਸਵੰਧ ਨੂੰ ਕੱਢਣਾ ਜਿਹੜਾ ਉਹ ਸਾਡੇ ਧਰਮ ਦੇ ਵਿੱਚ ਬੜਾ ਵਧੀਆ ਉਹਨੂੰ ਸੰਖੇਪ ਤਰੀਕੇ ਨਾਲ ਦੱਸਿਆ ਗਿਆ। ਸੋ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਈਮੇਲ ਕਰ ਸਕਦੇ ਹੋ mbl@cktimetv.com ਅਤੇ info@cktimetv.com। ਕੱਲ ਫਿਰ ਦੁਬਾਰਾ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਦਿਓ ਮੈਨੂੰ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀਓ।